ਮੈਂ ਤੁਹਾਡਾ ਦੋਸਤ ਐਮਪੀ ਸਿੰਘ ਤੇ ਮੇਰੇ ਨਾਲ ਗੱਲਾਂ ਬਾਤਾਂ ਦਾ ਖਜ਼ਾਨਾ ਲੈ ਕੇ ਹਾਜ਼ਰ ਨੇ ਬਲ ਅੰਮ੍ਰਿਤਸਰੀਆ ਸਾਹਿਬ। ਬਲ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਤੇ ਨਾਲ ਦੀ ਨਾਲ ਤੁਹਾਨੂੰ ਹੈਪੀ ਕੈਨੇਡਾ ਡੇ, ਬਹੁਤ ਬਹੁਤ ਮੁਬਾਰਕਾਂ ਇਸ ਦਿਨ। ਤੁਹਾਨੂੰ ਵੀ ਭਾਜੀ, ਸਾਰੇ ਵਿਦੇਸ਼ੀਆਂ ਨੂੰ ਵੀ ਜੀ, ਹੁਣ ਤੇ ਇੰਡੀਆ ਤੋਂ ਵੀ ਹੈਪੀ ਕੈਨੇਡਾ ਡੇ ਆਖਣ ਲੱਗ ਪਏ ਆ। ਉਹਨਾਂ ਨੂੰ ਵੀ, ਬਲਕਿ ਮੈਂ ਤੇ ਇਹ ਕਹਾਂਗਾ ਕਿ ਹਰ ਉਸ ਬੱਚੇ ਨੂੰ, ਅੱਧ ਖੜ ਉਮਰ ਵਾਲੇ ਨੂੰ, ਬਜ਼ੁਰਗ ਨੂੰ, ਸਾਰਿਆਂ ਨੂੰ ਹੈਪੀ ਕੱਲ੍ਹ ਦਾ ਡੇ ਜੀ। ਹੈਪੀ ਦਾ ਮਤਲਬ ਹੁੰਦਾ ਖੁਸ਼ੀਆਂ ਦਾ ਦਿਨ, ਖੁਸ਼ੀਆਂ ਵਾਲਾ ਦਿਨ। ਸਾਰੇ ਦਿਨ ਤੁਹਾਡੇ ਖੁਸ਼ੀਆਂ ਵਾਲੇ ਹੋਣ ਜੀ, ਕੱਲਾ ਕੈਨੇਡਾ ਡੇ ਕਿਉਂ ਹੋਵੇ। ਕਿਉਂਕਿ ਕੈਨੇਡਾ ਡੇ ਦੇ ਵਿੱਚ ਥੋੜੀ ਕੰਟਰੋਵਰਸੀ ਵੀ ਤੁਸੀਂ ਦੇਖਿਆ ਚੱਲੀ ਆ ਜੀ, ਕਿ ਕੁਝ ਲੋਕਾਂ ਨੇ ਕਿਹਾ ਅਸੀਂ ਨਿਊ ਡੇ ਮਨਾਉਣਾ। ਬਿਲਕੁਲ। ਜੀ ਚਲੋ ਜੀ, ਖੈਰ ਜਿਸ ਦੇਸ਼ 'ਚ ਰਹਿੰਦੇ ਆ, ਜੇ ਉਸ ਦੇਸ਼ ਦੇ ਬਾਰੇ ਇਹ ਕਿਹਾ ਜਾਂਦਾ ਕਿ ਇਸ ਦਿਨ ਨੂੰ 1 ਜੁਲਾਈ ਨੂੰ ਇਹ ਦੇਸ਼ ਬਣਿਆ ਸੀਗਾ, ਹਾਂਜੀ, ਤੇ 155 ਸਾਲ ਹੋ ਗਏ ਜੀ। ਹਾਂਜੀ, ਤੇ ਆਜ਼ਾਦ ਹੋਏ ਨੂੰ ਕਹਿ ਲਓ, ਬਣੇ ਨੂੰ ਕਹਿ ਲਓ, ਜੋ ਮਰਜ਼ੀ, ਪਰ ਇਸ ਦੇਸ਼ ਦੇ ਉੱਤੇ ਵੀ ਬ੍ਰਿਟਿਸ਼ ਸਾਮਰਾਜ ਦਾ ਗਲਬਾ ਹੈਗਾ ਸੀ, ਕਿਸੇ ਤਰੀਕੇ ਨਾਲ ਹੁਣ ਵੀ ਹੈਗਾ। ਫਰਾਂਸ ਵਾਲੇ, ਫਰਾਂਸੀਸੀ ਵੀ ਇਸ ਦੇਸ਼ 'ਤੇ ਰਾਜ ਕਰਦੇ ਰਹੇ ਹੈ, ਤੇ ਅਜੇ ਵੀ ਇਨਡਾਇਰੈਕਟ ਤਰੀਕੇ ਨਾਲ ਉਹਨਾਂ ਦਾ ਵੀ ਹੱਥ ਪੈਂਦਾ। ਇਹਦੇ ਬਾਵਜੂਦ ਵੀ ਜੇ ਅਸੀਂ, ਕਿਉਂਕਿ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਤੇ ਅਸੀਂ ਇਹ ਸਮਝਦੇ ਕਿ ਸਾਡੀ ਇਹ ਕਰਮ ਭੂਮੀ ਆ, ਜਨਮ ਭੂਮੀ ਤਾਂ ਨਹੀਂ ਹੈ, ਕਰਮ ਭੂਮੀ ਸਾਡੀ ਹੈਗੀ। ਜਿਨ੍ਹਾਂ ਦੀ ਜਨਮ ਭੂਮੀ ਆ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਤੇ ਹੈ। ਸਾਡੀ ਕਰਮ ਭੂਮੀ ਆ ਵੀ ਸਾਡਾ ਰੋਟੀ ਪਾਣੀ ਦਾ ਜੁਗਾੜ ਹੈਗਾ ਇੱਥੇ, ਤੇ ਸਾਨੂੰ ਵੀ ਓਨਾ ਹੀ ਤੇ ਹੈਗਾ, ਘੱਟ ਸਾਨੂੰ ਵੀ ਨਹੀਂ ਹੈਗਾ। ਬੇਸ਼ੱਕ ਗੋਰੇ ਕਹਿੰਦੇ ਹੁਣ ਕਿ ਸਾਡਾ ਦੇਸ਼ ਹੈ, ਪਰ ਇਕੱਲਿਆਂ ਗੋਰਿਆਂ ਦਾ ਦੇਸ਼ ਨਹੀਂ ਹੈ, ਮਲਟੀਕਲਚਰਲ ਕੰਟਰੀ ਹੈਗਾ। ਤੇ ਪੂਰੀ ਦੁਨੀਆ ਦੇ ਵਿੱਚੋਂ ਕੋਈ ਦੇਸ਼ ਵੀ ਇੱਦਾਂ ਦਾ ਨਹੀਂ ਹੈਗਾ ਜਿਹਦੇ ਲੋਕ ਇੱਥੇ ਨਾ ਰਹਿੰਦੇ ਹੋਣ ਜਾਂ ਕਿਤੇ ਆਏ ਨਾ ਹੋਣ। ਔਰ ਕੋਈ ਵੀ ਕਮਿਊਨਿਟੀ, ਕੋਈ ਵੀ ਧਰਮ ਨੂੰ ਮੰਨਣ ਵਾਲਾ, ਕੋਈ ਵੀ ਸੱਭਿਆਚਾਰ ਜਿਹੜਾ ਹੈਗਾ, ਉਹਨੂੰ ਅਪਣਾਏ ਹੋ ਲੋਕ ਇੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਕੈਨੇਡਾ ਵਿੱਚ ਆ ਕੇ ਵਸੇ ਹੋਏ। ਬਿਲਕੁਲ ਜੀ। ਜਿਵੇਂ ਅਸੀਂ ਕਹਿੰਦੇ ਹਾਂ ਕਿ ਮੰਨ ਲਓ ਅਸੀਂ ਬਲਕਲਾ 'ਚ ਰਹਿੰਦੇ ਹਾਂ, ਸਾਡੀ ਜ਼ਮੀਨ ਲਾਗੇ ਪਿੰਡ ਸੋਈਆਂ ਜਾਂ ਹੋਰ ਕੋਈ ਉੱਥੇ ਹੋਵੇ, ਅਸੀਂ ਉਹਨੂੰ ਮਾੜਾ ਥੋੜ੍ਹਾ ਕਹਿੰਦੇ ਹਾਂ। ਵਾਹੀ ਅਸੀਂ ਉੱਥੇ ਕਰਦੇ ਹੁੰਦੇ, ਅਸੀਂ ਕਿ ਨਹੀਂ ਉੱਥੇ ਆਹ ਗੱਲ ਹੋਈ, ਉੱਥੇ ਆਹ ਹੋਇਆ, ਉੱਥੇ ਅਸੀਂ ਜ਼ਿਆਦਾ ਚੀਜ਼ਾਂ ਉੱਥੋਂ ਦੀਆਂ ਡਿਸਕਸ ਕਰਾਂਗੇ। ਲੋਕੀ ਅੰਮ੍ਰਿਤਸਰੋਂ ਚੱਲ ਕੇ ਜਾਂ ਲੁਧਿਆਣਿਓਂ ਚੱਲ ਕੇ ਜਾਂ ਚੰਡੀਗੜ੍ਹੋਂ ਚੱਲ ਕੇ ਬੰਬੇ ਆ ਜਾਂਦੇ ਆ, ਕੰਮ ਕਰਦੇ ਆ। ਕਦੀ ਕਿਸੇ ਐਕਟਰ ਨੇ ਕਿਹਾ ਯਾਰ ਬੰਬੇ ਆ ਬੰਬੇ ਜੇ ਆ ਬੰਬੇ ਉਹ 100 ਘਾਟਾਂ ਹੋਣਗੀਆਂ, ਇੱਥੇ ਵੀ 100 ਘਾਟਾਂ ਨੇ, 100+ ਪੁਆਇੰਟ ਨੇ। ਲੇਕਿਨ ਉਹ ਗੱਲ ਤੇ ਲੇਕਿਨ ਉਹ ਬੰਬੇ ਜਦੋਂ ਵੀ ਕਿਤੇ ਬੈਠੇ ਹੋਣ ਤਾਂ ਉਹਨਾਂ ਨੂੰ ਪੁੱਛੋ, ਜਿਵੇਂ ਧਰਮਿੰਦਰ ਆ ਜਾਂ ਆਪਣਾ ਦੂਜੇ ਪਰਿਵਾਰ ਨੇ ਜਿਹੜੇ ਜਿੰਨੇ ਵੀ ਨੇ, ਈਵਨ ਦੋ ਖੰਨਾ ਪਰਿਵਾਰ ਵੇਖ ਲਓ, ਜਾਂ ਦੇਵਾਨੰਦ ਨੂੰ ਕਦੀ ਵੀ ਲੋਕਾਂ ਨੇ ਪੁੱਛਿਆ ਤਾਂ ਉਹ ਕਹਿੰਦਾ ਵੀ ਮੈਂ ਗੁਰਦਾਸਪੁਰ ਤੋਂ ਆ ਜੇ ਉਹ, ਮੇਰੇ ਜਦੋਂ ਪੇਰੈਂਟਸ ਨੇ ਪਹਿਲੀ ਵਾਰ ਮੈਨੂੰ ਭੇਜਿਆ। ਮਤਲਬ ਕਿ ਮਨ 'ਚ ਇੱਕ ਖੀਜ ਜੀ, ਇੱਕ ਨਾ ਪਤਾ ਨਹੀਂ, ਭਾਵੇਂ ਬੰਦਾ ਕਰੋੜਾਂਪਤੀ ਅਰਬਪਤੀ ਹੋ ਜੇ, ਉਹ ਪਿੱਛੇ ਦੀ ਨਾ ਖਿੱਚ ਜੀ ਜਿਹੜੀ ਆ ਨਾ, ਉਹ ਨਹੀਂ ਖਤਮ ਹੋਣੀ ਚਾਹੀਦੀ ਹੈ ਜੀ। ਕੈਨੇਡਾ ਡੇ ਦੇ ਉੱਤੇ ਕੱਲ੍ਹ ਪੂਰੇ ਕੈਨੇਡਾ ਦੇਸ਼ ਵਿੱਚ, ਹਾਂਜੀ, ਹਰ ਪ੍ਰੋਵਿੰਸ ਵਿੱਚ, ਹਰ ਛੋਟੇ ਵੱਡੇ ਸ਼ਹਿਰ ਦੇ ਵਿੱਚ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਗਿਆ। ਉਂਝ ਜੇ ਇਹ ਤਾਂ ਨਹੀਂ ਹੈਗਾ ਝੰਡਾ ਚੜਾਇਆ ਗਿਆ ਜਾਂ ਝੰਡਾ ਲਾਇਆ ਗਿਆ, ਉਹ ਗਲਤ ਹੈ ਨਹੀਂ, ਪਰ ਲੋਕਾਂ ਨੇ ਪੂਰਾ ਇੰਜੋਏ ਵੀ ਕੀਤਾ ਔਰ ਇਹਦਾ ਪਿਛੋਕੜ ਵੀ ਜਾਣਿਆ। ਕੈਨੇਡਾ ਡੇ ਦਾ ਪਿਛੋਕੜ ਵੀ ਜਾਣਿਆ, ਕੈਨੇਡਾ ਕੰਟਰੀ ਕਿਵੇਂ ਹੋਂਦ ਵਿੱਚ ਆਇਆ, ਔਰ ਇੱਥੋਂ ਦੇ ਲਿਟਰੇਚਰ ਬਾਰੇ, ਇੱਥੋਂ ਦੇ ਕਲਚਰ ਬਾਰੇ ਵੀ ਗੱਲਾਂ ਹੋਈਆਂ। ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਊਗਾ ਥਾਂ 'ਤੇ ਵੱਖਰੇ ਕਮਿਊਨਿਟੀਜ਼ ਦੇ ਲੋਕਾਂ ਨੇ ਆਪਣੇ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ। ਸਾਡੇ ਲੋਕ ਵੀ ਜਿੱਥੇ ਰਹਿੰਦੇ ਆ, ਉਹਨਾਂ ਨੇ ਉੱਥੇ ਭੰਗੜਾ, ਗਿੱਧਾ, ਉਸ ਤਰੀਕੇ ਨਾਲ ਉਹਨਾਂ ਨੇ ਦੂਜਿਆਂ ਲੋਕਾਂ ਨੂੰ, ਦੂਜੀਆਂ ਕਮਿਊਨਿਟੀਜ਼ ਦੇ ਲੋਕਾਂ ਨੂੰ ਦੱਸਿਆ ਕਿ ਸਾਡਾ ਪਿਛੋਕੜ ਆ ਵਾ, ਸਾਡਾ ਸੱਭਿਆਚਾਰ ਇਹ ਹੈ। ਇਹਦਾ ਮਤਲਬ ਇਹ ਹੈ ਕਿ ਅਸੀਂ ਆਪਦੇ ਪਿਛੋਕੜ ਨੂੰ ਨਹੀਂ ਭੁੱਲ ਸਕਦੇ, ਆਪਦੇ ਸਾਹਿਤ ਨੂੰ, ਸੱਭਿਆਚਾਰ ਨੂੰ, ਭਾਸ਼ਾ ਨੂੰ, ਬੋਲੀ ਨੂੰ, ਪਹਿਰਾਵੇ ਨੂੰ ਅਸੀਂ ਨਕਾਰ ਨਹੀਂ ਸਕਦੇ, ਦਿਲੋਂ ਭੁਲਾ ਨਹੀਂ ਸਕਦੇ, ਜੋ ਮਰਜ਼ੀ ਹੋ ਜਾਏ। ਬਿਲਕੁਲ ਜੀ। ਤੁਸੀਂ ਕਿਸੇ ਨੇ ਕਿਹਾ ਸੀ ਨਾ ਵੀ ਬੰਦਾ ਚੰਦ ਤੇ ਚਲ ਗਿਆ, ਉਹ ਕਹਿੰਦਾ ਜੇ ਬੰਦਾ ਹੀ ਆ ਵੀ ਬੰਦਾ ਹੀ ਰਹਿਣਾ, ਭਾਵੇਂ ਚੰਦ ਤੇ ਚਲੇ ਜਿੱਥੇ ਮਰਜ਼ੀ ਚਲ ਜਾਵੇ, ਉਹ ਬਦਲਦਾ ਨਹੀਂ, ਦੇਵਤਾ ਨਹੀਂ ਹੋ ਜਾਂਦਾ ਜਾਂ ਕੋਈ ਹੋਰ ਨਹੀਂ ਹੋ ਜਾਂਦਾ। ਸੇਮ ਚੀਜ਼ ਹੈ ਜੀ, ਅਸੀਂ ਪੰਜਾਬੀ ਰਹਿਣਾ, ਚਾਹੇ ਅਸੀਂ ਇੰਡੀਆ 'ਚ ਆ, ਚਾਹੇ ਪੰਜਾਬ ਤੋਂ ਇੰਡੀਆ ਦੇ ਕਿਸੇ ਹਿੱਸੇ 'ਚ ਆ, ਚਾਹੇ ਇੰਡੀਆ ਤੋਂ ਬਾਹਰ ਆ ਜਾਂਦੇ ਆ, ਚਾਹੇ ਕਿਸੇ ਅਰਬ ਕੰਟਰੀ 'ਚ ਚਲ ਜਾਈਏ, ਚਾਹੇ ਅਸੀਂ ਕਿਤੇ ਆਸਟ੍ਰੇਲੀਆ ਚਲ ਜਾਈਏ, ਕੈਨੇਡਾ ਚਲ ਜਾਈਏ, ਨਿਊਜ਼ੀਲੈਂਡ ਚਲ ਜਾਈਏ, ਜਾਂ ਯੂਰਪੀਅਨ ਕੰਟਰੀ ਚਲ ਜਾਈਏ, ਤੁਹਾਨੂੰ ਕਿਸੇ ਨੇ ਗੋਰਾ ਨਹੀਂ ਕਹਿਣਾ, ਤੁਹਾਨੂੰ ਕਿਸੇ ਨੇ ਕਾਲਾ ਨਹੀਂ ਕਹਿਣਾ, ਤੁਹਾਨੂੰ ਕਿਸੇ ਨੇ ਆਪਣਾ ਈਸਟ ਏਸ਼ੀਅਨ ਜਾਂ ਦੂਜੇ ਨਹੀਂ ਕਹਿਣਾ, ਸਾਊਥ ਏਸ਼ੀਅਨ, ਹਾਂਜੀ ਸਾਊਥ ਏਸ਼ੀਅਨ ਤੇ ਕਹਿਣਾ ਹੀ ਕਹਿਣਾ, ਤੁਹਾਨੂੰ ਕਿਸੇ ਨੇ ਈਸਟ ਏਸ਼ੀਅਨ ਨਹੀਂ ਕਹਿਣਾ।
ਤੁਸੀਂ ਪੰਜਾਬੀ ਰਹਿਣਾ ਤੇ ਹੋ ਸਕਦਾ ਕਿ ਕਈ ਵਾਰ ਅਸੀਂ ਆਪਣੇ ਦਿਲੋਂ ਕਹਿ ਦਿੰਦੇ ਜੀ ਆਈ ਐਮ ਕੈਨੇਡੀਅਨ, ਆਈ ਐਮ ਨਾਟ ਪੰਜਾਬੀ। ਨਹੀਂ, ਉਹ ਸਿਟੀਜ਼ਨ ਜਿਹੜੇ ਹੋਏ ਕਹਿੰਦੇ ਆ ਨਹੀਂ ਮੈਂ ਨਹੀਂ ਨਹੀਂ ਜੀ, ਕਈ ਵੈਸੇ ਹੀ ਕਹਿ ਦਿੰਦੇ ਆ, ਉਹਦੇ ਕਹੀ ਜਾਂਦੇ ਹਾਂ, ਕਈ ਕੈਨੇਡਾ ਜਾ ਕੇ ਕੈਨੇਡੀਅਨ ਬਣ ਗਏ। ਨਹੀਂ, ਕੋਈ ਹਰਜ ਵੀ ਨਹੀਂ ਮੇਰਾ ਖਿਆਲ, ਕੋਈ ਇਦਾਂ ਦੀ ਗੱਲ ਨਹੀਂ ਨਹੀਂ ਜੀ, ਬਹੁਤ ਵੱਡਾ ਹਰਜ ਆ। ਸਿਆਣਿਆਂ ਦੇ ਜਿਹੜਾ ਜੜ੍ਹਾਂ ਛੱਡ ਗਿਆ ਨਾ, ਉਹ ਦਰਖਤ ਹੋ ਸਕਦਾ ਇੱਧਰ ਉੱਧਰ ਦੀ ਹਵਾ ਜੇ ਉਹ ਪਾਣੀ ਨਾਲ ਸਰਵਾਈਵ ਕਰ ਜੇ। ਚਲੋ ਮੈਂ ਤੁਹਾਡੀ ਇੱਕ ਗੱਲ ਵਿੱਚ ਟੋਕ ਕੇ ਕਰਨੀ ਚਾਹੁੰਦਾ ਜੀ, ਬਿਨਾਂ ਸ਼ੱਕ ਜੜ ਨਹੀਂ ਛੱਡਣੀ ਚਾਹੀਦੀ। ਔਰ ਤੁਸੀਂ ਦੇਖੋ ਜੀ, ਕੈਨੇਡਾ ਦੇ ਵਿੱਚ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਜਾਂ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ। ਬੇਸ਼ੱਕ ਸਕੂਲਾਂ ਵਿੱਚ, ਦਫ਼ਤਰਾਂ ਵਿੱਚ, ਵਰਕ ਪਲੇਸ ਤੇ ਤੁਹਾਨੂੰ ਅੰਗਰੇਜ਼ੀ ਬੋਲਣੀ ਪੈਂਦੀ ਆ, ਇੱਕ ਕਾਮਨ ਲੈਂਗੁਏਜ ਬਣਾ ਲਈ ਪੂਰੀ ਉਹਨਾਂ ਨੇ ਕੈਨੇਡਾ ਦੀ। ਵੈਸੇ ਤਾਂ ਕੈਨੇਡਾ ਵਿੱਚ ਲੈਂਗੁਏਜ ਵੀ ਦੋ ਹੈਗੀਆਂ, ਇੱਕ ਅੰਗਰੇਜ਼ੀ ਹੈ ਤੇ ਇੱਕ ਫਰੈਂਚ ਹੈ, ਪਰ ਚਲੋ ਬਹੁਤੇ ਥਾਵਾਂ ਤੇ ਅੰਗਰੇਜ਼ੀ ਬੋਲੀ ਜਾਂਦੀ ਹੈ। ਸਾਡੇ ਇਸ ਪ੍ਰੋਵਿੰਸ ਵਿੱਚ ਦੋ ਭਾਸ਼ਾਵਾਂ ਹੈਗੀਆਂ, ਮੈਨੀਟੋਬਾ ਦੇ ਵਿੱਚ, ਵਿਨੀਪੈਗ 'ਚ ਅਸੀਂ ਦੋ ਭਾਸ਼ਾਵਾਂ ਇੱਥੇ ਬੋਲ ਸਕਦੇ ਹਾਂ। ਜਾਂ ਜਿਹੜੇ ਬਾਈਲੈਂਗੁਅਲ ਯਾਨੀ ਦੋਨੋਂ ਭਾਸ਼ਾਵਾਂ ਜਾਣਦੇ ਆ, ਉਹਨਾਂ ਨੂੰ ਨੌਕਰੀ ਪੇਸ਼ੇ ਵਿੱਚ ਵੀ ਪਹਿਲ ਦਿੱਤੀ ਜਾਂਦੀ ਹੈ। ਪਰ ਮੈਂ ਪੰਜਾਬੀ ਭਾਸ਼ਾ ਦੀ ਗੱਲ ਕਰਦਾ, ਜਦੋਂ ਜੀ ਮਰਦਮਸ਼ੁਮਾਰੀ ਹੁੰਦੀ ਹੈ ਉਦੋਂ ਅਸੀਂ ਲੋਕ ਵੀ ਕਹਿੰਦੇ ਆ, ਔਰ ਸਾਰੇ ਗੋਰੇ ਵੀ ਈਵਨ ਕਹਿੰਦੇ ਆ ਕਿ ਜੇ ਤੁਹਾਡੀ ਆਪਦੀ ਕੋਈ ਭਾਸ਼ਾ ਹੈਗੀ ਨਾ ਜੀ, ਤੁਸੀਂ ਜ਼ਰੂਰ ਲਿਖਾਓ। ਤੁਸੀਂ ਅੰਗਰੇਜ਼ੀ ਤਾਂ ਬੋਲਦੇ ਹੀ ਹੋ, ਪਰ ਤੁਸੀਂ ਘਰ ਵਿੱਚ ਦੇ ਅੰਦਰ, ਚਾਰ ਦੀਵਾਰੀ ਦੇ ਅੰਦਰ ਜਿਹੜੀ ਭਾਸ਼ਾ ਆਪਦੇ ਬੱਚਿਆਂ ਨਾਲ, ਆਪਦੇ ਮਾਪਿਆਂ ਨਾਲ ਜਿਹੜੀਆਂ ਗੱਲਾਂ ਕਰਦੇ ਹੋ, ਉਹ ਭਾਸ਼ਾ ਜਿਹੜੀ ਹੈ ਨਾ, ਉਹ ਵੀ ਲਿਖਾਓ। ਔਰ ਮੈਂ ਤੁਹਾਨੂੰ ਦੱਸ ਕੇ ਖੁਸ਼ੀ ਜਾਂ ਮਾਣ ਕਹਿ ਲਓ ਮਹਿਸੂਸ ਕਰਦਾ, ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ 5 ਭਾਸ਼ਾਵਾਂ ਘਰਾਂ ਵਿੱਚ ਬੋਲੀਆਂ ਜਾਂਦੀਆਂ, ਉਹਨਾਂ 5 ਵਿੱਚ ਪੰਜਾਬੀ ਦਾ ਨਾਂ ਸ਼ਾਮਲ ਹੋ ਗਿਆ। ਮਾਣ ਵਾਲੀ ਗੱਲ ਹੈ, ਪੰਜਾਬੀ ਲੋਕਾਂ ਨੇ ਉੱਥੇ ਆਪਦੀ ਭਾਸ਼ਾ ਜਿਹੜੀ ਆ ਉਹ ਪੰਜਾਬੀ ਲਿਖਵਾਈ ਆ ਮਰਦਮਸ਼ੁਮਾਰੀ ਦੇ ਮੌਕੇ ਤੇ। ਇੱਕ ਚੰਗੀ ਗੱਲ ਉਂਝ ਵੈਸੇ ਦੱਸਿਆ ਗਿਆ ਜੀ ਕਿ ਕੈਨੇਡਾ ਤੋਂ ਇਲਾਵਾ ਆਸਟ੍ਰੇਲੀਆ ਇੱਕ ਸਭ ਤੋਂ ਵੱਡਾ ਕੰਟਰੀ ਆ ਜਿੱਥੇ 350 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ। ਬਿਲਕੁਲ ਜੀ, ਬਿਲਕੁਲ। ਔਰ ਵਿਕਟੋਰੀਆ ਉੱਥੋਂ ਦਾ ਇੱਕ ਸੂਬਾ ਹੈ ਹਾਂਜੀ, ਜਿੱਥੇ ਪੰਜਾਬੀ ਸਭ ਤੋਂ ਵੱਧ ਬੋਲੀ ਗਈ। ਉਂਝ ਤਾਂ ਮੈਲਬੌਰਨ ਆ, ਪਰਥ ਹੈ, ਸਾਰੇ ਜਿਹੜੇ ਉੱਥੇ ਸ਼ਹਿਰ ਵੱਡੇ ਹੈਗੇ ਆ, ਉਹਨਾਂ ਸਾਰੇ, ਹਾਂਜੀ, ਉਹਨਾਂ ਸਾਰਿਆਂ ਦੇ ਵਿੱਚ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਰਹਿੰਦੇ। ਸਾਡੇ ਲੋਕ ਬਿਜ਼ਨੈਸਿਸ ਵੀ ਕਰਦੇ ਹੈਗੇ ਆ, ਜੌਬਾਂ ਵੀ ਕਰਦੇ ਆ, ਟਰੱਕਿੰਗ ਇੰਡਸਟਰੀ ਵਿੱਚ ਵੀ ਹੈਗੇ ਆ, ਜਿਵੇਂ ਇੱਥੇ ਕੈਨੇਡਾ 'ਚ ਸੇਮ ਉੱਥੇ ਹੈਗਾ। ਪਰ ਵਿਕਟੋਰੀਆ ਦੇ ਵਿੱਚ ਸਭ ਤੋਂ ਵੱਧ ਪੰਜਾਬੀਆਂ ਨੇ ਆਪਦੀ ਭਾਸ਼ਾ ਪੰਜਾਬੀ ਲਿਖਵਾਈ। ਕਈ ਵਾਰੀ ਤੁਸੀਂ ਗੱਲ ਕਰਦੇ ਨਾ, ਕਈ ਵਾਰੀ ਨਹੀਂ ਲਿਖਾਉਂਦੇ, ਬੋਲਦੇ ਆ, ਲਿਖਾਉਂਦੇ ਨਹੀਂ, ਪਰ ਉਹਨਾਂ ਨੇ ਮਾਣ ਹਾਸਲ ਕੀਤਾ ਕਿ ਉਹਨਾਂ ਨੇ ਆਪਣੀ ਭਾਸ਼ਾ ਪੰਜਾਬੀ ਲਿਖਵਾਈ। ਬਿਲਕੁਲ ਜੀ, ਇਹ ਪ੍ਰੋਬਲਮ ਆਉਂਦੀ ਆ ਕੈਨੇਡਾ 'ਚ ਓਵਰਆਲ ਜਿੰਨੇ ਪੰਜਾਬੀ ਆ, ਜਦੋਂ ਪੰਜਾਬੀ ਭਾਸ਼ਾ ਘਰ 'ਚ ਬੋਲਣ ਦੀ ਕਈ ਵਾਰ ਗੱਲ ਆ ਜਾਂਦੀ, ਉਹ ਘਟ ਜਾਂਦਾ ਨੰਬਰ। ਜਾਂ ਤੇ ਅਸੀਂ ਨੈਗਲੀਜੈਂਸ ਕਹਿ ਲਈਏ, ਅਣਗਹਿਲੀ ਆ ਜੀ, ਚਲੋ ਟਿਕ ਕਰ ਦਿਓ ਇੰਗਲਿਸ਼, ਜਾਂ ਕਈ ਵਾਰ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਸੁਪੀਰੀਅਰ ਦਿਖਾਉਣ ਦੇ ਮਾਰੇ ਇੰਗਲਿਸ਼ ਟਿਕ ਕਰ ਦਿੰਦੇ ਹਾਂ। ਉਹ ਚੀਜ਼ ਕਾਊਂਟ ਹੁੰਦੀ ਜੇ। ਬਿਲਕੁਲ ਬਿਲਕੁਲ। ਕੱਲ ਨੂੰ ਤੁਹਾਡੀ ਭਾਸ਼ਾ ਕਿਤੇ ਲਾਗੂ ਹੋਣੀ ਹੈ ਕਿਸੇ ਜਗ੍ਹਾ ਤੇ ਇਹ ਚੀਜ਼ ਕਾਊਂਟ ਹੋਣੀ। ਜਿਵੇਂ ਤੁਸੀਂ ਕਹਿੰਦੇ ਨਾ ਪੰਜਾਬੀ ਸੂਬਾ ਬਣਿਆ, ਹਾਂਜੀ ਹਾਂਜੀ, ਇਹਨਾਂ ਮੁਲਕਾਂ ਦੇ ਵਿੱਚ ਵੀ ਜੇ ਤੁਸੀਂ ਘਰ ਵਾਲੀ ਭਾਸ਼ਾ ਪੰਜਾਬੀ ਲਿਖਾਓਗੇ, ਹੋ ਸਕਦਾ ਪੰਜਾਬੀ ਦਾ ਇੱਕ ਨਾ ਇੱਕ ਦਿਨ ਉਹ ਮੁਕਾਮ ਆ ਜੇ, ਹਾਂਜੀ, ਕਿ ਬੋਰਡਾਂ ਤੇ ਦੂਜੀ ਜਗ੍ਹਾ ਤੇ ਇਹਨੂੰ ਹੌਲੀ ਹੌਲੀ ਜਗ੍ਹਾ ਮਿਲ ਜੇ। ਬਿਲਕੁਲ, ਇੱਕ ਮੁਕਾਮ ਮਿਲਦਾ ਜੀ। ਮੈਂ ਦੱਸਣਾ ਚਾਹੁੰਦਾ ਜੀ, ਬਹੁਤ ਸਾਰੇ ਸਕੂਲਾਂ ਵਿੱਚ, ਵਿਨੀਪੈਗ ਦੇ ਮੈਂ ਬਹੁਤ ਸਾਰੇ ਸਕੂਲਾਂ ਵਿੱਚ ਦੇਖਿਆ ਜੀ, ਉੱਥੇ ਬਾਹਰ ਬੋਰਡ ਤੇ ਲਿਖਿਆ ਹੋਇਆ ਕਿ ਇੱਥੇ ਭੰਗੜਾ ਸਿਖਾਇਆ ਜਾਂਦਾ ਹੈ। ਹਾਂਜੀ, ਜਾਂ ਜੇ ਬਾਹਰ ਬੋਰਡ ਹੈ ਉੱਥੇ ਮਲਟੀ ਕਲਚਰਲ ਸਟੂਡੈਂਟਸ ਦੀਆਂ ਫੋਟੋਆਂ, ਤੇ ਉੱਥੇ ਪਟਕਾ ਬੰਨੀ ਪੰਜਾਬੀ ਮੁੰਡੇ ਦੀ ਫੋਟੋ ਵੀ ਹੈਗੀ। ਹਾਂ ਬਿਲਕੁਲ ਬਿਲਕੁਲ। 2 ਗੁੱਤਾਂ ਕੁੜੀ ਕਰੀ, ਰਿਬਨ ਬੰਨੀ ਕੁੜੀ ਦੀ ਫੋਟੋ ਵੀ ਹੈਗੀ। ਬਿਲਕੁਲ ਬਿਲਕੁਲ। ਉਹ ਦੱਸਣ ਤੋਂ ਭਾਵ ਆ ਕਿ ਇੱਥੇ ਅਸੀਂ ਮਲਟੀ ਕਲਚਰਲ ਕੰਟਰੀ ਵਿੱਚ ਰਹਿੰਦੇ ਹਾਂ, ਤੇ ਆਪੋ ਆਪਣੇ ਸੱਭਿਆਚਾਰ ਦਾ ਪ੍ਰਚਾਰ ਪ੍ਰਸਾਰ, ਉਹ ਬੋਲਣ ਚਾਲਣ ਦੇ ਵਿੱਚ ਤੁਹਾਨੂੰ ਪੂਰਾ ਰਾਈਟ ਹੈ, ਖੁੱਲ੍ਹ ਹੈ। ਇਸ ਤਰੀਕੇ ਦੀ ਕੈਨੇਡਾ ਡੇ ਦੀ ਮਹੱਤਤਾ ਜਾਣਨ ਦੇ ਲਈ ਇਹ ਵੀ ਜ਼ਰੂਰੀ ਆ ਕਿ ਕੈਨੇਡਾ ਦੇ ਵਿੱਚ ਤੁਸੀਂ ਆਪਦੀ ਭਾਸ਼ਾ ਬੋਲ ਸਕਦੇ ਹੋ। ਆਪਦੀ ਭਾਸ਼ਾ, ਆਪਦਾ ਸੱਭਿਆਚਾਰ, ਆਪਦਾ ਪਹਿਰਾਵਾ, ਆਪਦਾ ਖਾਣ ਪੀਣ, ਬਿਲਕੁਲ ਪਹਿਨਣ ਪਚਰਨ, ਤੁਸੀਂ ਆਪਣੇ ਕਾਰ ਵਿਹਾਰ, ਆਪਣੇ ਰਸਮੋ ਰਿਵਾਜ ਜਿਹੜੇ ਆ ਉਹ ਉੱਦਾਂ ਹੀ ਕਾਇਮ ਰੱਖ ਸਕਦੇ। ਪਰ ਇਹਦੇ ਬਾਵਜੂਦ ਇੱਕ ਜਿਹੜਾ ਹੀਰਵਾ ਸਾਡੇ ਮਨ ਵਿੱਚ ਰਹਿੰਦਾ, ਭਾਵੇਂ ਅਸੀਂ ਆ ਕੇ ਇੱਥੇ ਰਹਿ ਗਏ ਜੀ, ਦੂਜੀ ਤੀਜੀ ਪੀੜ੍ਹੀ ਬਾਰੇ ਕਿਹਾ ਜਾਂਦਾ ਨਾ ਜੀ ਕਿ ਉਹ ਫਿਰ ਉਹ ਪੰਜਾਬੀ ਨਹੀਂ ਰਹਿੰਦੇ। ਹਾਂਜੀ, ਇਹ ਇੱਕ ਸਾਨੂੰ ਆਪਣੇ ਆਪ ਤੇ ਲਾਂਭਾ ਹੁੰਦਾ ਕਿ ਅਸੀਂ ਆ ਗਏ, ਚਲੋ ਸਾਡੇ ਬੱਚੇ ਜਿਹੜੇ ਨਾਲ ਆਏ ਸੀ ਉਹ ਤਾਂ ਪੰਜਾਬੀ ਜਾਣਦੇ ਆ, ਜਾਂ ਪੰਜਾਬੀ ਸੱਭਿਆਚਾਰ ਦਾ ਉਹਨਾਂ ਨੂੰ ਪਤਾ ਹੈ, ਪਹਿਰਾਵੇ ਦਾ ਪਤਾ ਹੈ, ਉਹਨਾਂ ਨੂੰ ਧਰਮ ਦਾ ਪਤਾ, ਪਰ ਉਸ ਤੋਂ ਅਗਲੀ ਪੀੜ੍ਹੀ ਜਿਹੜੀ ਉਹ ਦੂਰ ਹੋ ਜਾਂਦੀ। ਇਹਦੇ ਲਈ ਜਿਹੜਾ ਫਿਰ ਘਰ ਦਾ ਵਾਤਾਵਰਨ ਉਸ ਤਰੀਕੇ ਦਾ ਬਣਾਉਣਾ ਪਊਗਾ। ਉਹੀ ਉਹ ਕਈ ਵਾਰ ਅਸੀਂ ਵੀ ਗੱਲ ਕਰਦੇ ਹੁੰਦੇ ਕਿ ਨਿਗਾਰ ਤੇ ਨਿਖਾਰ, ਉੱਥੇ ਖੱਖਾ ਪੈਂਦਾ ਤੇ ਉੱਥੇ
ਘੱਗਾ ਪੈਂਦਾ ਤੇ ਸਿਰਫ ਇੱਕ ਅੱਖਰ ਦਾ ਫਰਕ ਆ। ਨਿਖਾਰ ਲਿਆਉਣਾ ਤੇ ਉਹਦੇ ਚ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਕਿਹੜੀ ਕਿਹੜੀ ਚੀਜ਼ਾਂ ਨਾਲ ਨਿਖਾਰ ਲਿਆ ਸਕਦੇ ਹੋ। ਤੇ ਨਿਗਾਰ ਲਿਆਉਣਾ ਦੇ ਵਿੱਚ ਘੱਗਾ ਹੀ ਪਾਉਣ ਦੀ ਲੋੜ ਆ, ਕੋਈ ਵੱਡੀ ਗੱਲ ਨਹੀਂ। ਘੱਗੇ ਦਾ ਮਤਲਬ ਹੁੰਦਾ ਵੀ ਘੱਗੇ ਜਿਹੇ ਹੋ ਕੇ ਬਹਿ ਜਾਓ ਵੀ ਚੱਲ ਕੋਈ ਨਹੀਂ ਬੱਚੇ ਗਾ ਬਣ ਜਾਓ। ਹਾਂ ਵੀ ਬੱਚਿਆਂ ਨੇ ਗਾ ਕੋਈ ਨਹੀਂ ਇਹਨਾਂ ਅੰਗਰੇਜ਼ੀ 'ਚ ਹੀ ਪੜ੍ਹਨਾ, ਅੰਗਰੇਜ਼ੀ ਇਹਨਾਂ ਨਾਲ ਵਾਹ ਪੈਣਾ, ਇਹਨਾਂ ਦਾ ਲਿਖਣ ਦੀ ਭਾਸ਼ਾ ਵੀ ਅੰਗਰੇਜ਼ੀ ਆ, ਬੋਲ ਚਾਲ ਦੀ ਵੀ ਅੰਗਰੇਜ਼ੀ, ਇਹਨਾਂ ਦਾ ਕਿਹੜਾ ਪੰਜਾਬੀਆਂ ਨਾਲ ਵਾਹ ਪੈਣਾ। ਮੈਨੂੰ ਸਭ ਤੋਂ ਘਟੀਆ ਇੱਕ ਸ਼ਬਦ ਜਿਹੜਾ ਰੜਕਦਾ ਆ, ਮੈਂ ਜਿਉਂ ਤੋਂ ਵਿਦੇਸ਼ 'ਚ ਆਇਆ ਆ, ਦੇਸੀ। ਆਪਣੇ ਆਪ ਨੂੰ ਕਹੀ ਜਾਂਦੇ ਸੀ ਦੇਸੀ? ਨਹੀਂ ਜੀ, ਅਸੀਂ ਹੀ ਕਹਿੰਦੇ ਆ ਆਪਣੇ ਆਪ ਨੂੰ, ਕਹਿੰਦੇ ਅਸੀਂ ਹੀ ਕਹਿੰਦੇ ਆ ਦੇਸੀ। ਸਾਡਾ ਸਿਆਪਾ ਪਤਾ ਕੀ ਆ, ਅਸੀਂ ਜ਼ਿੰਦਗੀ 'ਚ ਹਮੇਸ਼ਾ ਹੀ, ਮੈਂ ਵੀ ਇਹਦੇ 'ਚ ਗੁਨਾਹਗਾਰ ਆ, ਬਾਕੀ ਤੁਸੀਂ ਹੋ ਸਕਦਾ ਕੋਈ ਨਾ ਸਮਝੋ, ਅਸੀਂ ਜਦੋਂ ਬਾਹਰਲੇ ਮੁਲਕ ਦਾ ਮੁਲਾਂਕਣ ਕਰਦੇ ਆ ਨਾ, ਮੁਲਾਂਕਣ ਹੁੰਦਾ ਐਵੈਲੂਏਸ਼ਨ ਕਰਦੇ ਆ, ਅਸੀਂ ਹਮੇਸ਼ਾ ਇਹ ਬਾਹਰਲਾ ਮੁਲਕ ਛੱਡੋ ਜੀ, ਅਸੀਂ ਗਵਾਂਢੀਆਂ ਦੇ ਘਰ ਇੰਨਾ ਕੰਮ ਹੋਏ ਤਾਂ ਅਸੀਂ ਇੰਨਾ ਵਹਿੰਦੇ ਆ, ਬਗਾਨੇ ਦੀ ਥਾਲੀ 'ਚ ਲੱਡੂ ਵੱਡਾ ਦਿਸਦਾ। ਬਿਲਕੁਲ ਬਿਲਕੁਲ। ਇਹ ਸਾਡਾ ਜਿਹੜਾ ਕਨਸੈਪਟ ਆ, ਇਹ ਸਾਨੂੰ ਜਾਂ ਤੇ ਖਤਮ ਕਰਨਾ ਪੈਣਾ। ਜੇ ਖਤਮ ਨਹੀਂ ਕਰ ਸਕਦੇ, ਇਹ 'ਚ ਸੁਧਾਰ ਕਰਨਾ ਪੈਣਾ ਵੀ ਸਾਨੂੰ ਆਪਣਾ ਲੱਡੂ ਤੇ ਉਹਨਾਂ ਦਾ ਲੱਡੂ ਬਿਨਾਂ ਪਰਖਿਆਂ ਤੋਂ ਉਹਦੇ ਤੇ ਡਿਸੀਜਨ ਨਹੀਂ ਲੈਣਾ ਪੈਣੀ। ਤੇ ਜੇ ਇਹ ਚੀਜ਼ਾਂ ਸਾਡੇ 'ਚ ਖਤਮ ਹੋ ਗਈਆਂ, ਅਸੀਂ ਇਹਨਾਂ ਦੇਸ਼ਾਂ ਨਾਲੋਂ ਕਿਤੇ ਅੱਗੇ ਲੰਘ ਜਾਣਾ। ਪਰ ਮੈਂ ਜਿਹੜੀ ਗੱਲ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਸੀਗੀ ਉਹ ਇਹ ਸੀਗੀ ਕਿ ਅਸੀਂ ਇੱਥੇ ਆ ਕੇ ਮਾਣ ਜਿਹਾ ਮਹਿਸੂਸ ਕਰਦੇ ਹਾਂ, ਤੇ ਨਾਲ ਇਹ ਵੀ ਕਹਿੰਦੇ, ਜਿਵੇਂ ਮੈਂ ਕਿਹਾ ਕਿ ਸਾਨੂੰ ਆਪਦੀ ਬੋਲੀ ਬੋਲਣ ਦਾ ਪੂਰਾ ਹੱਕ ਹੈ, ਸੱਭਿਆਚਾਰ ਜਿਹੜਾ ਹੈਗਾ ਉਹਦਾ ਪ੍ਰਗਟਾਵਾ ਕਰਨ ਦਾ ਹੱਕ ਹੈ, ਕੱਪੜੇ ਪਾਉਣ ਦਾ ਹੱਕ ਹੈ, ਆਪਣੇ ਤਰੀਕੇ ਦਾ ਖਾਣਾ ਬਣਾਉਣ ਖਾਣ ਦਾ ਹੱਕ ਹੈ, ਜਿੱਦਾਂ ਦਾ ਮਰਜ਼ੀ ਪਹਿਰਾਵਾ ਅਸੀਂ ਜੇ ਪਿਛੋਕੜ ਵਿੱਚ ਅਸੀਂ ਜਿੱਦਾਂ ਦਾ ਮਰਜ਼ੀ ਪਹਿਰਾਵਾ ਪਾਉਂਦੇ ਸੀ ਉਹ ਇੱਥੇ ਵੀ ਪਾ ਸਕਦੇ। ਬਿਲਕੁਲ ਜੀ। ਇੰਨੀਆਂ ਖੁੱਲ੍ਹਾਂ ਹੋਣ ਦੇ ਬਾਵਜੂਦ ਜਿਹੜਾ ਸਾਡਾ ਹੇਰਵਾ ਹੈ, ਸਾਡਾ ਜਿਹੜਾ ਗਮ ਹੈ, ਅੰਦਰ ਕਿਤੇ ਚੀਸ ਉੱਠਦੀ ਹੈ ਕਿ ਯਾਰ ਆਹ ਤਾਂ ਕਹਿ ਕੈਨੇਡਾ ਖੁੱਲ੍ਹਾਂ ਦਾ ਬਹੁਤ ਹੈ, ਪਰ ਉਹ ਗੱਲ ਨਹੀਂ। ਇਹ ਕੀ ਮਸਲਾ? ਬਿਲਕੁਲ ਜੀ, ਮੈਂ ਚੰਦ ਲਾਈਨਾਂ ਤੁਹਾਨੂੰ ਬਾਅਦ 'ਚ ਸੁਣਾਵਾਂਗਾ। ਸਾਡੇ ਨਾ ਬਜ਼ੁਰਗ ਗੱਲ ਸੁਣਾਉਂਦੇ ਹੁੰਦੇ ਸੀਗੇ ਕਿ ਕਿੱਲੇ ਨਾਲੋਂ ਖੋਲ ਕੇ ਜਦੋਂ ਪਿੱਛੇ ਨਾ ਡੰਗਰ ਲੋਕੀ ਚਾਰਨ ਜਾਂਦੇ ਹੁੰਦੇ ਸੀ, ਹੁਣ ਤਾਂ ਚਲੋ ਕਨਸੈਪਟ ਜਿਹਾ ਖਤਮ ਹੋ ਗਿਆ, ਡੰਗਰ ਚਾਰਨ ਜਾਂਦੇ ਹੁੰਦੇ ਸੀ। ਡੰਗਰ ਹੀ ਹੈ ਨਹੀਂ ਚਾਰਨਾ। ਹਾਂਜੀ, ਤੇ ਚਾਰ ਗਾਵਾਂ ਖੁੱਲੀਆਂ ਹੁੰਦੀਆਂ ਸੀ, ਤੇ ਉਹ ਕਹਿੰਦੇ ਕਿ ਕਿੱਲੇ ਨਾਲੋਂ ਖੋਲ ਕੇ ਨਾ ਡੰਗਰ ਭਾਵੇਂ ਤੁਸੀਂ 10 ਕਿਲੋਮੀਟਰ ਦੇ ਚਾਰ ਲੈ ਜਾਓ ਨਾ, ਤੇ ਜਦੋਂ ਸ਼ਾਮਾਂ ਪੈਂਦੇ ਤੇ ਡੰਗਰ ਆਟੋਮੈਟਿਕਲੀ ਪਿੱਛੇ ਨੂੰ ਤੁਰ ਪੈਂਦੇ ਸੀ, ਆਪਣੇ ਕਿੱਲੇ ਤੇ ਆ ਜਾਂਦਾ। ਤੇ ਉਹ ਤੇ ਡੰਗਰ ਸੀਗੇ, ਅਸੀਂ ਤੇ ਇਨਸਾਨ ਆ ਨਾ। ਤੁਸੀਂ ਲੱਖ ਕਰੋੜ ਮਿਲੀਅਨੇਰ ਹੋ ਜਾਓ, ਬਿਲੀਅਨੇਰ ਹੋ ਜਾਓ, ਜਦੋਂ ਕਿਤੇ ਇਕਾਂਤ 'ਚ ਹੋਗੇ ਨਾ, ਬਿਲਕੁਲ ਇਕਾਂਤ 'ਚ, ਉਦੋਂ ਤੁਹਾਨੂੰ ਇੱਕ ਚੀਜ਼ ਚੇਤੇ ਆਊਗੀ ਵੀ ਹਾਂ ਉੱਥੇ ਅਤੀਤ 'ਚ ਕੀ ਸੀ। ਬਿਲਕੁਲ। ਸਿਆਣਿਆਂ ਦੇ ਜਦੋਂ ਟੁੱਟੇ ਹੋਈਏ ਨਾ, ਜਾਂ ਉਦੋਂ ਰੱਬ ਚੇਤੇ ਆਉਂਦਾ ਜਾਂ ਘਰ ਚੇਤੇ ਆਉਂਦਾ। ਤੇ ਜਦੋਂ ਅਸੀਂ ਬਹੁਤ ਜ਼ਿਆਦਾ ਤੱਕ ਅਮੀਰ ਹੋ ਜਾਂਦੇ, ਜਦ ਚਾਰ ਚੁਫੇਰੇ ਸਾਡੇ ਰੌਣਕਾਂ ਬੜੀਆਂ ਹੋ ਜਾਂਦੀਆਂ, ਉਦੋਂ ਸਾਨੂੰ ਪਿਛੋਕੜ ਵੀ ਭੁੱਲਦਾ, ਉਦੋਂ ਰੱਬ ਵੀ ਭੁੱਲਦਾ। ਬਿਲਕੁਲ ਠੀਕ ਤੁਹਾਡੀ ਗੱਲ। ਬੰਦਾ ਰੱਬ ਨੂੰ ਜੱਬ ਕਦੋਂ ਕਹਿੰਦਾ? ਜਦੋਂ ਉਹਦੇ ਚਾਰ ਚੁਫੇਰੇ ਜੱਬ ਪਏ ਹੁੰਦੇ ਆ ਵੀ ਮੇਰੇ ਕੋਲ ਆ ਵੀ ਹੈਗਾ, ਕੋਈ ਨਹੀਂ ਜੀ, ਆ ਵੀ ਹੈਗਾ, ਮੈਂ ਦਾਰੂ ਵੀ ਪੀਣਾ, ਮੈਂ ਇੱਧਰ ਵਾਰਾਗਰਦੀਆਂ ਵੀ ਕਰਨਾ, ਮੇਰੇ ਕੋਲ ਸਾਰਾ ਦੁਨੀਆ ਭਰ ਦੇ ਭੰਡਾਰ ਹੈਗੇ, ਇੰਨਾ ਕਿ ਮੇਰੇ ਕੋਲ ਪੈਸਾ ਵੀ ਮੈਨੂੰ ਲੋੜ ਹੀ ਨਹੀਂ ਸੋਚਣ ਦੀ। ਉਦੋਂ ਅਸੀਂ ਉਹਦੇ ਬਾਰੇ ਪਿਛੋਕੜ ਦਾ ਘਰ ਅਸੀਂ ਕਦੋਂ ਭੁੱਲ ਜਾਂਦੇ ਆ ਪੰਜਾਬ ਦਾ, ਜਦੋਂ ਅਸੀਂ ਕਹਿੰਦੇ ਜੀ ਇਸ ਦੇਸ਼ ਨੇ ਸਾਨੂੰ ਸਭ ਕੁਝ ਦਿੱਤਾ, ਸਾਡਾ ਉੱਥੇ ਹੈ ਹੀ ਕੱਖ ਨਹੀਂ। ਬਿਲਕੁਲ ਬਿਲਕੁਲ। ਉੱਥੇ ਪਿਓ ਨਾ ਹੁੰਦਾ, ਉੱਥੇ ਮਾਂ ਨਾ ਹੁੰਦੀ, ਉੱਥੇ ਘਰ ਨਾ ਹੁੰਦਾ, ਉਸ ਧਰਤੀ ਤੇ ਤੁਸੀਂ ਪਹਿਲੇ ਪੈਰ ਨਾ ਧਰਦੇ ਤੇ ਇੱਥੇ ਬਣਾ ਹੁੰਦਾ। ਉਹਨੇ ਕਿਸੇ ਰਾਈਟਰ ਨੇ ਕਿਹਾ ਨਾ ਕਿ ਜੇ ਦੁਨੀਆ ਤੇ ਮਾਂ ਨਾ ਹੁੰਦੀ ਤੇ ਤੇਰੀ ਇਸ ਜੱਗ 'ਚ ਥਾਂ ਨਾ ਹੁੰਦੀ। ਬਿਲਕੁਲ ਤੁਹਾਡੀ ਗੱਲ ਠੀਕ। ਵੀ ਪਹਿਲੀ ਗੱਲ ਤੇ ਇਹ ਵੀ ਜਿਹੜਾ ਮਾਂ ਪਿਓ ਆ ਨਾ, ਜਿਵੇਂ ਅਸੀਂ ਅਕਸਰ ਵੀ ਜ਼ਿਕਰ ਕਰਦੇ, ਸੇਮ ਚੀਜ਼ ਹੈ ਭਾਜੀ। ਚਲੋ ਮੈਂ ਪਹਿਲਾਂ ਚੰਦ ਲਾਈਨਾਂ ਸੁਣਾ ਲਾਂ ਕਿਉਂਕਿ ਗੱਲ ਬੜੀ ਲੰਮੀ ਚਲੀ ਜਾਣੀ ਹੈ, ਕਿਉਂਕਿ ਇਹਦੇ ਤੇ ਮੈਨੂੰ ਐਕਸਪਰਟ ਗਿਣ ਲਓ ਇਸ ਚੀਜ਼ ਤੇ ਬੋਲਣ ਦੀ। ਜਦੋਂ ਅਸਲ 'ਚ ਪਤਾ ਜੀ ਗੱਲ ਸ਼ੁਰੂ ਹੁੰਦੀ ਨਾ, ਤੇ ਫਿਰ ਗੱਲ ਦੀ ਗਾਂ ਕੜੀ ਦੀ ਕੜੀ ਜੁੜੀ ਜਾਂਦੀ ਹੈ। ਬਿਲਕੁਲ, ਕੰਟਰੋਲ ਆਪਣੇ ਕੋਲ ਨਹੀਂ ਰਹਿੰਦਾ। ਹਾਂਜੀ ਹਾਂਜੀ ਹਾਂਜੀ। ਕਿ ਵਿਦੇਸ਼ਾਂ 'ਚ ਆ ਕੇ ਨਾ ਅਸੀਂ ਕੀ ਚੀਜ਼ ਮਹਿਸੂਸ ਕਰਦੇ ਹਾਂ, ਕਿਉਂਕਿ ਇੱਥੇ ਅਸੀਂ ਸਭ ਕੁਝ ਪਾ ਲਈਏ, ਸੋਹਣੇ ਘਰ ਕਾਰਾਂ ਸਭ ਕੁਝ, ਲੇਕਿਨ ਕਈ ਵਾਰ ਹੁੰਦੇ ਕਿ ਉਸ ਜਿਹੜੇ ਸਾਦੇ ਜਿਹੇ ਕੱਪੜੇ ਆ ਨਾ, ਉਹ ਭੁੱਲਦੇ ਨਹੀਂਗੇ ਬੰਦੇ ਨੂੰ। ਹਾਂਜੀ ਹਾਂਜੀ। ਕਿ ਵਿਦੇਸ਼ਾਂ 'ਚ ਆ ਕੇ ਮੈਂ ਚਾਹੇ ਕੁਝ ਨਾ ਖੋਇਆ, ਜਾਂ ਦੂਜੇ ਪਾਸੇ ਹੀ ਕਹਿ ਲੈਣੇ ਕਿ ਵਿਦੇਸ਼ਾਂ 'ਚ ਆ ਕੇ ਮੈਂ ਥੋੜਾ ਕੁਝ ਖੋਇਆ, ਨਾ ਖੁੱਲ ਕੇ ਹੱਸਿਆ ਤੇ ਨਾ ਖੁੱਲ ਕੇ ਰੋਇਆ। ਕੀ ਬਾਤ ਹੈ। ਕਦੀ ਖੋਇਆ ਤੇ ਕੁਝ ਨਹੀਂ, ਗੋਇਆ ਕੁਝ ਨਹੀਂ। ਲੇਕਿਨ ਸਾਡੀਆਂ ਭੈਣਾਂ ਜਿਹੜੀਆਂ ਮਾਵਾਂ, ਇੱਥੇ ਉਹਨਾਂ ਨੂੰ ਪੁੱਛੋ ਕਦੀ ਉਹ ਦੁਹੱਥੜ ਮਾਰੀ ਹੈ ਜਿਹੜੀ ਉੱਥੇ ਟਰਾਲੀ ਤੇ ਚੜ੍ਹਨ ਲੱਗੇ ਮਕਾਨ ਤੇ ਮਾਰਦੀਆਂ ਸੀ?
ਵੇ ਬਾਪੂ ਸਾਨੂੰ ਨਾਲ ਹੀ ਲੈ ਜਾ। ਹਾਂ ਇੱਥੇ ਕਹਿ ਸਕਦੇ ਆ। ਇੱਥੇ ਤਾਂ ਅਗਲੇ ਦੇ ਘਰ ਜਾਂਦੇ ਜਦੋਂ ਥੋੜੀ ਜਿਹੀ ਧੌਣ ਜੀ ਨੀਵੀਂ ਜੀ ਸੁੱਟ ਕੇ ਮਾੜਾ ਹੋਇਆ ਜੀ, ਬਸ ਇੰਨਾ ਹੀ ਆ। ਉਸ ਤੋਂ ਬਾਅਦ ਚਾਹ ਆ ਜਾਂਦੀ ਆ ਤੇ ਸਾਰਾ ਕੁਝ ਹੋ ਜਾਂਦਾ। ਫਿਰ ਕਹਿੰਦੇ ਜੀ ਵੀ ਕਿੱਦਣ ਆ ਲਾਸਟ ਜਿਹੜੀ ਕਿਰਿਆ ਵਗੈਰਾ ਜਾਂ ਕਿੱਦਣ ਆ, ਜਾਂ ਸਾਡੇ 'ਚ ਕਹਿ ਦਿੰਦੇ ਜੀ ਅਖੰਡ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਰਖਾਉਣਾ ਜਾਂ ਕਿੱਦਣ ਖਤਮ ਕਹਾਣੀ। ਉੱਥੇ ਤਾਂ ਮਾਈਆਂ ਬਜ਼ੁਰਗ ਮਗਰੋਂ ਮਾਰਦਾ ਸੀ ਤੇ ਆਪਣੇ ਘਰੋਂ ਹੀ ਸ਼ੁਰੂ ਹੋ ਜਾਂਦੀਆਂ। ਨਹੀਂ ਪਰ ਦੇਖੋ ਮੈਨੂੰ ਲੱਗਦਾ ਕਿ ਭਾਵੇਂ ਉਹ ਚਲੋ ਸਾਡੇ ਸੱਭਿਆਚਾਰ ਦਾ ਹਿੱਸਾ ਬਣ ਚੁੱਕਾ, ਪਰ ਉਹਨਾਂ ਦਾ ਉਸ ਤਰੀਕੇ ਨਾਲ ਰੋਣਾ ਜਿਹੜਾ ਵਾ ਉਹਨੂੰ ਪਖੰਡ ਨਹੀਂ ਕਿਹਾ ਜਾ ਸਕਦਾ। ਨਾ ਜੀ, ਸੱਚੀ ਹੂਕ ਉਹਨਾਂ ਦੇ ਅੰਦਰੋਂ ਨਿਕਲਦੀ ਆ। ਖਾਸ ਕਰਕੇ ਜਦੋਂ ਬਾਪ ਦੀ ਡੈਥ ਹੁੰਦੀ ਤੇ ਉਹਦੀ ਧੀ ਦਾ ਹਾਲ ਦੇਖਿਆ ਹੀ ਹੁੰਦਾ। ਚਲੋ ਇੱਕ ਵਾਈਫ ਦੀ ਘਰ ਵਾਲੀ ਦੀ ਵੀ ਹੁੰਦੀ ਆ, ਉਹਦੀ ਭੈਣਾਂ ਦੀ ਵੀ ਹੋ ਸਕਦੀ ਹੈ, ਪਰ ਧੀਆਂ ਵਾਸਤੇ ਉਹ ਮੰਜ਼ਰ ਜਿਹੜਾ ਉਹ ਦੇਖਣਾ ਉਹ ਬੜਾ ਔਖਾ। ਹਰ ਇੱਕ ਵਾਸਤੇ ਜੀ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਗਿਆ ਹੁੰਦਾ। ਸਿਆਣੇ ਆਂਦੇ ਨਾ ਵੀ ਮੈਂ ਰੋਣੇ ਸੱਜਣਾ ਦੇ ਮੈਂ ਬੈਠ ਕੇ ਧੂਏ ਦੇ ਪੱਜ ਰੋਈ। ਉਹ ਧੂਏ ਦਾ ਪੱਜ ਇਸੇ ਕਰਕੇ ਹੁੰਦਾ ਕਿ ਦਿਲ 'ਚ ਕੋਈ ਨਾ ਕੋਈ ਚੀਜ਼ ਹੁੰਦੀ। ਕਿਸੇ ਨੇ ਆਪਣਾ ਪਿਓ ਗਵਾਇਆ ਹੁੰਦਾ, ਕਿਸੇ ਨੇ ਦਾਦਿਆਂ ਦਾ ਮੋਹ ਹੁੰਦਾ, ਕਿਸੇ ਦਾ ਚਾਚਾ ਮਾਮੇ ਦਾ। ਉਹੀ ਆ ਜੀ, ਵਿਦੇਸ਼ਾਂ 'ਚ ਆ ਕੇ ਚਾਹੇ ਮੈਂ ਬਹੁਤਾ ਕੁਝ ਨਾ ਖੋਇਆ ਪਰ ਨਾ ਕਦੇ ਖੁੱਲ ਕੇ ਹੱਸਿਆ, ਨਾ ਖੁੱਲ ਕੇ ਰੋਇਆ। ਹੱਸਦਾ ਬੰਦਾ ਪਤਾ ਕਿਉਂ ਕਦੇ ਆਵਾਜ਼ ਨਹੀਂ ਹਾਸੇ ਦੀ ਆਉਂਦੀ, ਹਾਸਾ ਮਾੜਾ ਮੋਟੀ ਦਊਗੀ ਕਦੀ ਉਹ ਆਉਂਦਾ। ਉਹ ਮਾੜੀ ਜੀ ਬਜ਼ੁਰਗ ਸਾਡੀ ਗੱਲ ਸੁਣਾਉਣੀ ਕਿਸੇ ਨੇ ਉਹ ਬੰਦੇ ਨੂੰ ਇਹ ਹੁੰਦਾ ਜੀ ਲੈ ਉਹ ਹੌਲੀ ਹੱਸੋ ਓਏ। ਗੁਆਂਢੀ ਵੀ ਸੁਣਦੇ ਆ, ਤਿੰਨਾਂ ਚੌਂ ਘਰਾਂ ਨੇ ਇੱਥੇ ਗੁਆਂਢੀ ਛੱਡ ਕੇ ਆਪਣਾ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਹੱਸ ਰਹੇ ਆ। ਉਹ ਦੱਬੇ ਗਏ। ਹੁਣ ਹੁੰਦਾ ਕੀ ਆ ਜੀ, ਨਾ ਉਹ ਟੀਚਰਾਂ, ਨਾ ਮਹੱਲੇ 'ਚ ਸ਼ਰਾਰਤਾਂ, ਨਾ ਉਹ ਟੀਚਰਾਂ, ਨਾ ਮਹੱਲੇ 'ਚ ਸ਼ਰਾਰਤਾਂ, ਨਾ ਰਾਤਾਂ ਦੀਆਂ ਮਹਿਫਲਾਂ, ਨਾ ਬਾਤਾਂ ਬੁਝਾਰਤਾਂ। ਬਿਲਕੁਲ ਠੀਕ। ਇੱਥੇ ਲਾਓ ਰਾਤ ਨੂੰ ਮਹਿਫਲ ਤੇ ਬਾਤਾਂ ਬੁਝਾਰਤਾਂ ਕਰਦੇ ਆਂਦੇ ਸੁਣਦਾ ਨਹੀਂ ਕੋਈ। ਨਹੀਂ ਜੀ, ਸਵੇਰੇ ਕੰਮ ਤੇ ਨਹੀਂ ਜਾਣਾ। ਨਾ ਬਾਤਾਂ ਬੁਝਾਰਤਾਂ, ਨਾ ਅਲਸੀ ਦੀਆਂ ਪਿੰਨੀਆਂ, ਨਾ ਚੁੱਲ੍ਹੇ ਦਾ ਖੋਇਆ। ਆਮ ਲੱਗ ਪਈਆਂ ਨੇ ਇੱਥੇ ਹੁਣ ਸਟੋਰਾਂ ਤੇ, ਪਰ ਉਹ ਥੋੜਾ ਜਿਹੜੀਆਂ ਆਪ ਬਣਾਈਆਂ ਗੁੜ ਵੱਧ ਤੇ ਗੁੜ ਘੱਟ। ਤੇ ਜੇ ਨਾ ਅਲਸੀ ਦੀਆਂ ਪਿੰਨੀਆਂ, ਨਾ ਚੁੱਲ੍ਹੇ ਦਾ ਖੋਇਆ। ਇੱਥੇ ਖੋਏ ਮਿਲ ਜਾਂਦੇ ਸਭ ਕੁਝ, ਪਰ ਚੁੱਲ੍ਹੇ ਰੈਡੀਮੇਡ ਸਭ ਕੁਝ ਨਹੀਂ ਮਿਲਦਾ। ਨਾ ਚੁੱਲ੍ਹੇ ਦਾ ਖੋਇਆ, ਨਾ ਮੈਂ ਖੁੱਲ ਕੇ ਹੱਸਿਆ, ਨਾ ਕਦੀ ਖੁੱਲ ਕੇ ਰੋਇਆ। ਹੁਣ ਭੁੱਲ ਅਸੀਂ ਕਿਹੜੀਆਂ ਚੀਜ਼ਾਂ ਜਾਂਦੇ ਵਾ। ਅਸੀਂ ਸੰਗਰਾਂਦ ਤੇ ਗੁਰਦੁਆਰੇ ਜਾਂਦੇ, ਐਤਵਾਰ ਜਾਂਦੇ ਆ, ਲੇਕਿਨ ਉਸ ਸੰਗਰਾਂਦ ਵਰਗੀ ਸੰਗਰਾਂਦ ਨਹੀਂ ਹੁੰਦੀ ਜਿੱਥੇ ਆ ਬਾਬਾ ਜੀ ਪਹਿਲਾਂ ਬਾਬਾ ਜੀ ਮੈਂ ਰਹਿ ਗਿਆ ਜੇ, ਖਾ ਕੇ ਦਵਾ ਹੱਥ ਪੂੰਝ ਕੇ ਫਿਰ ਦੁਬਾਰਾ ਆ ਬਾਬਾ ਜੀ ਬੀਬੀ ਦਾ ਵੀ ਦੇ ਦਿਓ, ਘਰ ਲੱਗ ਜਾਣਾ। ਉਹ ਗੱਲ ਇੱਥੇ ਨਹੀਂ ਨਾ। ਇੱਥੇ ਤੇ ਅਸੀਂ ਇੱਕ ਨਾ ਪ੍ਰਸ਼ਾਦ ਲਿਆ, ਗੱਡੀਆਂ 'ਚ ਬੈਠੇ ਆਰਾਮ ਨਾਲ ਘਰ ਆ ਗਏ, ਲੇਕਿਨ ਉਹ ਦਿਲ ਵਾਲਾ ਜਿਹੜਾ ਅਸੀਂ ਕਹਿੰਦੇ ਨਾ ਕਿ ਉਹ ਆਨੰਦ ਉਹ ਹੈ ਨਹੀਂ। ਅਸੀਂ ਤੇ ਇੱਕ ਫਾਰਮੈਲਿਟੀ ਪੂਰੀ ਕਰਨ ਜਾਂਦੇ ਐਤਵਾਰ, ਚੰਗੇ ਕਮੀਜ਼ ਪਾਏ ਹੁੰਦੇ ਆ, ਨਵੀਂ ਗੱਡੀ ਕਿਸੇ ਨੇ ਲਈ ਆ, ਜਾਂ ਕਿਸੇ ਨੇ ਨਵਾਂ ਘਰ ਲਿਆ ਆ, ਜਾਂ ਕਿਸੇ ਨੇ ਕੁਝ ਕੀਤਾ, ਉਹ ਵਿਖਾਉਣ ਜਾਂਦੇ ਅਸੀਂ। ਉਹ ਗੱਲ ਨਹੀਂ ਹੁੰਦੀ ਵੀ ਚੱਪਲਾਂ ਪਾਈਆਂ ਤੇ ਦਵਾ ਤੁਰ ਪਓ, ਭੋਗ ਪੈ ਗਿਆ ਤੁਰ ਪਓ। ਉਹ ਗੱਲ ਨਹੀਂ ਹੁੰਦੀ, ਕਾਲੀ ਹੁੰਦੀ ਹਰ ਵਾਰੀ, ਕਾਲੀ ਹੁੰਦੀ। ਹੁਣ ਵੇਖੋ ਜੀ, ਭੁੱਲੇ ਸੰਗਰਾਂਦ ਮੱਸਿਆ ਪੁੰਨਿਆ ਤੇ ਲੰਗਰ। ਹੁਣ ਸਾਰੇ ਤਾਂ ਨਹੀਂ ਇੱਥੇ ਮਨਾਉਂਦੇ ਵੀ, ਅਸੀਂ ਪੁੰਨਿਆ ਵੀ ਇੱਥੇ ਮਨਾਉਂਦੇ, ਮੱਸਿਆ ਮਨਾਉਂਦੇ ਆ, ਸਭ ਕੁਝ। ਭੁੱਲੇ ਸੰਗਰਾਂਦ ਮੱਸਿਆ ਪੁੰਨਿਆ ਤੇ ਲੰਗਰ, ਨਾ ਬਾਬਾ ਜੀ ਦਾ ਬੋਲਣਾ, ਨਾ ਆਰਤੀ ਹੋਵੇ ਮੰਦਰ। ਰੋਜ਼ ਸਵੇਰੇ ਹੁੰਦੇ ਪਰ ਸੁਣਦੇ ਨਹੀਂ, ਅੰਦਰ ਹੀ ਹੁੰਦੇ ਪਰ ਤੁਹਾਨੂੰ ਸੁਣਦੇ ਥੋੜਾ। ਨਾ ਬਾਬਾ ਜੀ ਦਾ ਬੋਲਣਾ ਦਾ ਮਤਲਬ ਵੀ ਤੁਹਾਨੂੰ ਸੁਣਦਾ ਹੋਵੇ, ਨਾ ਆਰਤੀ ਹੋਏ ਮੰਦਰ 'ਚ ਵੀ ਆਰਤੀ ਹੁੰਦੀ ਆ, ਲੇਕਿਨ ਬਾਹਰ ਨਹੀਂ ਪਤਾ ਲੱਗਦਾ। ਤੁਹਾਡੇ ਇੱਥੇ ਨਹੀਂ ਹੁੰਦੀ, ਉਹ ਤੁਹਾਨੂੰ ਨਹੀਂ ਪਤਾ ਲੱਗਦਾ। ਤੁਸੀਂ ਇਹ ਚੀਜ਼ ਮਿਸ ਕਰਦੇ ਜੇ। ਹੁਣ ਵੇਖੋ ਜੀ, ਅਨੁਸ਼ਾਸਨਵਾਦੀ ਵੀ ਮੈਂ ਲੋੜੋਂ ਵੱਧ ਹੋਇਆ। ਬਿਲਕੁਲ ਠੀਕ ਤੁਹਾਡੀ ਗੱਲ। ਕਿਉਂਕਿ ਉੱਥੇ ਅਸੀਂ ਰੂਲ ਤੋੜਦੇ ਆ, ਉੱਥੇ ਹੀ ਸਭ ਕੁਝ ਕਰਦੇ ਆ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਲੱਗੇ ਨਹੀਂ ਕਿਸੇ ਨੂੰ ਵੇਂਦੇ, ਉੱਥੇ ਹੀ ਕੰਧ ਲਾ ਕੇ ਪਿਸ਼ਾਬ ਕਰਨ ਲੱਗੇ ਨਹੀਂ ਵੇਂਦੇ, ਉੱਥੇ ਅਸੀਂ ਜੋ ਵੀ ਸਾਡੇ ਕੋਲ ਡਿਸਪਲਿਨ ਕੋਈ ਨਹੀਂ, ਵੀ ਜੋ ਵੀ ਹੁੰਦਾ ਅਸੀਂ ਕਰਦੇ ਆ। ਇੱਥੇ ਆਉਂਦੇ ਹੀ ਲੋੜੋਂ ਵੱਧ ਕੇ ਅਨੁਸ਼ਾਸਨਵਾਦੀ। ਟਿਕਟ ਮਿਲਣੀ ਆ ਹੋਣਾ, ਜੇ ਹੋਣਾ, ਸਟੇਟਸ ਕਾਇਮ ਕਰਨਾ, ਜੇ ਲੋੜੋਂ ਵੱਧ ਕੇ। ਤਾਂ ਹੀ ਤੇ ਅਸੀਂ ਕਹਿੰਦੇ ਕਿ ਚੰਗਾ ਨਹੀਂ, ਅਸੀਂ ਚੰਗੇ ਬਣਦੇ ਆ ਇੱਥੇ ਆ ਕੇ। ਦੇਸ਼ ਸਾਰੇ ਇੱਕੋ ਜਿਹੇ ਹੁੰਦੇ। ਜਗ੍ਹਾ ਇਨਸਾਨ, ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਕਿ ਇਨਸਾਨ ਹੀ ਧਰਤੀ ਨੂੰ ਬਣਾਉਂਦਾ, ਇਨਸਾਨ ਹੀ ਉਜਾੜਦਾ ਵਿਗਾੜਦਾ। ਰੁੱਖ ਆਪਣੇ ਆਪ ਕਦੀ ਲਾ ਕੇ ਪੁੱਟਿਆ ਨਹੀਂ ਜਾਂਦਾ, ਅਸੀਂ ਪੁੱਟਦੇ ਆ। ਬਿਲਕੁਲ, ਮੌਸਮਾਂ ਦੇ ਵਿਗਾੜ 'ਚ ਸਾਡਾ ਹਿੱਸਾ। ਉਹ ਕਹਿੰਦੇ ਨਾ ਕਿ ਅਸੀਂ ਕੁਦਰਤ ਨੂੰ ਨਾਰਾਜ਼ ਕੀਤਾ, ਕੁਦਰਤ ਨਹੀਂ ਸਾਡੇ ਨਾਲ ਨਾਰਾਜ਼ ਹੋਈ। ਬਿਲਕੁਲ, ਲਾਂਭਾ ਅਸੀਂ ਕੁਦਰਤ ਨੂੰ ਦੇਈਏ, ਲਾਂਭਾ ਉਹਨੂੰ ਹੀ ਦਿੰਦੇ ਆ। ਹੁਣ ਵੇਖੋ ਜੀ, ਭੁੱਲੇ ਸੰਗਰਾਂਦ ਮੱਸਿਆ ਪੁੰਨਿਆ ਤੇ ਲੰਗਰ, ਨਾ ਬਾਬਾ ਜੀ ਦਾ ਬੋਲਣਾ, ਨਾ ਆਰਤੀ ਹੋਵੇ ਮੰਦਰ। ਅਨੁਸ਼ਾਸਨਵਾਦੀ ਵੀ ਮੈਂ ਲੋੜੋਂ ਵੱਧ ਹੋਇਆ, ਨਾ ਕਦੀ ਖੁੱਲ ਕੇ ਹੱਸਿਆ, ਨਾ ਖੁੱਲ ਕੇ ਰੋਇਆ। ਹੁਣ ਹੋਰ ਵੇਖੋ, ਜਿਹੜੀ ਅਸਲੀ ਚੀਜ਼ ਬਿਲਕੁਲ ਹੀ ਮਿਸ ਕਰ ਜਾਂਦੇ ਆ। ਨਾ ਕੁੱਕੜ ਦੀਆਂ ਬਾਂਗਾਂ, ਨਾ ਉਹ ਸ਼ੋਰ ਸ਼ਰਾਬਾ। ਉੱਥੇ ਸਵੇਰੇ ਮੈਂ ਮਰ ਜੇ ਅੰਤਰਿਆ ਵੇ, ਆਹ ਹੋ ਗਿਆ ਵੇ, ਜੇ ਹੋ ਗਿਆ,
ਸਾਡੀਆਂ ਮਾਵਾਂ ਸ਼ੁਰੂ ਹੋ ਜਾਂਦੀਆਂ, ਉਧਰੋਂ ਬਜ਼ੁਰਗ ਸ਼ੁਰੂ, ਓਏ ਕਰ ਲਓ ਉਹ ਕੰਮ, ਸਾਰੇ ਦਿਨ 100 ਕੱਢ ਲੈਂਦੇ ਜੇ, ਇਹਨੂੰ ਠਾ ਕੰਜਰ ਨੂੰ ਉੱਤੇ ਰਾਤ ਕੋਠੇ ਤੋਂ ਜੋ ਸੁੱਤਾ। ਮਤਲਬ ਉੱਥੇ ਇਹ ਮਾਹੌਲ ਚੱਲਦਾ ਰਹਿੰਦਾ, ਸ਼ੋਰ ਸ਼ਰਾਬਾ ਸਵੇਰੇ ਸ਼ੁਰੂ ਹੋ ਜਾਂਦਾ, ਪਤਾ ਲੱਗ ਜਾਂਦਾ ਵੀ ਲੈ ਲੋਕੀ ਜਾਗ ਪਏ। ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਦੀ ਤਪਈਆਂ ਦੁੱਧਾਂ ਦੇ ਵਿੱਚ ਵਧਾਣੀਆਂ ਨੇ। ਉਹ ਰਾਈਟਰਾਂ ਸਹੀ ਗੱਲਾਂ ਲਿਖੀਆਂ ਸੀ, ਇਹ ਚੀਜ਼ਾਂ ਹੁੰਦੀਆਂ ਨੇ ਜੀ, ਨਾ ਕੁੱਕੜ ਦੀਆਂ ਬਾਂਗਾਂ, ਨਾ ਸ਼ੋਰ ਸ਼ਰਾਬਾ, ਨਾ ਉਹ ਪੰਛੀਆਂ ਦਾ ਚਹਿਕਣ। ਜੇ ਕਿਸੇ ਨੇ ਸੁਣਿਆ ਹੋ ਤੇ ਮੈਨੂੰ ਦੱਸ ਜ਼ਰੂਰ ਦਿਓ। ਇੱਥੇ ਸੁਣਦਾ ਨਹੀਂ, ਘੱਟ ਹੀ ਸੁਣਦਾ ਹੁੰਦਾ, ਅੰਦਰੋਂ ਜਦੋਂ ਬਾਹਰ ਆਓ ਉਦੋਂ ਭਾਵੇਂ ਸੁਣ ਜੇ, ਅੰਦਰਾਂ 'ਚ ਨਹੀਂ ਸੁਣਦਾ, ਅੰਦਰ ਨਹੀਂ ਸੁਣਦਾ ਕੁਝ ਵੀ। ਨਾ ਪੰਛੀਆਂ ਦਾ ਚਹਿਕਣ, ਨਾ ਜਿਹੜੀ ਮੈਂ ਗੱਲ ਹੁਣੇ ਕੀਤੀ, ਨਾ ਉਹ ਮਾਵਾਂ ਦਾ ਦਾਬਾ। ਮਾਵਾਂ ਦਾਬਾ ਕੀ ਮਾਰਨਾ, ਮਾਵਾਂ ਦੇ ਵਿਚਾਰੀਆਂ ਆਪ ਡਰਦੀਆਂ ਰਹਿੰਦੀਆਂ ਵੀ 911 ਤੇ ਕਾਲ ਕਰ ਦਿੰਦੀਆਂ। ਨਾ ਉਹ ਕੁੱਕੜਾਂ ਦੀਆਂ ਬਾਂਗਾਂ, ਨਾ ਉਹ ਸ਼ੋਰ ਸ਼ਰਾਬਾ, ਨਾ ਉਹ ਪੰਛੀਆਂ ਦਾ ਚਹਿਕਣ, ਨਾ ਮਾਵਾਂ ਦਾ ਦਾਬਾ। ਅਲਾਰਮ ਨਾਲ ਉੱਠਿਆ ਤੇ ਧੱਕੇ ਨਾਲ ਸੋਇਆ। ਰਾਤੀ ਹੀ ਧੱਕੇ ਨਾਲ ਸੌਂਦੇ ਵੀ ਸਵੇਰੇ ਜਾਣਾ, ਤੇ ਸਵੇਰੇ ਅਲਾਰਮ ਉਠਾ ਕੇ ਛੱਡਦਾ। ਬਿਲਕੁਲ। ਅਲਾਰਮ ਨਾਲ ਉੱਠਿਆ ਤੇ ਧੱਕੇ ਨਾਲ ਸੋਇਆ, ਨਾ ਕਦੀ ਖੁੱਲ ਕੇ ਹੱਸਿਆ, ਨਾ ਖੁੱਲ ਕੇ ਰੋਇਆ, ਨਾ ਬਚਪਨ ਦੀਆਂ ਖੇਡਾਂ, ਨਾ ਉਹ ਕੱਚੇ ਪੱਕੇ ਖਾਣੇ। ਹੁਣ ਬੱਚਿਆਂ ਦਾ ਇੱਥੇ ਕੀ ਗਵਾਚ ਜਾਂਦਾ, ਸਾਰੀਆਂ ਬਰੰਟੇ ਜੇ ਉਹ। ਮੈਂ ਕੱਲ ਗੋਰਿਆਂ ਦਾ ਮੈਨੂੰ ਬੱਚਿਆਂ ਨੂੰ ਵੇਖ ਕੇ ਬੜੀ ਖੁਸ਼ੀ ਹੋਈ। ਮੈਂ ਉਹਨਾਂ ਦੇ ਇੱਕ ਫੰਕਸ਼ਨ 'ਚ ਗਿਆ ਸੀ 1 ਜੁਲਾਈ ਨੂੰ, ਕੈਨੇਡਾ ਡੇ ਤੇ। ਉਹਨਾਂ ਮਿੱਟੀ ਦਾ ਬੜਾ ਵੱਡਾ ਬਣਾਇਆ ਤੇ ਬੱਚੇ ਖੇਡ ਰਹੇ ਨੇ ਮਿੱਟੀ ਇੱਕ ਦੂਜੇ ਦੇ ਪਾ ਕੇ। ਤੁਹਾਨੂੰ ਮੈਂ ਵੀਡੀਓ ਵੀ ਦਿਖਾਵਾਂਗਾ, ਮੈਂ ਬਣਾ ਕੇ ਲਾਇਆ। ਠੀਕ। ਮੈਂ ਉਹਨਾਂ ਨੂੰ ਕਿਹਾ ਜੀ, ਉਹ ਕਹਿੰਦੇ ਨਹੀਂ ਇਹਨਾਂ ਦੀ ਐਲਰਜੀ ਠੀਕ ਹੁੰਦੀ ਹੈ ਇਹਦੇ ਨਾਲ। ਜਿਹੜੀ ਚੀਜ਼ ਅਸੀਂ ਉੱਥੇ ਕਰਦੇ ਸਾਂ, ਇਹਨਾਂ ਨੇ ਇੱਥੇ ਆ ਕੇ ਕਰਨੀ ਸ਼ੁਰੂ ਕਰ ਲਈ ਹੈ ਤੁਹਾਡੇ ਵੇਖ ਕੇ। ਬਿਲਕੁਲ। ਨਾ ਬਚਪਨ ਦੀਆਂ ਖੇਡਾਂ, ਨਾ ਉਹ ਕੱਚੇ ਪੱਕੇ ਖਾਣੇ, ਨਵਾਂ ਜ਼ਮਾਨਾ ਹੋਇਆ ਤੇ ਬੱਚੇ ਸਭ ਸਿਆਣੇ। ਇੱਥੇ ਕਿਸੇ ਬੱਚੇ ਨੂੰ ਪਾਪਾ ਤੁਸੀਂ ਪੁਰਾਣੇ ਜੇ, ਤੁਹਾਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਆਹ ਗੱਲ ਆ, ਹਾਂ ਇੱਥੇ ਇਦਾਂ ਹੁੰਦਾ ਕੈਨੇਡਾ 'ਚ। ਹਾਂਜੀ, ਬੱਚੇ ਸਭ ਸਿਆਣੇ। ਹੁਣ ਵੇਖੋ ਜੀ, ਅਸੀਂ ਜਦੋਂ ਇੱਧਰੋਂ ਜਾਂਦੇ ਆ, ਅਸੀਂ ਕਿਤੇ ਦੱਸਦੇ ਥੋੜਾ ਵੀ ਸਾਡੇ ਨਾਲ ਉੱਥੇ ਆਹ ਦੁਰਗਤੀ ਹੋਈ ਆ। ਅਸੀਂ ਇੰਨੇ ਘੰਟੇ ਮਿਹਨਤ ਕੀਤੀ ਆ, ਫੇਰ ਜਾ ਕੇ ਅਸੀਂ ਖੜੇ ਹੋਏ ਆ। ਦੁਰਗਤੀ ਦਾ ਮਤਲਬ ਇਹ ਨਹੀਂ ਵੀ ਪੁੱਠੇ ਪਾਸੇ ਲੈ ਜਾਓ ਗੱਲ ਨੂੰ। ਉਹ ਦੁਰਗਤੀ ਹੁੰਦੀ ਆ ਵੀ ਜਦੋਂ ਉੱਥੇ ਮੇਰੇ ਵਰਗਾ ਕੋਈ ਫਾਰਮਾਸਿਸਟ ਲੱਗਾ, ਭਾਜੀ ਵਰਗੇ ਬੈਂਕ 'ਚ ਲੱਗੇ ਨੇ, ਉਹ ਉੱਥੇ ਲੱਗਾ, ਇੱਥੇ ਆ ਕੇ ਆਉਂਦੇ 8-8 9 10 ਘੰਟੇ ਕੰਮ, ਫਿਰ ਉਦੋਂ ਬਾਅਦ ਟੈਨਸ਼ਨ ਵੱਖਰੀ ਵੀ ਆਹ ਵੀ ਦੇਣਾ, ਆਹ ਵੀ ਬਿੱਲ ਦੇਣਾ, ਆਹ ਵੀ ਬਿੱਲ ਦੇਣਾ। ਉਦੋਂ ਬਾਅਦ ਆ ਕੇ ਕਿਤੇ ਕਈਆਂ ਸਾਲਾਂ ਬਾਅਦ ਸਟੈਂਡ ਹੋਣਾ। ਮੈਂ ਉਹਦੀ ਗੱਲ ਕਰ ਰਿਹਾ। ਨਾ ਉਹ ਬਚਪਨ ਦੀਆਂ ਖੇਡਾਂ, ਉਹ ਕੱਚੇ ਪੱਕੇ ਖਾਣੇ, ਨਵਾਂ ਹੋਇਆ ਜ਼ਮਾਨਾ ਤੇ ਬੱਚੇ ਸਭ ਸਿਆਣੇ। ਥੋੜਾ ਜਿਹਾ ਦੱਸਿਆ ਤੇ ਬਾਕੀ ਸਭ ਲੁਕੋਇਆ। ਥੋੜਾ ਜਿਹਾ ਵੀ ਅਸੀਂ ਇਹਨਾਂ ਕੀ ਦੱਸਦੇ ਆ। ਉੱਥੇ ਚਲੋ ਜੀ ਕਦੀ ਕਦੀ ਇਕੱਲਾਪਣ ਮਹਿਸੂਸ ਹੁੰਦਾ, ਬਾਕੀ ਬੜੀ ਕਿਰਪਾ ਬਾਬੇ ਦੀ। ਉੱਥੇ ਹਰ ਚੀਜ਼ ਹੀ ਵਧੀਆ। ਉਹ ਅਸੀਂ ਇਹ ਨਹੀਂ ਕਰਦੇ ਵੀ ਇਹਨਾਂ ਨੂੰ ਚੰਗਿਆਈ ਦੱਸਦੇ, ਅਸੀਂ ਇਹ ਦੱਸਦੇ ਵੀ ਤੁਹਾਨੂੰ ਦਾਣਾ ਪਾ ਚੱਲੇ ਆ, ਤਿਆਰੀ ਰੱਖੋ, ਤੜਫੀ ਜਾ ਬੈਠੇ, ਤਿਆਰੀ ਰੱਖੋ ਜਾਂ ਤੜਫੀ ਜਾਓ। ਤੇ ਹੁਣ ਵੇਖੋ ਜੀ, ਹੁਣ ਹੋਰ ਚੀਜ਼ਾਂ ਕਿਹੜੀਆਂ ਇੱਥੇ ਤੁਸੀਂ ਕਦੀ ਉਹ ਚੀਜ਼ ਉੱਥੇ ਅਸੀਂ ਆਮ ਹੀ ਹੁੰਦੀਆਂ। ਨਾ ਮੀਂਹ 'ਚ ਨਹਾਤਾ, ਨਾ ਬਰਾਂਟੇ ਪਤੰਗਾਂ। ਸਾਡੇ ਬੱਚੇ ਜਿਹੜੇ ਤੁਸੀਂ ਆਖਦੇ ਨਾ ਅਸੀਂ ਬੜੇ ਸਿਆਣੇ ਆ, ਇਹ ਕੁਛ ਨਹੀਂ ਇਹਨਾਂ 'ਚੋਂ ਕਰਦੇ। ਨਾ ਉਹ ਮੀਂਹ 'ਚ ਨਹਾਉਣਾ, ਨਾ ਬਰਾਂਟੇ ਪਤੰਗਾਂ। ਪ੍ਰਾਹੁਣਾ ਚਾਰੀ ਕੀ, ਮੈਂ ਤਾਂ ਮਿਲਣੋਂ ਵੀ ਸੰਗਾ। ਇਹ ਸੱਚੀ ਗੱਲ ਹੈ ਨਾ। ਬਿਲਕੁਲ। ਮਿਲਦੇ ਨਹੀਂ ਲੋਕ ਆਪਣੇ। ਪ੍ਰਾਹੁਣਾ ਚਾਰੀ ਕੀ ਵੀ ਇੱਕ ਦੂਜੇ ਆਇਓ ਜੀ ਜਾਇਓ ਜੀ, ਮੈਂ ਤਾਂ ਮਿਲਣੋਂ ਵੀ ਸੰਗਾ। ਤੇ ਅਸੀਂ ਜੇ ਸਾਡੇ ਬੱਚਿਆਂ 'ਚ ਵੀ ਹਾਲਤ ਆ ਵੀ ਜੇ ਪ੍ਰਾਹੁਣਾ ਕੋਈ ਆ ਜਾਏ ਤੇ ਉਹ ਦੂਰੇ ਹੀ ਇੰਨੀ ਕੁ ਸਤਿ ਸ੍ਰੀ ਅਕਾਲ ਉਹਦੀ ਮੂੰਹ ਨਹੀਂ ਨਿਕਲਦੀ। ਉਹ ਵੀ ਕਹਿਣਾ ਪੈਂਦਾ ਜੀ ਅੰਕਲ ਆਏ ਆ, ਸਤਿ ਸ੍ਰੀ ਅਕਾਲ ਕਹੀ ਜਾਂਦੇ ਤੇ ਮੂੰਹ ਨਹੀਂ ਨਿਕਲਦਾ। ਪ੍ਰਾਹੁਣਾ ਚਾਰੀ ਕੀ, ਮੈਂ ਤਾਂ ਮਿਲਣੋਂ ਵੀ ਸੰਗਾ। ਬਲ ਹੋਇਆ ਸਿਆਣਾ ਤੇ ਸਭ ਕੁਝ ਮੋਇਆ। ਬਚਪਨ ਵੈਸੇ ਮੈਂ ਲਿਖਿਆ ਬਲ ਹੋਇਆ ਸਿਆਣਾ ਤੇ ਬਚਪਨ ਮੋਇਆ। ਵੈਸੇ ਬਲ ਹੋਇਆ ਇੱਥੇ ਆ ਸਿਆਣਾ ਤੇ ਸਭ ਕੁਝ ਮੋਇਆ। ਨਾ ਕਦੀ ਹੱਸ ਕੇ ਖੁੱਲ ਕੇ ਹੱਸਿਆ, ਨਾ ਕਦੀ ਖੁੱਲ ਕੇ। ਬਹੁਤ ਖੂਬ। ਇਹ ਸਾਡਾ ਹੇਰਵਾ ਜੀ ਕਿ ਅਸੀਂ ਉਹ ਖੁੱਲ੍ਹੇ ਡੁੱਲੇ ਮਾਹੌਲ 'ਚੋਂ ਆਏ ਹਾਂ, ਪਰ ਇੱਕ ਗੱਲ ਸਿੱਧੀ ਤੇ ਸਾਫ਼ ਤੇ ਸਪਸ਼ਟ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਜੇ ਅਸੀਂ ਕੈਨੇਡਾ ਵਿੱਚ ਆ ਕੇ ਡਿਸਿਪਲਿਨਡ ਲਾਈਫ ਜੀ ਸਕਦੇ ਹਾਂ, ਹਾਂਜੀ, ਹੱਥੀਂ ਮਿਹਨਤ ਕਰਕੇ ਰੋਟੀ ਕਮਾ ਸਕਦੇ ਹਾਂ ਤੇ ਖਾ ਸਕਦੇ ਹਾਂ, ਅਸੀਂ ਵੱਡੇ ਵੱਡੇ ਘਰ ਲੈ ਸਕਦੇ ਹਾਂ, ਕਾਰਾਂ ਰੱਖ ਸਕਦੇ ਹਾਂ, ਜਿੱਥੇ ਮਰਜ਼ੀ ਘੁੰਮਣ ਫਿਰਨ ਜਾ ਸਕਦੇ ਹਾਂ, ਤੇ ਅਸੀਂ ਜਿੱਥੋਂ ਆਏ ਹਾਂ ਇਹ ਕੰਮ ਉੱਥੇ ਕਿਉਂ ਨਹੀਂ ਕੀਤੇ? ਅਸੀਂ ਉੱਥੇ ਡਿਸਿਪਲਿਨਡ ਕਿਉਂ ਨਹੀਂ ਸੀ? ਅਸੀਂ ਉੱਥੇ ਰਾਜਨੀਤਿਕ ਲੋਕਾਂ ਦੇ ਢਹਿ ਕਿਉਂ ਚੜ੍ਹੇ ਰਹੇ? ਮਿਹਨਤੀ ਕਿਉਂ ਨਹੀਂ ਸੀ ਉੱਥੇ? ਮਿਹਨਤੀ ਕਿਉਂ ਨਹੀਂ ਸੀ ਉੱਥੇ? ਅਸੀਂ ਮਿਹਨਤ ਤੋਂ ਕੰਨੀ ਕਿਉਂ ਕੁਤਰਾਉਂਦੇ ਸੀ? ਜਾਂ ਹੁਣ ਵੀ ਜਿਹੜੇ ਉੱਥੇ ਹੈਗੇ ਆ, ਮੈਂ ਸਾਰਿਆਂ ਬਾਰੇ ਨਹੀਂ ਗੱਲ, ਜਦੋਂ ਵੀ ਅਸੀਂ ਕੋਈ ਗੱਲ ਕਰਦੇ ਹਾਂ ਉਹ ਮੈਜੋਰਿਟੀ ਬਾਰੇ ਨਹੀਂ ਗੱਲ ਹੁੰਦੀ, ਘੱਟ ਲੋਕਾਂ ਵਾਸਤੇ ਹੁੰਦੀ ਆ, ਕਿਉਂਕਿ ਘੱਟ ਗਲਬਾ ਹੀ ਪਾ ਕੇ ਰੱਖਦੇ ਆ ਮੈਜੋਰਿਟੀ ਉੱਤੇ। ਇੱਕ ਚਲੋ ਮੇਰੇ ਮੂੰਹ ਨਿਕਲੀ ਸੀ ਗੱਲ ਪੋਲੀਟੀਸ਼ੀਅਨ ਵਾਲੀ ਗੱਲ, ਮੈਂ ਇੱਕ ਪੋਲੀਟੀਸ਼ੀਅਨ ਦੀ ਗੱਲ ਕਰਨੀ ਚਾਹੁੰਦਾ ਜੀ। ਪੋਲੀਟੀਸ਼ੀਅਨ ਸਾਰੇ ਥਾਈਂ ਇੱਕੋ ਜਿਹੇ ਹੀ ਹੁੰਦੇ ਉੱਦਾਂ ਦਾ। ਮੈਂ ਕਿਸੇ ਪਰਟੀਕੂਲਰ ਪੋਲੀਟੀਸ਼ੀਅਨ ਦਾ ਨਾਂ ਲੈਣਾ ਚਾਹੁੰਦਾ ਜੀ। ਇਹਨਾਂ ਦਿਨਾਂ ਦੇ ਵਿੱਚ ਰੂਸ ਯੂਕਰੇਨ ਦੀ ਜੰਗ ਦਾ ਮੁੱਦਾ ਜਿਹੜਾ ਬੜਾ ਪਾਪੂਲਰ ਹੋਇਆ, ਪਾਪੂਲਰ ਜਾਂ ਕਹਿ ਲਓ ਚਰਚਾ ਦੇ ਵਿੱਚ ਹੈ। ਹਜ਼ਾਰਾਂ ਦੀ ਗਿਣਤੀ 'ਚ ਲੋਕ ਮਰ ਗਏ। ਦੋ ਦੇਸ਼ ਆਪਸ ਵਿੱਚ ਖਹਿ ਕੇ ਢੇਰਾ ਢੇਰੀ ਹੋਣ ਜਾ ਰਹੇ ਹੈ।
ਉਹਨਾਂ ਦਾ ਇੱਕ ਪੁਤਨ ਸਾਹਿਬ ਆ ਜੀ, ਰੂਸ ਦੇ ਰਾਸ਼ਟਰਪਤੀ ਸਾਹਿਬ, ਉਂਝ ਕਹਿੰਦੇ ਜੀ ਉਹ ਉਮਰ ਦੇ ਆਖਰੀ ਪੜਾਅ 'ਚ, ਉਮਰ ਵੈਸੇ ਜ਼ਿਆਦਾ ਨਹੀਂ ਉਹਨਾਂ ਦੀ ਹੋਈ, ਉਮਰ ਦੇ ਆਖਰੀ ਪੜਾਅ ਇਹ ਆ ਕਿ ਉਹਨਾਂ ਨੂੰ ਬਹੁਤ ਭਿਆਨਕ ਬਿਮਾਰੀਆਂ ਚੰਬੜੀਆਂ ਹੋਈਆਂ ਤੇ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ, ਇਨਸਾਨ ਦਾ ਪਤਾ ਨਹੀਂ ਹੁੰਦਾ। ਉਹਨਾਂ ਨੇ ਪਹਿਲ ਕਦਮੀ ਕਰਕੇ ਰੂਸ ਵੱਲੋਂ ਯੂਕਰੇਨ ਤੇ ਹਮਲਾ ਕੀਤਾ। ਉਂਝ ਵੈਸੇ ਪੁਤਨ ਸਾਹਿਬ ਬਾਰੇ ਜੋ ਮਰਜ਼ੀ ਕਹਿ ਰਹੀ ਹੈ ਜੀ, ਸ਼ੌਕੀਨ ਬੜੇ ਆ, ਖਾਸ ਕਰਕੇ ਸ਼ੌਕੀਨ ਲੋਕਾਂ ਨੂੰ ਹੁੰਦਾ ਜੀ ਕੱਪੜਾ ਸੋਹਣਾ ਪਾਇਆ ਜਾਵੇ, ਇਸ ਰੰਗ ਦਾ ਪਾਇਆ ਜਾਵੇ, ਉਹਨਾਂ ਦੀ ਸ਼ੌਕੀਨੀ ਹੋਰ ਹੈ। ਉਹਨਾਂ ਦੀ ਸ਼ੌਕੀਨੀ ਇਹ ਵੀ ਕੱਪੜੇ ਪਾਏ ਹੀ ਨਾ ਜਾਣ। ਅੱਛਾ ਜੀ। ਉਹ ਕੋਸ਼ਿਸ਼ ਕਰਦੇ ਆ ਵੀ ਸ਼ਰਟ ਸ਼ੂਟ ਨਾ ਹੀ ਪਾਈ ਜਾਵੇ ਗਰਮੀਆਂ ਦੇ ਮੌਸਮ ਦੇ ਵਿੱਚ। ਉਹ ਬਿਨਾਂ ਸ਼ਰਟ ਤੋਂ ਕੱਲੀ ਨਿੱਕਰ ਦੇ ਵਿੱਚ ਤੁਹਾਨੂੰ ਬੀਚ ਤੇ ਘੁੰਮਦੇ ਵੀ ਮਿਲ ਸਕਦੇ ਆ, ਕਿਸੇ ਸੜਕ ਤੇ ਤੁਰੇ ਜਾਂਦੇ ਵੀ ਮਿਲ ਸਕਦੇ। ਉਂਝ ਰਾਸ਼ਟਰਪਤੀ ਆ, ਉਹਦੀ ਜੋ ਮਰਜ਼ੀ ਕਰੇ, ਪਰ ਜਦੋਂ ਉਹ ਕਿਤੇ ਦੂਜੇ ਦੇਸ਼ ਦੇ ਮੁਖੀਏ ਨੂੰ ਮਿਲਦੇ ਆ ਤੇ ਫਿਰ ਟਾਈ ਸ਼ਾਈ ਐਨ ਫਸਟ ਕਲਾਸ ਟੌਰ, ਭਾਵੇਂ ਵਾਲ ਸਿਰ ਤੇ ਥੋੜੇ ਆ ਤੇ ਉਹ ਕੰਘੀ ਕੁੰਘੀ ਵਾਹ ਕੇ ਰੱਖਦੇ। ਉਹਨਾਂ ਦੇ ਬਾਰੇ ਇੱਕ ਚਰਚਾ ਚੱਲ ਪਈ ਜੀ, ਇੱਕ ਬੋਰਿਸ ਜੌਨਸਨ ਹੈਗੇ ਆ ਇੰਗਲੈਂਡ ਦੇ ਪ੍ਰਧਾਨ ਮੰਤਰੀ। ਉਹ ਕਹਿੰਦੇ ਜੀ ਵੀ ਅਸਲ ਵਿੱਚ ਪੁਤਨ ਸਾਹਿਬ ਨਾ ਇਹ ਮੇਲ ਨਹੀਂ ਸੀ ਚਾਹੀਦੇ, ਮੇਲ ਦੀ ਸੈਂਸ ਮਰਦ ਨਹੀਂ ਸੀ ਚਾਹੀਦੇ, ਇਹ ਔਰਤ ਚਾਹੀਦੇ ਸੀ। ਕਹਿੰਦੇ ਵੀ ਜੇ ਔਰਤ ਹੁੰਦੇ ਤੇ ਯੂਕਰੇਨ ਤੇ ਹਮਲਾ ਨਹੀਂ ਸੀ ਹੋਣਾ। ਪਤਾ ਨਹੀਂ ਉਹ ਸੱਚ ਬੋਲਦੇ ਜਾਂ ਕਿਹੜਾ ਉਹਨਾਂ ਦਾ ਆਈਡੀਆ, ਮੈਨੂੰ ਲੱਗਦਾ ਵੀ ਉਹ ਸ਼ਰਟ ਲਾਉਣ ਵਾਲੀ ਗੱਲ ਤੋਂ ਸ਼ਾਇਦ ਕਹਿੰਦੇ ਆ ਕਿ ਉਹ ਬੀਚ ਦੇ ਉੱਤੇ ਤੁਸੀਂ ਦੇਖੋਗੇ ਜਾ ਕੇ, ਉੱਥੇ ਇਹੋ ਜਿਹਾ ਮਾਹੌਲ ਤੁਹਾਨੂੰ ਵੇਖਣ ਨੂੰ ਮੌਕਾ ਮਿਲਦਾ। ਚਲੋ ਪੋਲੀਟੀਸ਼ੀਅਨਾਂ ਦੀ ਗੱਲ ਕਰਦੇ ਜੀ, ਤੇ ਪੰਜਾਬ ਦੇ ਪੋਲੀਟੀਸ਼ੀਅਨ ਦੀ ਇੱਕ ਗੱਲ ਕਰ ਲਈ ਸਿਮਰਨਜੀਤ ਸਿੰਘ ਮਾਨ ਦੀ ਜੀ। ਸਿਮਰਨਜੀਤ ਸਿੰਘ ਮਾਨ ਬਾਰੇ ਮੈਂ ਉਹ ਜਿਹੜੇ ਪਹਿਲੇ ਲਫ਼ਜ਼ ਬੋਲੇ ਆ ਪੁਤਨ ਸਾਹਿਬ ਬਾਰੇ ਜਾਂ ਜਾਰਜ ਜੌਨਸਨ ਬਾਰੇ, ਬੋਰਿਸ ਜੌਨਸਨ ਬਾਰੇ, ਉਹ ਨਹੀਂ ਹੈ। ਸਿਮਰਨਜੀਤ ਸਿੰਘ ਮਾਨ ਸਾਹਿਬ ਤੀਜੀ ਵਾਰੀ ਲੋਕ ਸਭਾ ਦੀ ਇਲੈਕਸ਼ਨ ਜਿੱਤ ਗਏ, ਭਾਵੇਂ 3 ਮਹੀਨੇ ਪਹਿਲਾਂ ਉਸੇ ਹਲਕੇ ਦੇ ਵਿੱਚੋਂ, ਸੰਗਰੂਰ ਹਲਕੇ ਦੇ ਇੱਕ ਕਾਂਸਟੀਚੁਐਂਸੀ, ਛੋਟੀ ਕਾਂਸਟੀਚੁਐਂਸੀ ਜਿਹਨੂੰ ਵਿਧਾਨ ਸਭਾ ਦੀ ਕਾਂਸਟੀਚੁਐਂਸੀ ਕਹਿੰਦੇ, ਅਮਰਗੜ੍ਹ ਤੋਂ ਹਾਰ ਗਏ ਸੀ। 3 ਮਹੀਨਿਆਂ ਬਾਅਦ ਐਡਾ ਬਦਲਾਅ ਆਇਆ ਕਿ ਉਹ ਪਾਰਲੀਮੈਂਟ 'ਚ ਪਹੁੰਚ ਗਏ। ਹੁਣ ਪਾਰਲੀਮੈਂਟ 'ਚ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਕਰੋਨਾ ਹੋ ਗਿਆ। ਪਾਰਲੀਮੈਂਟ 'ਚ ਕਦੋਂ ਜਾਂਦੇ ਤੇ ਕਦੋਂ ਸਹੁੰ ਚੁੱਕਦੇ ਆ, ਉਸੇ ਸੰਵਿਧਾਨ ਦੀ ਚੁੱਕਦੇ ਸਹੁੰ ਜਿਹਨੂੰ ਉਹ ਕਹਿੰਦੇ ਹੁੰਦੇ ਕਿ ਨਹੀਂ ਮੈਂ ਤਾਂ ਭਾਰਤੀ ਸੰਵਿਧਾਨ ਨੂੰ ਮੰਨਦਾ ਹੀ ਨਹੀਂ, ਜਾਂ ਉਹ ਖਾਲਿਸਤਾਨ ਦੀ ਗੱਲ ਕਰਦੇ। ਥੋੜ੍ਹੇ ਜਿਹੇ ਪਿਛੋਕੜ ਬਾਰੇ ਜ਼ਰੂਰ ਜਾਣਨਾ ਚਾਹੀਦਾ ਸਾਨੂੰ ਕਿ ਅਸੀਂ ਜਿਸ ਬਦਲਾਅ ਨੂੰ ਬਹੁਤਾ ਚਿਰ ਬਰਦਾਸ਼ਤ ਨਹੀਂ ਕੀਤਾ, ਜਦੋਂ ਬਰਦਾਸ਼ਤ ਕੀਤਾ ਸੀਗਾ ਬਦਲਾਅ ਲੈ ਆਉਣਾ, ਉਦੋਂ ਅਸੀਂ ਇੱਕ ਪਾਰਟੀ ਦੇ 92 MLA ਜਿਤਾ ਤੇ ਬਣਾ ਕੇ ਵਿਧਾਨ ਸਭਾ 'ਚ ਭੇਜਤੇ। ਉਹ ਵਿਅਕਤੀ ਵੀ MLA ਬਣ ਗਏ ਜਿਹੜੇ ਪਿੰਡ ਦੇ ਸਰਪੰਚ ਵੀ ਨਹੀਂ ਸੀ ਬਣ ਸਕਦੇ, ਜਾਂ ਸਰਪੰਚੀ ਤੋਂ ਸਿੱਧੇ ਵਿਧਾਨ ਸਭਾ ਦੇ 'ਚ ਪਹੁੰਚ ਗਏ। ਪਰ ਮਾਨ ਸਾਹਿਬ ਤਾਂ ਉਹਨਾਂ ਨੇ ਲੰਬਾ ਸੰਘਰਸ਼ ਕੀਤਾ ਆਪਦੀ ਸਿਆਸੀ ਜੀਵਨ ਦੇ ਵਿੱਚ। ਉਹਨਾਂ ਬਾਰੇ ਮੈਂ ਜ਼ਰੂਰ ਚਾਹੂੰਗਾ ਕਿ ਤੁਹਾਡੇ ਕੋਲੋਂ ਜਾਣਕਾਰੀ ਲਈ ਜਾਵੇ। ਭਾਜੀ ਬੇਸਿਕਲੀ ਜੀ, ਜਿਵੇਂ ਤੁਹਾਨੂੰ ਤਾਂ ਪਤਾ ਹੀ ਹੈ, ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ, ਤੇ ਮਾਨ ਸਾਹਿਬ ਦਾ ਜਿਹੜਾ ਪਹਿਲਾ ਦਫ਼ਤਰ ਆ ਜੀ 1999 'ਚ, ਬਿਲਕੁਲ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੁੰਦਾ, ਅਟੈਕ ਹੋਣ ਤੋਂ ਕੁਝ ਕੁ ਦਿਨ ਬਾਅਦ ਇਹ ਰਿਜ਼ਾਈਨ ਕਰ ਜਾਂਦੇ ਆ। ਮੇਰੇ ਹਿਸਾਬ ਨਾਲ 16 ਜਾਂ 15 ਤਰੀਕ ਸੀ ਜੂਨ, ਕਿਉਂਕਿ ਮੈਂ ਕਾਫੀ ਸਮਾਂ ਪਹਿਲਾਂ ਇਹਨਾਂ ਦੀ ਹਿਸਟਰੀ ਪੜ੍ਹੀ ਸੀ। ਤੇ ਆਪਾਂ ਇਹਨਾਂ ਦੇ ਜਨਮ ਹੁੰਦਾ ਜੀ 1945 'ਚ, ਮਈ ਦਾ ਮਹੀਨਾ ਹੁੰਦਾ, ਸ਼ਾਇਦ ਲਾਸਟ ਹਫਤਾ ਸੀਗਾ, ਇੱਥੋਂ ਤੱਕ ਮੈਨੂੰ ਯਾਦ ਆ ਇਹਨਾਂ ਦਾ। ਉਦੋਂ ਬਾਅਦ ਬਿਸਪ ਗਾਰਡਨ ਸਕੂਲ ਆ ਸ਼ਿਮਲੇ ਹਿਮਾਚਲ 'ਚ, ਉੱਥੇ ਪੜ੍ਹਦੇ। ਉਦੋਂ ਦਰਅਸਲ ਇਹ ਕਿਤੇ ਨਾ, ਕਿਉਂਕਿ ਉੱਥੇ ਕਿਉਂ ਪੜ੍ਹਦੇ ਸੀ ਜੇ ਉਹ, ਉਦੋਂ ਪੰਜਾਬ ਇੱਕ ਸੀ, ਨਾਲੇ ਤਕੜੇ ਘਰ ਦੇ ਬੰਦੇ ਨਹੀਂ ਜੀ। ਇਹ ਵੀ ਲੋਕਾਂ ਨੂੰ ਦੱਸਦੇ ਕਿ ਪੰਜਾਬ ਇੱਕ ਸੀ, ਕਿਉਂਕਿ ਜਿਹੜਾ ਉਹਨਾਂ ਦਾ ਪਲੱਸ ਪੁਆਇੰਟ ਆ ਪਲੱਸ ਰਹਿ ਗਿਆ, ਜਿਹੜਾ ਨੈਗੇਟਿਵ ਆ ਉਹ ਨੈਗੇਟਿਵ ਹੀ ਰਹਿ ਗਿਆ। ਪੰਜਾਬ ਇੱਕ ਸੀ। ਇਹਨਾਂ ਦੇ ਫਾਦਰ ਸਾਹਿਬ ਆਰਮੀ 'ਚੋਂ ਲੈਫਟੀਨੈਂਟ ਰਿਟਾਇਰ ਨੇ, ਸਰਦਾਰ ਜੋਗਿੰਦਰ ਸਿੰਘ ਮਾਨ। ਇਹ ਕੀ ਕਰਦੇ ਆ ਜੀ, ਉੱਥੋਂ ਕਰਕੇ 10ਵੀਂ ਸਿੱਧੇ ਹੀ ਇੱਥੇ ਆ ਕੇ ਪੈ ਜਾਂਦੇ ਆ ਪੰਜਾਬੀ ਯੂਨੀਵਰਸਿਟੀ 'ਚ। ਇੱਥੇ ਇਹਨਾਂ ਨੇ ਜੀ ਹਿਸਟਰੀ ਤੇ ਪੰਜਾਬੀ, ਹੋ ਸਕਦਾ ਬਿਸਪ ਗਾਰਡਨ 'ਚ ਪੰਜਾਬੀ ਨਾ ਹੋਵੇ, ਲੇਕਿਨ ਇੱਥੇ ਉਹਦੇ 'ਚੋਂ ਇਹ ਗੋਲਡ ਮੈਡਲਿਸਟ ਨਹੀਂ ਹੁੰਦੇ, ਆਨਰਸ ਕਰਦੇ, ਆਨਰਸ ਦੇ ਨਾਲ ਕਰਦੇ ਆ। ਕਰਨ ਤੋਂ ਬਾਅਦ ਜਦੋਂ 66 'ਚ ਕਰਦੇ ਆ ਜੀ, 9-10 ਮਹੀਨੇ ਦੇ ਵਿੱਚ ਇਹਨਾਂ ਦੇ ਫਾਦਰ, ਕਿਉਂਕਿ ਉਦੋਂ ਕਾਂਗਰਸ ਦੇ ਵਿਧਾਨ ਸਭਾ ਦੇ ਸਪੀਕਰ ਸੀਗੇ, 9-10 ਮਹੀਨੇ 'ਚ ਇਹ ਜਿਹੜੀ ਉਦੋਂ ਦੀਆਂ ਸਿਵਲ ਸਰਵਿਸਿਜ਼ ਸੀਗੀਆਂ ਉਹ ਕਲੀਅਰ ਕਰ ਜਾਂਦੇ ਆ, ਇੰਡੀਅਨ ਸਿਵਲ ਸਰਵਿਸਿਜ਼, ਸਪੀਕਰ ਸਾਹਿਬ ਦੀ ਬਦੌਲਤ। ਉਹ ਨਹੀਂ ਮੈਂ ਕਹਾਂਗਾ, ਕਿਉਂਕਿ ਹੋ ਸਕਦਾ ਇਹ ਕਾਬਲ ਵੀ ਹੋਣ, ਲੇਕਿਨ ਵਿੱਚ ਉਸ ਪੱਖ ਨੂੰ ਵੀ ਆਪਾਂ ਨਾਲ ਰੱਖਾਂਗੇ। 7 ਕੁ ਮਹੀਨੇ ਦੇ ਵਿੱਚ ਜਦੋਂ ਇਹ ਕਲੀਅਰ ਕਰਦੇ ਜੀ, 1966 ਦੇ ਵਿੱਚ ਇਹ ਕਲੀਅਰ ਕਰਦੇ ਆ, ਗ੍ਰੈਜੂਏਸ਼ਨ ਕਰਦੇ 67 ਦੇ ਵਿੱਚ, ਨਾਲ ਦੀ ਨਾਲ ਇਹਨਾਂ ਨੂੰ ਜੁਆਇਨ ਕਰਾ ਦਿੱਤਾ ਜਾਂਦਾ ਲੁਧਿਆਣਾ। ਉਦੋਂ ASP ਹੁੰਦਾ, ਉਦੋਂ SSP ਨਹੀਂ ਸੀ ਹੁੰਦੇ, ਉਦੋਂ ਐਜ ASP ਅਸਿਸਟੈਂਟ
ਸੁਪਰਇੰਟੈਂਡੈਂਟ ਆਫ ਪੁਲਿਸ। ਪਹਿਲੀ ਵਾਰ ਇਹਨਾਂ ਦੀ ਜੁਆਇਨਿੰਗ, ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਉਦੋਂ ਸਪੀਕਰ ਸੀਗੇ, ਪ੍ਰੈਫਰ ਕਰਦੇ ਆ ਪੰਜਾਬ। ਇੰਡੀਅਨ ਪੁਲਿਸ ਸਰਵਿਸ ਜੁਆਇਨ ਕਰਨ ਤੋਂ ਬਾਅਦ ਪੰਜਾਬ ਕਰਦੇ, ਉਦੋਂ ਬਾਅਦ ਫਿਰ ਫਿਰੋਜ਼ਪੁਰ, ਫਿਰ ਫਰੀਦਕੋਟ, ਫਿਰ ਇੱਧਰ ਫਿਰ ਉੱਧਰ। ਲੇਕਿਨ ਹੁੰਦਾ ਕੀ ਆ ਜੀ ਕਿ 13 ਅਪ੍ਰੈਲ ਵਿਸਾਖੀ ਵਾਲੇ ਦਿਨ 1978 ਨੂੰ ਅੰਮ੍ਰਿਤਸਰ 'ਚ ਇੱਕ ਗੁਰਦੁਆਰਾ ਪੰਗਾ ਸਾਹਿਬ ਹੁਣ ਬਣਿਆ ਪੁਤਲੀ ਘਰ ਦੇ ਲਾਗੇ, ਉੱਥੇ ਨਿਰੰਕਾਰੀ ਗੁਰੂ ਸੀਗਾ, ਉਹਦਾ ਇੱਕ ਫੰਕਸ਼ਨ ਹੁੰਦਾ। ਉਹਦੇ ਵਿੱਚ ਬਾਦਲ ਸਾਹਿਬ ਉਸ ਟਾਈਮ ਚੀਫ ਮਿਨਿਸਟਰ ਹੁੰਦੇ, ਮੁੱਖ ਮੰਤਰੀ ਹੁੰਦੇ ਆ, ਉਤਸ਼ਾਹਿਤ ਕਰਕੇ ਉੱਥੇ ਭੇਜਿਆ ਜਾਂਦਾ ਵੀ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲੱਗਾ। ਉਹਦੇ ਵਿੱਚ 7 ਤੋਂ 8 ਜਿਹੜੇ ਲੋਕਲ ਲੋਕ ਸੀਗੇ ਉੱਥੋਂ ਦੇ, ਤਕਰੀਬਨ ਮੈਂ ਨਾਮ ਉਹਨਾਂ ਚੋਂ ਕੁਝ ਭੁੱਲ ਗਿਆ, ਸ਼ਾਇਦ ਵਤਸਨ ਸਿੰਘ, ਕੁਝ ਕੁ ਨਾਮ ਮੈਨੂੰ ਯਾਦ ਸੀਗੇ, ਉਹਨਾਂ ਦੀ ਡੈਥ ਹੋ ਜਾਂਦੀ ਆ। ਬਾਦਲ ਸਾਹਿਬ ਦੀ ਉਦੋਂ ਐਡਮਿਨਿਸਟ੍ਰੇਸ਼ਨ ਸਾਰੇ ਦੇ ਵਿੱਚ ਉਹਨੂੰ ਉੱਥੋਂ ਕੱਢ ਕੇ, ਗੁਰੂ ਨੂੰ, ਨਿਰੰਕਾਰੀਆਂ ਦੇ ਗੁਰੂ ਨੂੰ ਕੱਢ ਕੇ, ਉਹਨੂੰ ਕੱਢ ਕੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਚੰਡੀਗੜ੍ਹ ਸੇਫ ਬਾਹਰ ਪਹੁੰਚਾਇਆ ਜਾਂਦਾ। ਉਹ ਘਟਨਾ ਅਜੇ ਠੰਡੀ ਨਹੀਂ ਹੁੰਦੀ ਤੇ ਮੁਕਤਸਰ ਦੇ ਲਾਗੇ ਹੀ, ਮੈਨੂੰ ਸ਼ਾਇਦ ਹੁਣ ਕਾਫੀ ਸਮਾਂ ਪੜ੍ਹੇ ਨੂੰ ਹੋ ਗਿਆ, ਮੈਨੂੰ ਪਿੰਡ ਦਾ ਨਾਮ ਭੁੱਲ ਗਿਆ, ਉੱਥੇ ਨਿਹੰਗ ਸਿੰਘਾਂ ਨੇ ਐਂਟੀ ਰੈਲੀ ਕੱਢੀ ਹੁੰਦੀ, ਕਿਉਂਕਿ ਇਹਦੇ ਵਿੱਚ ਵੀ ਕੁਝ ਨਿਹੰਗ ਸਿੰਘ ਹੁੰਦੇ ਆ ਜਿੱਦਣ ਉਹ ਡੈਥਾਂ ਹੁੰਦੀਆਂ। ਤੇ ਉਹਦੇ ਵਿੱਚ ਜੀ ਰੌਲਾ ਰੱਪਾ ਪੈਂਦਾ, ਜੇ ਇੱਕ ਹਿਸਾਬ ਨਾਲ ਕਾਫੀ ਨਿਹੰਗ ਸਿੰਘ ਇਕੱਠੇ ਹੋ ਜਾਂਦੇ ਆ। ਸਿਮਰਨਜੀਤ ਸਿੰਘ ਮਾਨ ਤੀਜੀ ਵਾਰੀ ਆ ਕੇ ਉਦੋਂ SSP ਬਣਦਾ ਉੱਥੇ, ਉਦੋਂ ਬਾਦਲ ਸਾਹਿਬ ਦੇ ਰਾਜ, ਕਿਉਂਕਿ ਉਦੋਂ ਪਹਿਲਾਂ ਫਿਰੋਜ਼ਪੁਰ ਕੈਂਟ ਦਾ ਇਹ ASP ਰਹਿ ਚੁੱਕੇ ਹੁੰਦੇ ਆ, ਫਿਰ ਫਿਰੋਜ਼ਪੁਰ ਕੈਂਟ ਫਿਰੋਜ਼ਪੁਰ ਸਿਟੀ ਜਾ ਕੇ SSP ਬਣਦੇ ਆ, ਫਿਰ ਫਰੀਦਕੋਟ 78 ਦੇ ਵਿੱਚ SSP ਬਣਦੇ ਆ। ਉਦੋਂ ਫਰੀਦਕੋਟ ਫਿਰੋਜ਼ਪੁਰ ਵੱਡੇ ਜ਼ਿਲ੍ਹੇ ਸੀ, ਉਦੋਂ ਮੋਗਾ ਹੈ ਨਹੀਂ ਸੀ, ਮੁਕਤਸਰ ਹੈ ਨਹੀਂ, ਇਹ ਜ਼ਿਲ੍ਹੇ ਨਹੀਂ ਸੀ, ਉਦੋਂ ਸਿਰਫ ਪੰਜਾਬ ਦੇ 12 ਜ਼ਿਲ੍ਹੇ ਸੀ, ਛੋਟਾ ਸੀ, ਵੱਡੇ ਜ਼ਿਲ੍ਹੇ ਹੁੰਦੇ ਸੀ। ਹਾਂ, ਪੰਜਾਬ ਦੇ ਸਿਰਫ 12 ਜ਼ਿਲ੍ਹੇ ਸੀਗੇ। ਇਹ ਜਦੋਂ ਬਣਦੇ ਆ ਜੀ, ਉਦੋਂ ਇੱਕ ਕਾਂਡ ਹੋ ਜਾਂਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਬਾਹਰ ਨਹੀਂ ਆਉਂਦੇ, ਨਿਹੰਗ ਸਿੰਘ ਤੋਂ ਬਰਛੇ ਵਗੈਰਾ ਸਾਰਾ ਕੁਝ ਅੱਗੋਂ ਵਿਰੋਧ ਕਰਦੇ ਆ। ਲੇਕਿਨ ਇਹਨਾਂ ਕੋਲੋਂ ਸਰਵਿਸ ਰਿਵਾਲਵਰ ਨਾਲ, ਇਹਨਾਂ ਦੀ ਜੋ ਮੈਂ ਪੜ੍ਹਿਆ ਆ ਹਿਸਟਰੀ 'ਚ, ਕਿਉਂਕਿ ਮੈਂ ਅੱਖੀ ਨਹੀਂ ਦੇਖੀ ਇਹ ਚੀਜ਼, ਉਦੋਂ 12-13 ਸਾਲਾਂ ਦੇ ਹੋਣਗੇ, 11-12 ਸਾਲਾਂ ਦੇ ਹੋਣਗੇ, ਤੇ ਸਾਡੇ ਫਾਦਰ ਸਾਹਿਬ ਵੀ ਪੁਲਿਸ ਸੀਗੇ, ਉਹਨਾਂ ਨੇ ਵੀ ਇਹ ਪਤਾ ਸੀ ਇਹਨਾਂ ਗੱਲਾਂ ਦਾ ਸਾਰਾ। ਉਹ ਇਹਨਾਂ ਦੇ ਸਰਵਿਸ ਰਿਵਾਲਵਰ ਨਾਲ 2 ਨਿਹੰਗ ਸਿੰਘ ਮਰ ਜਾਂਦੇ ਆ। ਲੇਕਿਨ ਇਹਨਾਂ ਦਾ ਕੋਈ ਇੰਸਪੈਕਟਰ ਤੇ ਸਬ ਇੰਸਪੈਕਟਰ 2 ਹੁੰਦੇ ਉਦੋਂ, ਉਹਨਾਂ ਕੋਲੋਂ ਵੀ ਇੱਕ ਬੰਦਾ ਨਿਹੰਗ ਸਿੰਘ ਮਰ ਜਾਂਦੇ, 4 ਨਿਹੰਗ ਸਿੰਘਾਂ ਦੀ ਡੈਥ ਹੁੰਦੀ ਹੈ, ਵਿੱਚੋਂ ਕੁਝ 2-3 ਜ਼ਖਮੀ ਹੁੰਦੇ ਆ। ਉਹ ਕੇਸ ਇਸ ਤਰੀਕੇ ਨਾਲ ਕਵਰ ਕੀਤਾ ਜਾਂਦਾ ਕਿ ਬਾਦਲ ਸਾਹਿਬ ਦੇ ਮਾਨ ਸਾਹਿਬ ਆਪਸ ਵਿੱਚ ਇੰਜ ਹੋ ਜਾਂਦੇ ਆ ਉਸ 78 ਵਾਲੇ ਕੇਸ ਤੋਂ ਬਾਅਦ। ਉਸ ਤੋਂ ਬਾਅਦ ਕੀ ਕੀਤਾ ਜਾਂਦਾ ਕਿ ਉਹ ਕੇਸ ਚੁੱਕਿਆ ਜਾਂਦਾ ਜਾਂ ਹਾਈਲਾਈਟ ਕੀਤਾ ਜਾਂਦਾ ਜਾਂ ਕੁਝ ਹੋਰ ਚੀਜ਼ਾਂ ਹੁੰਦੀਆਂ, ਮੀਡੀਆ ਨਹੀਂ ਸੀ ਉਦੋਂ, ਇਹਨਾਂ ਨੂੰ ਟ੍ਰਾਂਸਫਰ ਅਗੇਨ ਲੁਧਿਆਣੇ ਕਰ ਦਿੰਦੇ ਆ। ਲੁਧਿਆਣੇ ਤੋਂ ਮਹਾਰਾਸ਼ਟਰ 'ਚ ਬੰਬੇ CISF ਦੇ ਬਣਾ ਦਿੰਦੇ ਅਸਿਸਟੈਂਟ ਕਮਾਂਡੈਂਟ ਜਾਂ ਹੋਰ। ਇਹ ਲੰਮੀ ਚੌੜੀ ਹਿਸਟਰੀ ਹੈ ਜੀ, ਇਹ ਇਹਨਾਂ ਦੀ ਸਰਵਿਸ ਹਿਸਟਰੀ ਹੁੰਦੀ ਹੈ। ਲੇਕਿਨ ਇਹ ਕੀ ਇੱਕ ਕੰਮ ਹੁੰਦਾ, ਇਹ ਇਹਨਾਂ ਦੀ ਜਿਹੜੀ ਇਹਦੇ ਦਰਮਿਆਨ ਚੱਲਿਆ ਆਉਂਦਾ ਪ੍ਰੋਸੈਸ ਆ ਸਾਰੀ ਕੁਝ। ਇਹਦੇ ਵਿੱਚ ਆ ਕੇ ਕਿ ਦਰਬਾਰ ਸਾਹਿਬ 84 ਨੂੰ ਅਟੈਕ ਹੋ ਜਾਂਦਾ, 2 ਜੂਨ ਨੂੰ ਤਿਆਰੀ ਕਰਦੀ ਹੈ ਸਰਕਾਰ, 3 ਜੂਨ ਨੂੰ ਅਸਲ 'ਚ ਅਟੈਕ ਹੁੰਦਾ, 2 ਜੂਨ ਨੂੰ CRP BSF ਤੇ ਮਿਲਟਰੀ ਜਿਹੜੀ ਹੈ ਜੀ ਘੇਰਾ ਪਾ ਲੈਂਦੀ ਆ, ਤੇ ਕੁਝ ਕੁ ਫਾਇਰ ਹੁੰਦੇ ਆ 2 ਜੂਨ ਨੂੰ, ਜਿਹਦੇ ਵਿੱਚੋਂ ਬੱਬਰ ਜਿਹੜੇ ਆ ਉਹ ਬੁੰਗਾ ਸਾਹਿਬ ਸੀ, ਜਿਹੜਾ ਬੁੰਗਾ ਗੁਰਦੁਆਰੇ ਤੋਂ ਜਾਂ ਟੈਂਕੀ ਵਾਲੀ ਸਾਈਡ ਤੋਂ ਕੋਈ ਫਾਇਰ ਕਰਦੇ, ਉਹਦੇ ਅਗੇਂਸਟ ਫਾਇਰ। 3 ਤਰੀਕ ਨੂੰ ਪੂਰਾ ਅਟੈਕ ਹੁੰਦਾ, 6 ਤਰੀਕ ਤੋਂ 7 ਤਰੀਕ ਤੱਕ ਸਾਰੀ ਅਟੈਕ ਦੀ ਪ੍ਰੋਸੈਸ ਖਤਮ ਹੁੰਦੀ ਹੈ ਜੀ। 8 ਤਰੀਕ ਨੂੰ ਬਾਦਲ ਸਾਹਿਬ ਕਿਤੇ ਬਾਹਰ ਬੈਠੇ ਹੁੰਦੇ ਕਿਸੇ ਫਾਰਮ ਹਾਊਸ ਤੇ ਜਾਂ ਕਿਤੇ, ਰੌਲਾ ਪੈਂਦਾ ਸਾਰਾ ਕੁਝ। ਲੇਕਿਨ ਤੁਹਾਨੂੰ ਇਹ ਮੈਂ ਦੱਸ ਦਿਆਂ ਕਿ ਜਦੋਂ 84 ਦਾ ਅਟੈਕ ਹੁੰਦਾ ਉਦੋਂ ਇੱਥੇ ਮਿਲਟਰੀ ਰਾਜ ਸੀ, ਕਿਸੇ ਸਰਕਾਰ ਦਾ ਰਾਜ ਨਹੀਂ ਸੀ। ਉਸ ਤੋਂ ਬਾਅਦ ਕੀ ਹੁੰਦਾ ਕਿ ਮਾਨ ਸਾਹਿਬ ਅਸਤੀਫਾ ਦੇ ਆਉਂਦੇ 15 ਜਾਂ 16 ਜੂਨ ਨੂੰ, ਇਹਦੇ ਅਗੇਂਸਟ ਕੈਪਟਨ ਸਾਹਿਬ ਵੀ ਅਸਤੀਫਾ ਦਿੰਦੇ ਆ, ਇਕੱਲੇ ਮਾਨ ਸਾਹਿਬ ਨਹੀਂ, ਹਜ਼ਾਰਾਂ ਹੀ ਸਾਡੇ ਮਿਲਟਰੀ ਦੇ ਹੋਰ ਨੌਜਵਾਨ ਅਸਤੀਫਾ ਦਿੰਦੇ ਆ, ਪੁਲਿਸ ਦੇ ਕਾਫੀ ਮੁਲਾਜ਼ਮ ਅਸਤੀਫਾ ਦਿੰਦੇ ਆ, ਕੁਝ ਹੋਰ ਅਫਸਰ ਵੀ ਅਸਤੀਫਾ ਦਿੰਦੇ ਆ। ਲੇਕਿਨ ਉਦੋਂ ਇੱਕ ਇਸ ਤਰੀਕੇ ਦਾ ਤਾਣਾ ਬਾਣਾ ਪੁਣਿਆ ਜਾਂਦਾ, ਕੈਪਟਨ ਸਾਹਿਬ ਤੇ ਸਰਦਾਰ ਸਿਮਰਜੀਤ ਸਿੰਘ ਮਾਨ, ਇਹ ਆਪਸ, ਇਹਨਾਂ ਦੀ ਮਿਸਿਸ ਗੀਤ ਇੰਦਰ ਆ ਸ਼ਾਇਦ, ਮੈਨੂੰ ਜੇ ਮੈਂ ਨਾਂ ਨਾ ਭੁੱਲਦਾ ਵਾਂ, ਆਪਸ 'ਚ ਸਾਂਢੂ ਨੇ, ਇਹਨਾਂ ਦੀ ਮਿਸਿਸ ਤੇ ਉਹਨਾਂ ਦੀ ਮਿਸਿਸ ਆਪਸ ਭੈਣਾਂ ਨੇ ਸਕੀਆਂ, ਕਿਉਂਕਿ ਇਹ ਵੀ ਇਹਨਾਂ ਦੇ ਫਾਦਰ ਸਾਹਿਬ ਵੀ ਲੈਫਟੀਨੈਂਟ ਸੀਗੇ, ਉਸ ਤੋਂ ਬਾਅਦ ਕਾਂਗਰਸ ਦੇ ਸਪੀਕਰ ਰਹੇ ਆ, ਖੁੱਲਾ ਦਾਇਰਾ ਸੀਗਾ। ਤੇ ਇਸ ਤਰੀਕੇ ਨਾਲ ਸਾਂਢੂ ਕਿਉਂਕਿ ਇਹ ਆਰਮੀ 'ਚ ਉਧਰੋਂ ਕੈਪਟਨ ਸਾਹਿਬ ਸੀ ਤੇ ਇੱਕ ਸ਼ਾਹੀ ਪਰਿਵਾਰ ਸੀ, ਇਹ ਪੁਲਿਸ 'ਚ ਉਦੋਂ ASP ਸੀਗੇ। ਜਦੋਂ ਮੈਰਿਜ ਹੋ ਜਾਂਦੀ ਹੈ ਜੀ
ਇਹਨਾਂ ਦੀ 70 'ਚ ਮੈਰਿਜ ਹੁੰਦੀ ਮਾਨ ਸਾਹਿਬ ਦੀ, ਜੋ ਮੇਰਾ ਰਫ ਜਿਹਾ ਆਈਡੀਆ। ਜਦੋਂ ਉਹਦੇ ਬਾਅਦ ਮਾਨ ਸਿੰਘ ਪੈਦਾ ਹੁੰਦਾ, ਫਿਰ ਇਹਨਾਂ ਦੀ ਬੇਟੀ 2 ਬੇਟੀਆਂ ਨੇ। ਰਾਜਨੀਤਿਕ ਪੱਖ ਬਾਰੇ ਮੈਂ ਚਾਹੁੰਦਾ ਵੀ ਜਦੋਂ ਹਾਂਜੀ, ਮੈਂ ਲੋਕਾਂ ਨੂੰ ਮੈਂ ਦੱਸਦਾ ਨਾ ਵੀ, ਕਿਉਂਕਿ ਮੈਨੂੰ ਅਜੇ ਕਾਫੀ ਕੁਝ ਭੁੱਲਾ, ਲੇਕਿਨ ਫਿਰ ਵੀ ਦੱਸਦਾ ਵੀ ਇੰਨਾ ਕੁਝ ਯਾਦ ਆ ਇਹਨਾਂ ਬਾਰੇ। ਉਦੋਂ ਕੀ ਹੁੰਦਾ ਜੀ, ਜਦੋਂ ਇੱਧਰੋਂ ਚਲੇ ਜਾਂਦੇ ਆ ਤੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਮੰਦਭਾਗੇ ਨੂੰ। ਇੱਥੇ ਤਾਂ ਰਾਸ਼ਟਰਪਤੀ ਰਾਜ ਹੀ ਹੁੰਦਾ, ਉੱਤੇ ਕਾਂਗਰਸ ਦੀ ਸਰਕਾਰ ਹੁੰਦੀ ਹੈ। ਇਹਨਾਂ ਨੂੰ ਫੜ ਕੇ ਜੀ ਪੰਜਾਬ ਦੀ ਕਿਸੇ ਜੇਲ੍ਹ 'ਚ ਨਹੀਂ ਰੱਖਿਆ ਜਾਂਦਾ। ਜਦ ਕਿ ਉਦੋਂ ਜਿਹੜੇ ਸਾਡੇ 84 ਦੇ ਸਾਰੇ ਸਿਆਸੀ ਕੈਦੀ ਸੀਗੇ, ਨਾਭੇ, ਪਟਿਆਲੇ, ਸੰਗਰੂਰ ਜਾਂ ਜੋਧਪੁਰ, ਥੋੜੇ ਜਿਹੇ ਵਿੱਚੋਂ ਤਿਹਾੜ 'ਚ ਗਏ ਸੀਗੇ। ਉਹਨਾਂ ਵਿੱਚ ਟੌੜਾ ਸਾਹਿਬ, ਰਾਮੂਵਾਲੀਆ ਸਾਹਿਬ। ਮੈਂ ਲੋਕਾਂ ਨੂੰ ਵੀ ਦੱਸ ਦਿਆਂ, ਇਹ ਸਾਰੇ ਟੌੜਾ ਸਾਹਿਬ, ਰਾਮੂਵਾਲੀਆ ਸਾਹਿਬ ਜਾਂ ਕੁਝ ਹੋਰ ਜਿਹੜੇ ਉਸ ਟਾਈਮ ਦੇ ਮੌਕੇ ਦੇ ਸਿਆਸੀ ਕੈਦੀ ਸੀਗੇ, ਉਹਨਾਂ ਨੂੰ ਉੱਥੇ ਰੱਖਿਆ ਗਿਆ। ਉਹਨਾਂ ਦੀਆਂ ਸਹੂਲਤਾਂ ਮਿਲੀਆਂ, ਬਾਕੀ ਜਿਹੜੇ ਸੀ ਉਹਨਾਂ ਨੂੰ ਦੂਜੀਆਂ ਸਹੂਲਤਾਂ ਮਿਲੀਆਂ। ਜਿਹੜੇ ਕੋਈ 92 'ਚ ਨਿਕਲ ਕੇ ਆਇਆ, ਕੋਈ ਕਿਸੇ 'ਚ, ਜਿਹਦੇ ਵਿੱਚੋਂ ਫੈਡਰੇਸ਼ਨ ਦੇ, ਉਹਨਾਂ ਦਾ ਵੀ ਅੱਜ ਜ਼ਿਕਰ ਕਰ ਦਈਏ ਜੀ। ਸਾਰੇ ਦੇ ਸਾਰੇ ਬਚ ਗਏ ਜੀ, ਸਿਵਾਏ ਭਾਈ ਅਮਰੀਕ ਸਿੰਘ ਤੇ ਉਹਦੇ 2 ਸਾਥੀਆਂ ਤੋਂ ਇਲਾਵਾ ਫੈਡਰੇਸ਼ਨ ਦੇ ਸਾਰੇ ਪ੍ਰਧਾਨ ਬਚ ਗਏ, ਜਿਹਦੇ ਵਿੱਚ ਵਿਰਸਾ ਸਿੰਘ ਵਲਟੋਆ, ਭਾਈ ਮਨਜੀਤ ਸਿੰਘ ਭੋਮਾ, ਸਾਡੇ ਮਨਜੀਤ ਸਿੰਘ ਭੋਮਾ, ਉਹ ਮਹਿਤਾ ਸਾਹਿਬ, ਚਾਵਲਾ ਸਾਹਿਬ। ਮੈਂ ਤੁਹਾਨੂੰ ਸਾਡੀ ਮਾਝਾ ਬੈਲਟ ਛੱਡ ਕੇ ਇੱਧਰਲੀ ਬੈਲਟ ਦੀ ਵੀ ਨਾਲ ਦੱਸ ਦੇਣਾ, ਜਿਹੜੇ ਉਦੋਂ ਸੀਗੇ ਪ੍ਰਧਾਨ ਫੈਡਰੇਸ਼ਨ ਦੇ, ਕਿਉਂਕਿ ਉਦੋਂ ਮੈਂ ਵੀ ਫੈਡਰੇਸ਼ਨ 'ਚ ਥੋੜਾ ਬਹੁਤਾ ਐਕਟਿਵ ਸਾਂ, ਮੈਨੂੰ ਤਾਂ ਸਾਰਿਆਂ ਦੇ ਨਾਮ ਪਤਾ। ਕਿਆ ਬਾਤ ਹੈ। ਹਾਂਜੀ, ਤੇ ਇਹ ਸਾਰੇ ਜੀ ਬਚ ਗਏ। ਹੁਣ ਤੁਸੀਂ ਆਪ ਜਾਣਦੇ ਵੀ ਜੇ ਸੰਤ ਸ਼ਹੀਦ ਹੋ ਜਾਂਦੇ ਆ, ਭਾਈ ਅਮਰੀਕ ਸਿੰਘ ਸ਼ਹੀਦ ਹੋ ਜਾਂਦਾ, ਹੋਰ ਰਫ ਜੀ ਗਿਣਤੀ ਸੀ ਕਿ 170 ਦੇ ਕਰੀਬ ਸਿੰਘ। ਕੋਈ ਕਿਤਾਬਾਂ ਵੱਧ ਦੱਸਦੀਆਂ ਨੇ, ਕੋਈ 500 ਦੇ ਕਰੀਬ ਦੱਸਦੀਆਂ, ਕੋਈ ਘੱਟ ਦੱਸਦੀਆਂ, ਲੇਕਿਨ ਜੋ ਰਫ ਜੀ ਗਿਣਤੀ ਆ, ਜਿਹੜੇ ਇੰਟਰਨਲ ਇੰਟੈਲੀਜੈਂਸ ਸੀ ਉਹਦੇ ਮੁਤਾਬਕ ਸੀ 200 ਤੋਂ ਘੱਟ ਸੀਗੇ ਸਿੰਘ। ਮਿਲਟਰੀ ਕਾਫੀ ਜ਼ਿਆਦਾ ਮਰਦੀ ਆ, ਫੋਰਸ ਦਾ ਕਾਫੀ ਨੁਕਸਾਨ ਹੁੰਦਾ, CRP ਵਗੈਰਾ ਦਾ। ਇਹਦੇ ਤੋਂ ਬਾਅਦ ਆਪਾਂ 84 ਤੋਂ ਆ ਜਾਂਦੇ ਜੀ, ਮਾਨ ਸਾਹਿਬ ਅਸਤੀਫਾ ਦੇ ਕੇ ਆਉਂਦੇ ਆ, ਲੇਕਿਨ ਇਹਨਾਂ ਦੇ ਖਾਲਿਸਤਾਨ ਪੱਖੀ ਜਾਂ ਕੁਝ ਇਹੋ ਜਿਹੀ ਗੱਲ ਕਰ ਦਿੰਦੇ ਆ, ਜਿਹਦੇ ਕਰਕੇ ਇਹਨਾਂ ਨੂੰ ਇੱਥੋਂ ਚੁੱਕ ਲਿਆ ਜਾਂਦਾ। ਇਹਨਾਂ ਨੂੰ ਮੇਰੇ ਹਿਸਾਬ ਨਾਲ ਮਦਰਾਸ ਦੀ ਕਿਸੇ ਜੇਲ੍ਹ 'ਚ ਰੱਖਿਆ ਜਾਂਦਾ ਵਾ, ਬੰਬੇ ਵਾਲੀ ਜੇਲ੍ਹ 'ਚ ਬਾਅਦ 'ਚ ਲਿਆਉਂਦੇ ਆ, ਉੱਥੇ ਕਿਤੇ ਰੱਖਿਆ ਜਾਂਦਾ, ਜਿੱਥੇ ਇਹ ਕਹਿੰਦੇ ਨੇ ਜੀ ਸਾਡੇ ਨਹੁੰ ਪੁੱਟੇ ਗਏ, ਸਾਡੀ ਦਾੜੀ ਪੁੱਟੀ ਗਈ, ਉਹਦੇ ਵਿੱਚ ਵਾਲ ਹੈ ਨਹੀਂ, ਜੇ ਵੀ ਉਹ ਸਾਰੀ ਜੋ ਘਟਨਾਵਾਂ ਹੋਈਆਂ ਜਾਂ ਨਹੀਂ ਹੋਈਆਂ ਉਹ ਉੱਥੋਂ ਦੀਆਂ। ਮੈਂ ਦੋਨਾਂ ਧਿਰਾਂ ਨਾਲ ਕੋਈ ਸਹਿਮਤੀ ਨਹੀਂ ਰੱਖਦਾ। ਜਿਹੜੇ ਨਹੀਂ ਕਹਿੰਦੇ ਉਹਨਾਂ ਨਾਲ ਵੀ ਮੇਰੀ ਕੋਈ ਸਹਿਮਤੀ ਨਹੀਂ, ਜਿਹੜੇ ਕਹਿੰਦੇ ਹੋਈ ਉਹਨਾਂ ਨਾਲ ਵੀ ਮੇਰੀ ਕੋਈ ਸਹਿਮਤੀ ਨਹੀਂ, ਕਿਉਂਕਿ ਜੋ ਮਾਨ ਸਾਹਿਬ ਨੇ ਬਿਆਨ ਦਿੱਤੇ ਆ, ਜੋ ਉਹਨਾਂ ਦੇ ਨਾਲ ਉੱਥੇ ਲੋਕਲ ਉਦੋਂ ਬੰਦੇ ਸੀਗੇ, ਉਦੋਂ ਬਾਅਦ 'ਚ ਆਏ, ਉਹ ਕਹਿੰਦੇ ਜੀ ਵੀ ਜਿਹੜੀ ਇੱਕ ਵਾਰ ਦਾੜੀ ਪੁੱਟੀ ਜਾਵੇ ਜਾਂ ਕੁਝ ਪੁੱਟਿਆ ਜਾਵੇ, ਪਰਮਾਤਮਾ ਦੀ ਕਿਰਪਾ ਦੇਣ ਆ ਜੀ, ਇਹ ਉੱਗ ਪੈਂਦੀ ਆ, ਦੁਬਾਰਾ ਆ ਜਾਂਦੀ ਹੈ। ਪਰ ਇਹਨਾਂ ਦੇ ਹੈ ਨਹੀਂ, ਪਰ ਇਹ ਜਿਹੜੀ ਨਹੀਂ ਆਉਣੀ, ਜਦ ਕਿ 1984 'ਚ 45 ਦੇ ਹਿਸਾਬ ਨਾਲ ਤੁਸੀਂ ਗਿਣ ਲਓ, ਇਹਨਾਂ ਦੀ ਉਮਰ 39 ਸਾਲ ਬਣਦੀ ਆ। ਚਲੋ ਮੈਂ ਫਿਰ ਤੁਹਾਨੂੰ ਦੁਬਾਰਾ ਮੁੜ ਕੇ ਲਿਆਉਣਾ ਚਾਹੁੰਦਾ ਵੀ ਜਿਹੜੀ ਇਲੈਕਸ਼ਨ ਜਿੱਤੀ ਹੈਗੀ ਜੀ ਹੁਣ ਇਹਨਾਂ ਨੇ, ਪਹਿਲਾਂ 2 ਇਲੈਕਸ਼ਨ ਜਿੱਤੀਆਂ ਤੇ ਇਹ ਇੱਕ ਵਾਰੀ ਤਾਂ ਗਏ ਹੀ ਨਹੀਂ ਅੰਦਰ। ਇਹ ਪਹਿਲੀ ਵਾਰੀ ਇਲੈਕਸ਼ਨ ਜਿਹੜੀ ਹੋਈ ਸੀ। ਹਾਂਜੀ, ਮੈਂ ਉਹ ਉੱਥੇ ਆ ਰਿਹਾ, ਬਸ ਹੁਣ 84 ਦਾ ਕੰਮ ਖਤਮ ਹੋ ਗਿਆ, ਉਹ ਤੋਂ ਬਾਅਦ ਇਹਨਾਂ ਨੂੰ ਉੱਥੇ ਖੜਦੇ ਆ ਜੀ, ਉਹ ਤੋਂ ਬਾਅਦ ਉੱਥੇ ਲਿਜਾਂਦੇ। ਲੇਕਿਨ ਜਦੋਂ ਪਤਾ ਲੱਗਦਾ ਕਿ ਆਹ ਕੰਮ ਹੋ ਗਿਆ, ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਜਿੱਤ ਨਹੀਂ ਸਕਦੇ, ਅਕਾਲੀਆਂ ਨੇ, ਬਾਦਲ ਸਾਹਿਬ ਦਾ ਖਾਸ ਕਰਕੇ ਉਦੋਂ ਰੈਪੂਟੇਸ਼ਨ ਬਾਦਲ ਸਾਹਿਬ ਦੀ ਕਾਫੀ ਡਾਊਨ ਹੋ ਗਈ 84 ਤੋਂ ਬਾਅਦ, ਸਾਰਿਆਂ ਦੀ ਹੁਣ ਨਾਲੋਂ ਕੋਈ ਸੁਧਰੀ ਸੀ, ਲੇਕਿਨ ਡਾਊਨ ਸੀਗੇ। ਇਹਨਾਂ ਨੇ ਕੀ ਕੀਤਾ ਕਿ ਚਿਹਰਾ ਸਾਹਮਣੇ ਲਿਆਂਦਾ ਜਾਵੇ, ਲੇਕਿਨ ਉਹ ਚਿਹਰਾ ਕੈਪਟਨ ਅਮਰਿੰਦਰ ਸਿੰਘ ਨਹੀਂ ਸੀ ਬਣ ਸਕਦਾ, ਕਿਉਂਕਿ ਉਦੋਂ ਤੱਕ 99 ਤੱਕ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਸਾਹਿਬ 'ਚ ਪਾਰਟ ਪੈ ਚੁੱਕਾ ਸੀ, ਨੇੜਤਾ ਨਹੀਂ ਸੀ ਰਹੀ। ਫਿਰ ਕੀ ਕੀਤਾ ਗਿਆ ਜੀ, ਕਿਹੜਾ ਚਿਹਰਾ ਲਿਆ, ਜਦ ਸਰਦਾਰ ਜੋਗਿੰਦਰ ਸਿੰਘ ਮਾਨ ਨੂੰ ਲਿਆਂਦਾ ਜਾਵੇ, ਇਹਨਾਂ ਦੇ ਫਾਦਰ ਸਾਹਿਬ ਨੂੰ, ਜਾਂ ਇੱਕ ਉਦੋਂ 2 ਗੱਲਾਂ ਹੋਰ ਚੱਲੀਆਂ ਸੀ ਜੀ, ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਕੋਈ ਨਜ਼ਦੀਕੀ ਜਾਂ ਉਹਨਾਂ ਨੂੰ ਲਿਆ ਕੇ ਕੀਤਾ ਜਾਵੇ। ਲੇਕਿਨ ਕੀ ਸੀ, ਉਦੋਂ ਬੱਬਰਾਂ ਨੇ ਵੱਖਰਾ ਵਿਰੋਧ ਕੀਤਾ ਤੇ ਖਾਲਿਸਤਾਨ ਦੀਆਂ ਜਿੰਨੀਆਂ ਦੂਜੀਆਂ ਫੋਰਸਾਂ ਬਣ ਚੁੱਕੀਆਂ ਸੀ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਟਾਈਗਰ ਫੋਰਸ, ਉਹ ਸਾਰੇ ਅਲੱਗ-ਅਲੱਗ ਹੋ ਚੁੱਕੇ ਸੀਗੇ। ਫਿਰ ਇੱਕ ਗੱਲ ਆਈ ਵੀ ਉਹ ਬੰਦਾ ਕੋਈ ਜੇਲ੍ਹ 'ਚ ਬੈਠਾ, ਉਹਨੂੰ ਲੱਭਿਆ ਜਾਵੇ ਜਿਹੜਾ ਇਸ ਤਰੀਕੇ। ਉਦੋਂ ਫਿਰ ਸਿਮਰਜੀਤ ਸਿੰਘ ਮਾਨ ਜੀ ਦਾ ਨਾਂ ਆਉਂਦਾ ਸੀ, ਮੂਹਰੇ ਕੀਤਾ ਜਾਂਦਾ, ਕਿਉਂਕਿ 2 ਚੀਜ਼ਾਂ ਮੁੱਖ ਸੀ ਜੀ। ਇੱਕ ਐਡੇ ਵੱਡੇ ਉਹਦੇ ਤੋਂ ਅਸਤੀਫਾ ਦੇਣਾ, ਮੈਂ ਆਪਣੇ ਹਿਸਾਬ ਨਾਲ ਕਹਾਂਗਾ ਜੀ ਕੁਰਬਾਨੀ ਹੈ, ਕੋਈ ਛੋਟੀ ਮੋਟੀ ਗੱਲ ਨਹੀਂ, ਚਾਹੇ ਹਾਲਾਤ ਕੁਛ ਹੋਣ, ਮਤਲਬ ਕੁਛ ਹੋਵੇ, ਉਹਦੇ ਪਿੱਛੇ ਮਨਸ਼ਾ ਕੁਛ ਹੋਵੇ, ਲੇਕਿਨ ਉਹ ਕੁਰਬਾਨੀ ਸੀਗੀ, ਇੱਕ ਐਡੇ ਵੱਡੇ ਅਹੁਦੇ ਨੂੰ ਛੱਡ ਦੇਣਾ। ਕਿਉਂਕਿ ਮੈਨੂੰ ਪਤਾ ਮੇਰੇ ਫਾਦਰ ਸਾਹਿਬ ਨੇ 84 ਦੇ ਅਟੈਕ ਤੋਂ ਬਾਅਦ 1-2 ਸਾਲਾਂ ਬਾਅਦ ਜੋਬ ਇਸ ਕਰਕੇ ਛੱਡਤੀ ਜੀ, ਅਸੀਂ ਕਰਨੀ ਨਹੀਂ ਜੀ, ਅਸੀਂ ਸਰਕਾਰ ਦਾ ਵਿਰੋਧ ਕਰਦੇ ਹਾਂ, ਤੇ ਮੈਂ ਉਹਨੂੰ ਕੁਰਬਾਨੀ ਗਿਣਦਾ। ਉਸ ਤੋਂ ਬਾਅਦ ਕੀ ਹੋਇਆ ਜੀ,
89 ਦੇ ਵਿੱਚ ਇਹਨਾਂ ਨੂੰ ਤਰਨਤਾਰਨ ਤੋਂ ਖਿਲਾਰ ਦਿੱਤਾ। ਜਿਹੜੇ ਕੈਪਟਨ ਚੰਨਣ ਸਿੰਘ ਜਿਨ੍ਹਾਂ ਦੀ ਅੱਜ ਕੱਲ੍ਹ ਤੁਸੀਂ ਇੰਟਰਵਿਊ ਹਾਂਜੀ ਹਾਂਜੀ ਹਾਂਜੀ, ਉਹ ਇਹਨਾਂ ਦੇ 89 ਦੇ ਵਿੱਚ ਉੱਥੇ ਇੰਚਾਰਜ ਬਣੇ ਸਾਡੇ ਅੰਮ੍ਰਿਤਸਰ। ਇਹਨਾਂ ਦਾ ਦਫ਼ਤਰ ਖੋਲ੍ਹਿਆ ਗਿਆ ਅੰਮ੍ਰਿਤਸਰ, ਇਹਨਾਂ ਦਾ ਘਰ ਲਿਆ ਗਿਆ ਜਿਹੜਾ ਅੱਜ ਕੱਲ੍ਹ ਨਿਊ ਅੰਮ੍ਰਿਤਸਰ 'ਚ ਹੈ। ਅੱਜ ਕੱਲ੍ਹ ਉਹੀ ਕੈਪਟਨ ਸਾਹਿਬ ਇਹਨਾਂ ਦੇ ਪੋਤੜੇ ਫੋਲਦੇ ਪਏ। ਹਾਂਜੀ ਹਾਂਜੀ, ਉਹਨਾਂ ਦੀ ਵੀ ਤੁਹਾਨੂੰ ਗੱਲ ਦੱਸਦਾ ਜੀ। ਹੋਇਆ ਕਿ ਉੱਥੇ ਲੈਣ ਤੋਂ ਬਾਅਦ ਇਹਨਾਂ ਨੇ ਹੌਲੀ ਹੌਲੀ ਸਾਰੀਆਂ ਜਿਹੜੀਆਂ ਸੱਥਾਂ ਸੀਗੀਆਂ ਜਾਂ ਸਫਾਵਾਂ ਸੀ ਜਿਹੜੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਮਹਿਤਾ ਵਾਲੇ ਜਿਹੜੇ ਬਾਬਾ ਜੀ ਸੀ ਸਾਡੇ ਮਹਿਤਾ ਚੌਂਕ ਵਾਲੇ, ਉਹਨਾਂ ਨੇ ਵੀ ਕਾਫੀ ਨੂੰ ਕਿਹਾ ਤੇ 4 ਚੁਫੇਰੇ ਕਰੌਲਾ ਪੈ ਗਿਆ ਵੀ ਜੇ ਤੁਸੀਂ ਇਕੱਠੇ ਨਹੀਂ ਹੁੰਦੇ ਤੁਸੀਂ ਜਿੱਤਦੇ ਨਹੀਂ। ਤੇ ਇੱਕ ਟੈਗ ਲੱਗ ਚੁੱਕਾ ਸੀਗਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ, ਟੌੜਾ, ਤਲਵੰਡੀ, ਉਦੋਂ ਦੇ ਜਿਹੜੇ ਖਾਸ ਨੇਤਾ ਸੀਗੇ, ਉਹਨਾਂ ਦੇ ਉੱਤੇ ਇੱਕ ਸਰਜੀਤ ਸਿੰਘ ਬਰਨਾਲਾ, ਇਹਨੇ ਟੈਗ ਲੱਗ ਚੁੱਕਾ ਜੇ ਇਹ ਅੱਗੇ ਆਉਂਦੇ ਆ ਤੇ ਅਸੀਂ ਜਿੱਤਦੇ ਨਹੀਂਗੇ, ਕਾਂਗਰਸ ਫਿਰ ਦੁਬਾਰਾ ਜਿੱਤੂ। ਸਰਕਾਰ ਪੱਖੀ ਇਹਨਾਂ ਨੂੰ ਕਿਹਾ ਗਿਆ ਸੀਗਾ, ਸਰਕਾਰ ਪੱਖੀ ਕਿਹਾ ਜਾ। ਉਦੋਂ ਇਲੈਕਸ਼ਨ ਐਮਐਲਏ ਦੀ ਨਹੀਂ ਸੀ, ਉਦੋਂ ਐਮਪੀ ਦੀ ਇਲੈਕਸ਼ਨ, ਪਾਰਲੀਮੈਂਟ ਦੀ ਇਲੈਕਸ਼ਨ। ਪੰਜਾਬ ਦੇ 12 ਜਗ੍ਹਾ ਤੋਂ ਬੰਦੇ ਖਿਲਾਰਨੇ ਸੀਗੇ। ਸਰਦਾਰ ਸਿਮਰਜੀਤ ਸਿੰਘ ਮਾਨ ਨੂੰ 89 'ਚ ਫਿਰ ਤਰਨਤਾਰਨ ਤੋਂ ਖੜਾ ਕੀਤਾ ਗਿਆ ਤੇ ਕੈਪਟਨ ਚੰਨਣ ਸਿੰਘ ਜੀ ਗੁਰਦਾਸਪੁਰ ਤੋਂ ਖੜੇ ਹੋਏ ਸੀ। ਇਹ ਤਕਰੀਬਨ 50,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰੇ ਸੀ। ਚਾਹੇ ਹੁਣ ਜੋ ਮਰਜ਼ੀ ਕਹੀ ਜਾਣ, ਜੋ ਉਦੋਂ ਕਿਉਂਕਿ ਆਪਾਂ ਜਵਾਨ ਸਾਂ, ਸਾਨੂੰ ਹਾਂਜੀ ਹਾਂਜੀ ਬਿਲਕੁਲ ਦਿਮਾਗ ਵੀ ਕੰਮ ਕਰਦਾ ਸੀ। ਹੁਣ ਤਾਂ ਚਲੋ ਥੋੜਾ ਬਹੁਤਾ ਘੱਟ ਕਰਨ ਲੱਗ ਗਿਆ। ਸਿਮਰਜੀਤ ਸਿੰਘ ਮਾਨ ਹਿਸਟਰੀ ਪੈਦਾ ਕੀਤੀ ਸੀ ਜੀ। ਤਕਰੀਬਨ 5 ਲੱਖ ਵੋਟਾਂ ਦੇ ਲੱਗ 4,70,000 ਸ਼ਾਇਦ ਕੁਝ ਵੋਟਾਂ ਸੀ ਤਰਨਤਾਰਨ ਤੋਂ ਜਿੱਤੇ ਸੀ। ਬਾਕੀ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ, ਜਿੰਨੇ ਇਹਨਾਂ ਦੇ ਮੁਕਾਬਲੇ ਬਾਕੀ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸੀ। ਲੇਕਿਨ ਉਹਦੇ ਪਿੱਛੇ ਬਹੁਤ ਵੱਡਾ ਯੋਗਦਾਨ ਸੀ। ਬ੍ਰਹਮਪੁਰਾ ਫੈਮਿਲੀ ਸਾਰੀ ਦੀ ਸਾਰੀ ਇਹਨਾਂ ਦੇ ਹੱਕ 'ਚ ਆ ਗਈ ਸੀ, ਬਹਿ ਗਈ ਸੀ, ਉਹਨਾਂ ਕਿਸੇ ਤਰੀਕੇ ਨਾਲ ਬਿਠਾਇਆ। ਨਹੀਂ, ਜੋ ਖਲੋਤੇ ਵੀ ਰਹਿੰਦੇ ਤਾਂ ਕੁਝ ਨਹੀਂ ਸੀ ਹੋਣਾ ਉਹਨਾਂ ਦਾ। ਹਾਂਜੀ, ਨਹੀਂ, ਲੇਕਿਨ ਐਂਟੀ ਨਹੀਂ ਗਏ। ਵਲਟੋਆ ਵਾਲੇ ਜਿਹੜੇ ਇਹ ਸਾਰੇ ਸੀ, ਇਹਨਾਂ ਸਾਰਿਆਂ ਵੀ ਉਦੋਂ ਉਸ ਪੱਖ 'ਚ ਸਪੋਰਟ ਕੀਤੀ ਜਿਹੜੇ ਅੱਜ ਦੀ ਡੇਟ 'ਚ ਕਹੀ ਜਾਂਦੇ ਜੀ ਮਾਨ ਸਾਹਿਬ ਵੇਖਾਂਗੇ ਕੀ ਕਰਨਗੇ। ਵਿਰਸਾ ਵਲਟੋਆ ਜਾਂ ਦੂਜੇ ਤੀਜੇ ਜਿੰਨੇ ਸਾਰੇ ਨੇ। ਕੈਰੋ ਫੈਮਿਲੀ ਨੇ ਵੀ ਖੁਦ ਇਹਨਾਂ ਦੀ ਸਪੋਰਟ ਕੀਤੀ ਕਿਉਂਕਿ ਬਾਦਲ ਸਾਹਿਬ ਦਾ ਉਸ ਏਰੀਏ 'ਚ ਇੰਨਾ ਪ੍ਰਭਾਵ ਨਹੀਂ ਜਿੰਨਾ ਉੱਥੇ ਕੈਰੋ ਫੈਮਿਲੀ ਦਾ ਪ੍ਰਭਾਵ ਹੈ। ਗੁਰਿੰਦਰ ਕੈਰੋ, ਸੁਰਿੰਦਰ ਕੈਰੋ ਦੋਨੇ ਭਰਾ ਸੀ ਆਪਸ ਵਿੱਚ, ਪ੍ਰਤਾਪ ਸਿੰਘ ਕੈਰੋ ਦੇ ਦੋਨੇ ਬੇਟੇ ਆ। ਉਹਨਾਂ ਨੇ ਵੀ ਇਹਨਾਂ ਦੀ ਹੈਲਪ ਕੀਤੀ ਤਾਂ ਏਡੀ ਵੱਡੀ ਉੱਥੇ ਜਿੱਤ ਹੋਈ। ਲੇਕਿਨ ਏਡੀ ਵੱਡੀ ਜਿੱਤ ਤੋਂ ਬਾਅਦ ਇਹ ਕਿਸੇ ਨੇ ਮਤਲਬ ਕਿ ਜੋ ਇੰਟਰਨਲ ਇੰਟੈਲੀਜੈਂਸ ਉਹ ਤੇ ਕਹਿੰਦੀ ਕਿ ਬਾਦਲ ਸਾਹਿਬ ਤੇ ਦੂਜਿਆਂ ਸਾਰਿਆਂ ਚੁੱਕਿਆ ਜੀ, ਅਗਲੀ ਇਲੈਕਸ਼ਨ ਹੁਣ ਆਪਾਂ ਕਰਾ ਦੇਣੀ ਹੈ ਕਿਉਂਕਿ ਰਾਸ਼ਟਰਪਤੀ ਰਾਜ ਖਤਮ ਹੋਣਾ। ਉਦੋਂ ਵੀ ਰਾਸ਼ਟਰਪਤੀ ਰਾਜ ਚੱਲ ਪਿਆ ਸੀ, ਖਤਮ ਹੋਣਾ ਆ ਤੇ ਇਲੈਕਸ਼ਨ ਹੋਣੀ ਹੈ ਤੇ ਇਹਦੇ 'ਚ ਤੁਸੀਂ ਮਾਨ ਸਾਹਿਬ ਮੁੱਖ ਮੰਤਰੀ ਬਣੋਗੇ, ਤੁਸੀਂ ਆਕੜ ਜੋ ਵੀ ਅਸੀਂ ਕਿਰਪਾਨ ਅੰਦਰ ਲੈ ਕੇ ਜਾਣੀ, ਇਹਨਾਂ ਜਾਣ ਨਹੀਂ ਦੇਣੀ। ਤੇ ਹੋ ਸਕਦਾ ਮਾਨ ਸਾਹਿਬ ਉਦੋਂ ਪੋਲਿਟਿਕਸ ਦੇ ਉਹ ਸਟੈਟਿਕਸ ਨਾ ਸਮਝ ਨਹੀਂ ਸੀ ਜਾਣਦੇ ਜਾਂ ਇਹਨੇ ਜ਼ਿਆਦਾ ਇਸ ਪੱਖ 'ਚ ਨਾ ਹੋਣ। ਇਹਨਾਂ ਦਾ ਉਹ ਅੜੀਅਲਪਣ ਗਿਣ ਲਓ ਜਾਂ ਇਹਨਾਂ ਦਾ ਇਉਂ ਗਿਣ ਲਓ ਵੀ ਅੜ ਜਾਣਾ, ਅਖੜ ਸੁਭਾਅ, ਅਖੜ ਸੁਭਾਅ, ਜਾਂ ਪੁਲਿਸ ਵਾਲਿਆਂ ਦਾ ਸੁਭਾਅ, ਜਿਵੇਂ ਅਸੀਂ ਆਪਣੇ ਫਾਦਰ ਸਾਹਿਬ ਨੂੰ ਕਹਿੰਦੇ ਨੇ ਵੀ ਪੁਲਿਸ ਵਾਲੇ ਅੜ ਜਾਂਦੇ ਆ, ਪੁਲਿਸ ਵਾਲਾ ਸੁਭਾਅ ਗਿਣ ਲਓ, ਇਹ ਅੜ ਗਏ। ਉਸ ਟਰਮ ਦੇ ਵਿੱਚ ਇਹਨਾਂ ਨੂੰ ਖਾਰਜ ਹੋਣਾ ਪਿਆ ਐਮਪੀ ਮੈਂਬਰਸ਼ਿਪ ਤੋਂ, ਜਦ ਕਿ ਇੰਨੀ ਵੱਡੇ ਮੈਂਡੇਟ ਨਾਲ ਜਿੱਤਣਾ। ਇਹਨਾਂ ਦਾ ਸਾਥੀ ਚੰਨਣ ਸਿੰਘ ਹਾਰ ਗਿਆ। ਲੇਕਿਨ 6 ਜਿਹੜੇ ਸੀਗੇ ਜੀ ਸ਼੍ਰੋਮਣੀ ਅਕਾਲੀ ਦਲ ਦੇ, ਉਦੋਂ 6, ਇਹ ਤਾਂ 10 ਕਹਿੰਦੇ ਨੇ ਕੋਈ, ਲੇਕਿਨ ਮੇਲ ਜੋਲ ਨਾਲ ਬਾਕੀ ਜਿੱਤੇ 6 ਨਰੋਲ ਇਹਨਾਂ ਦੇ ਆਪਣੇ ਜਿੱਤੇ ਬੰਦੇ। ਹੋਇਆ ਕੀ ਜੀ, 99 ਦੇ ਇਹ ਇਨਸੀਡੈਂਟ ਤੋਂ ਬਾਅਦ ਮਾਨ ਸਾਹਿਬ ਫਿਰ 94 'ਚ ਇਲੈਕਸ਼ਨ ਲੜੇ, ਦੂਜੀ ਵਾਰੀ ਬੜੀ ਬੁਰੀ ਤਰ੍ਹਾਂ ਹਾਰੇ। ਬੁਰੀ ਤਰ੍ਹਾਂ ਇਸ ਕਰਕੇ ਹੁੰਦਾ ਵੀ ਕਿੱਥੇ 5 ਲੱਖ ਨਾਲ ਜਿੱਤਣਾ, ਕਿਤੇ ਹਜ਼ਾਰਾਂ ਦੀ ਗਿਣਤੀ 'ਚ ਵੋਟਾਂ ਨਾਲ ਹਾਰਨਾ। 94 'ਚ ਲੜੇ, ਫੇਰ ਹਾਰੇ। 99 'ਚ ਜਿੱਤੇ ਫਿਰ ਦੁਬਾਰਾ, ਫੇਰ 99 'ਚ ਉੱਥੋਂ ਨਹੀਂ ਲੜੇ, ਸੰਗਰੂਰ ਤੋਂ ਆ ਕੇ ਲੜੇ। ਮੈਂ 99 'ਚ ਸੰਗਰੂਰ ਸੀ। ਸਭ ਵੇਖੋ ਜੀ ਮੇਰੀ ਦੁਰਘਟਨਾ ਮੇਰੇ ਨਾਲ ਵੇਖੋ, ਮੈਂ ਵੀ 99 ਸੰਗਰੂਰ ਸੀਗਾ ਜਦੋਂ ਇਲੈਕਸ਼ਨ ਲੜਦੇ ਆ। ਇੱਥੇ ਵੀ ਜਿਹੜਾ ਉਦੋਂ ਕਾਮਰੇਡਾਂ ਦੇ ਸੀਗਾ, ਸ਼ਾਇਦ ਜਿੰਦਲ ਸੀ ਮੇਰੇ ਖਿਆਲ, ਉਹ ਵੀ ਕਾਲੀਆਂ ਨੇ ਵੀ ਸਪੋਰਟ ਕੀਤੀ, ਦੂਜਿਆਂ ਨੇ ਵੀ। ਲੇਕਿਨ ਉਦੋਂ ਵੀ ਕੰਮ ਇਹ ਘਟਨਾ ਹੋਈ ਕਿ ਮਾਨ ਸਾਹਿਬ ਦਾ ਪੱਖ ਇਸ ਕਰਕੇ ਭਾਰੂ ਹੋ ਗਿਆ ਕਿ ਉਦੋਂ 90 ਕੇ ਸ਼ਾਇਦ 92 'ਚ ਇਲੈਕਸ਼ਨ ਹੋਈ ਤੇ ਕਾਂਗਰਸ ਜਿੱਤੀ, ਤੇ 92 ਤੋਂ ਲੈ ਕੇ 97 ਤੱਕ ਕਾਂਗਰਸ ਨੇ ਜ਼ੁਲਮ ਬੜਾ ਕੀਤਾ ਪੰਜਾਬ 'ਤੇ, ਜਿਹਦੇ ਦੌਰਾਨ ਡੈਥ ਹੁੰਦੀ ਹੈ ਜੀ ਚੀਫ ਮਿਨਿਸਟਰ ਪੰਜਾਬ ਦੀ ਬੇਅੰਤ ਸਿੰਘ ਦੀ, ਜਿਹਨੂੰ ਉਡਾਇਆ ਜਾਂਦਾ ਬੰਬ ਨਾਲ। ਉਹਦੇ ਪਹਿਲਾਂ ਦਰਬਾਰਾ ਸਿੰਘ ਵੀ ਕਾਰਿਆਕਰਮ 'ਚ ਵੀ ਤਕਰੀਬਨ ਇਹੋ ਕੁਝ ਹੁੰਦਾ। ਗਿਆਨੀ ਜੈਲ ਸਿੰਘ ਜੀ ਵੀ ਉਸ ਪੀਰੀਅਡ ਤੋਂ ਪਹਿਲਾਂ ਇਹਨਾਂ ਕਰਮਾਂ 'ਚ ਇਨਵੋਲਵ ਰਹੇ। ਤੁਹਾਨੂੰ ਮੈਂ ਸਾਰੀ ਹਿਸਟਰੀ ਇਸ ਕਰਕੇ ਦੱਸ ਰਿਹਾ ਵੀ ਤੁਸੀਂ ਇਹ ਨਾ ਸੋਚੋ ਸਿੱਖਾਂ ਨੂੰ ਸਿੱਖਾਂ ਨੇ ਮਾਰਿਆ, ਇਹ ਨਾ ਸੋਚੋ ਵੀ ਹੁਣ ਮਾਨ ਸਾਹਿਬ ਜਾਣਗੇ ਤੇ ਕੁਝ ਨਹੀਂ ਕਰਨਗੇ ਜਾਂ ਕੁਝ ਕਰਨਗੇ, ਤੇ ਉਹਦੇ ਵਿੱਚ ਵੀ ਤੁਸੀਂ ਗਣਿਓਗੇ ਅਸੀਂ ਸਿੱਖ ਹੀ ਹਾਂ ਜਿਹੜੇ ਸਿੱਖਾਂ ਦਾ ਬੇੜਾ ਗਰਕ ਕਰਦੇ ਆ। ਮਾਨ ਸਾਹਿਬ ਜਿੱਤੇ ਜੀ 99 'ਚ, ਪਹਿਲੀ ਪੈਨਸ਼ਨ ਲੱਗ ਗਈ ਮਾਨ ਸਾਹਿਬ ਦੀ, ਕਿਉਂਕਿ 99 ਤੋਂ ਲੈ ਕੇ 2004 ਤੱਕ ਮਾਨ ਸਾਹਿਬ ਨੇ ਕੁਝ ਨਹੀਂ ਕੀਤਾ। ਨਾ ਤੇ ਕਿਰਪਾਨ ਦਾ ਮਸਲਾ ਹੱਲ ਕਰ ਸਕੇ,
ਨਾ ਇਹ ਕਿਸੇ ਜੁਝਾਰੂ ਸਿੰਘ ਨੂੰ ਅੰਦਰੋਂ ਛਡਾ ਸਕੇ। 10 ਦਿਨ ਦੇ 99 ਤੋਂ ਲੈ ਕੇ 2004 ਤੱਕ ਇਹਨਾਂ ਇੱਕ ਵੀ ਬੰਦਾ ਛਡਾਇਆ ਜੇਲ੍ਹਾਂ 'ਚ ਜਿਹੜੇ ਬੰਦ ਸੀ। ਤੇ ਹੋਇਆ ਕਿ ਇੱਕ 99 ਤੋਂ ਬਾਅਦ ਇੱਕ ਹੋਰ ਚੱਕਰ ਹੁੰਦਾ ਜੀ, ਹਲਵਾਰੇ ਦੇ ਲਾਗੇ ਪਿੰਡ ਆ ਕੋਈ ਗਿੱਦੜਾਣੀ, ਉੱਥੇ ਲੌਂਗੋਵਾਲ ਨੂੰ ਕਤਲ ਕਰ ਦਿੱਤਾ ਜਾਂਦਾ। ਉਹ ਵੀ ਇੰਸੀਡੈਂਟ ਇਹਨਾਂ ਦੇ ਸੰਗਰੂਰ ਜਿੱਤਣ 'ਚ ਇਨਵੋਲਵ ਹੁੰਦਾ, ਕਿਉਂਕਿ ਲੌਂਗੋਵਾਲ ਦੀ ਡੈਥ ਹੁੰਦੀ ਤੇ ਲੋਕਾਂ ਨੇ ਤਾਂ ਗਵਾਇਆ ਵੀ ਬੜਾ ਸੀ ਕਿ ਗਿੱਦੜਾਣੀ ਵਿੱਚ ਗਿੱਦੜ ਮਾਰਿਆ, ਸ਼ੇਰਪੁਰੇ ਦਾ ਸ਼ੇਰਾਂ ਨੇ। ਉਹ ਇਹ ਹਲਵਾਰਾ ਆ, ਉਹ ਹਲਵਾਰਾ ਸੀ ਜਰਨੈਲ ਸਿੰਘ ਜਿਹਨੇ ਉਹਨੂੰ ਮਾਰਿਆ। ਉਹ ਸੰਗਰੂਰ ਤੋਂ ਫੜੇ ਗਏ ਸੀ। ਵਾਈਟ ਕੋਠੀ ਵਾਲਾ ਇੰਸੀਡੈਂਟ ਹੈ, ਉਹ ਵੀ ਤੁਹਾਨੂੰ ਕਿਤੇ ਟਾਈਮ ਹੋਇਆ ਦੱਸਾਂਗੇ। ਤੇ ਉਹ ਵੀ ਇੰਸੀਡੈਂਟ ਵਿੱਚ ਇਨਵੋਲਵ ਹੋ ਜਾਂਦਾ। ਲੇਕਿਨ ਉਦੋਂ ਸੰਗਰੂਰ ਵਿੱਚ 2-3 ਘਟਨਾਵਾਂ ਹੋਰ ਹੁੰਦੀਆਂ ਜਿਹੜੀਆਂ ਇਨਵੋਲਵ ਹੋ ਜਾਂਦੀਆਂ ਤੇ ਮਾਨ ਸਾਹਿਬ ਦੀ 99 'ਚ ਜਿੱਤ ਹੋ ਜਾਂਦੀ ਹੈ। ਉਹਨਾਂ ਦਾ ਨਾਮ ਮਾਨ ਸਾਹਿਬ ਦੀ ਹਮੇਸ਼ਾ ਇੰਸੀਡੈਂਟਾਂ ਤੇ ਜਿੱਤ ਹੁੰਦੀ ਆ ਜਿੱਤ ਜੀ। 2004 ਤੱਕ ਮਾਨ ਸਾਹਿਬ ਨੇ ਨਾ ਤੇ ਕੋਈ ਬੰਦੀ ਛਡਵਾਇਆ 5 ਸਾਲ, ਜਿਨ੍ਹਾਂ ਦੇ ਨਾਂ ਤੇ ਕੀਤਾ ਸੀ ਸਾਰਾ ਕੁਝ। ਨਾ ਹੀ ਸਿੱਖਾਂ ਦਾ ਕੋਈ ਉਹ ਮਸਲਾ ਅੱਗੇ ਰੱਖ ਸਕੇ ਵੀ ਸਾਡਾ ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ। ਨਾ ਹੀ ਖਾਲਿਸਤਾਨ ਪ੍ਰਤੀ ਕੋਈ ਖਾਸ ਠੋਸ ਚੁੱਪ ਰਹੇ ਤਕਰੀਬਨ। ਮਾਨ ਸਾਹਿਬ ਦੀ ਹਾਜ਼ਰੀ ਵੀ ਜਿਹੜੀ ਤਕਰੀਬਨ 12 ਤੋਂ 14% ਹੀ ਸੀ। 88% ਕਦੀ ਸਿੱਖ ਹੋ ਗਏ, ਕਦੀ ਕੁਛ ਹੋਏ, ਕਦੀ ਕੁਛ ਹੋ ਗਏ। ਕਹਿਣ ਦਾ ਮਤਲਬ ਕਿ ਜੇ 100 ਸੈਸ਼ਨ ਹੋਇਆ ਤੇ 13 ਸੈਸ਼ਨ ਅੰਦਰ ਗਏ ਨੇ। ਉਹਦੇ ਵਿੱਚ ਇਹੋ ਜਿਹੇ ਕੋਈ ਮਸਲੇ ਰਹੇ। ਫਿਰ ਉਹਦੀ ਖਮਿਆਜਾ ਮਾਨ ਸਾਹਿਬ ਨੇ ਭੁਗਤਿਆ। 4 ਤੋਂ ਬਾਅਦ ਅਗਲੀ ਇਲੈਕਸ਼ਨ 'ਚ ਹਾਰੇ 9 'ਚ, 9 ਤੋਂ ਬਾਅਦ 14 'ਚ ਹਾਰੇ, 14 ਤੋਂ ਬਾਅਦ 19 'ਚ ਹਾਰੇ, 19 ਤੋਂ ਬਾਅਦ 22 'ਚ ਹਾਰੇ MLA ਖਲੋ ਕੇ। ਕਿੰਨੀਆਂ ਇਲੈਕਸ਼ਨਾਂ ਹਾਰ ਕੇ, ਇੰਨਾ ਵੱਡਾ ਸੋਕਾ ਸੀਗਾ। ਲੇਕਿਨ ਉਹਦੇ ਦੌਰਾਨ 2 ਇੰਸੀਡੈਂਟ ਹੋਰ ਹੋ ਜਾਂਦੇ। ਮੇਰੀ ਗੱਲ ਨੂੰ ਗਲਤ ਪਾਸੇ ਨਾਲ ਲੈ ਕੇ ਜਾਇਓ। ਦੀਪ ਸਿੱਧੂ ਦੀ ਡੈਥ ਹੋ ਜਾਂਦੀ ਹੈ। ਉਹ ਬੰਦਾ ਇੱਕ ਵਧੀਆ ਪ੍ਰਚਾਰਕ ਸੀਗਾ, ਇੱਕ ਵਧੀਆ ਇਹੋ ਕਹੋ ਕਿ ਸਟ੍ਰੇਟ ਫਾਰਵਰਡ ਜਿਹਾ ਬੰਦਾ ਸੀ, ਜਿਹਨੇ ਕਿ ਲੋਕਾਂ ਨੂੰ ਸਿੱਧਾ ਹੀ ਦੱਸਣਾ ਸ਼ੁਰੂ ਕਰ ਦਿੱਤਾ ਵੀ ਆਹ ਹੁੰਦਾ, ਜੇ ਹੁੰਦਾ, ਉਹ ਹੁੰਦਾ। ਤੇ ਮਾਨ ਸਾਹਿਬ ਨੇ ਉਹਦੀ ਹਾਂ 'ਚ ਹਾਂ ਮਿਲਾਉਣੀ ਸ਼ੁਰੂ ਕਰ ਦਿੱਤੀ। ਹੁਣ ਇਹ ਮਾਨ ਸਾਹਿਬ ਉਹੀ ਨੇ ਜੀ ਜਿਨ੍ਹਾਂ ਨੇ 5 ਸਾਲ ਮੈਂਬਰ ਪਾਰਲੀਮੈਂਟ ਰਹਿ ਕੇ ਕੁਛ ਨਹੀਂ ਕੀਤਾ, ਤਰਨਤਾਰਨ ਦੀ ਇਲੈਕਸ਼ਨ ਜਿੱਤ ਕੇ ਜਿਨ੍ਹਾਂ ਨੇ ਕੁਛ ਨਹੀਂ ਕੀਤਾ, ਜਿਹੜੇ ਉਦੋਂ ਬਾਅਦ ਲਗਾਤਾਰ ਤੁਹਾਡੇ ਸਾਰਿਆਂ ਦੇ ਵਿੱਚ ਰਹੇ, ਵਿਚਰਦੇ ਰਹੇ, ਲੇਕਿਨ ਦੱਬੇ ਪੈਰੀ ਦੱਬੇ ਮੂੰਹ ਖਾਲਿਸਤਾਨ ਜਿੰਦਾਬਾਦ ਕਹਿੰਦੇ ਰਹੇ। ਇਹਨਾਂ ਨੇ ਉਹਨੂੰ ਉੱਚੇ ਹੋ ਕੇ ਕਹਿਣਾ ਸ਼ੁਰੂ ਕਰਤਾ, ਜਿਹੜਾ ਬਾਅਦ 'ਚ ਜਦੋਂ ਬਾਦਲਾਂ ਨਾਲ ਮੀਟਿੰਗ ਹੁੰਦੀ ਫਿਰ ਇਹਨਾਂ ਨੇ ਦੱਬਣਾ ਸ਼ੁਰੂ ਕਰਤਾ। ਉੱਥੇ ਜੋ ਸਾਰਿਆਂ ਨੇ ਸੁਣਿਆ, ਜਦੋਂ ਕਹਿੰਦੇ ਅੱਖ ਮਾਰਾਂਗਾ ਤੁਸੀਂ ਕਹਿ ਦੇ ਵੀ ਖਾਲਿਸਤਾਨ ਜਿੰਦਾਬਾਦ ਹੈ। ਲੇਕਿਨ ਦੂਜੀ ਇੱਕ ਬਹੁਤ ਮੰਦਭਾਗੀ ਘਟਨਾ ਹੋਰ ਹੁੰਦੀ ਹੈ ਸਿੱਧੂ ਸਾਹਿਬ ਤੋਂ ਬਾਅਦ। ਦੂਸਰੀ ਵੀ ਸਿੱਧੂ ਹੀ ਸੀ, ਕਿਉਂਕਿ ਮੈਂ ਤਾਂ ਕਹਿੰਦਾ ਹੁੰਦਾ ਜੀ 22 ਜਿਹੜਾ ਹੈ 21 ਤੇ 22 ਸਿੱਧੂ ਵਾਲੀ ਬਹੁਤ ਮਾੜਾ ਰਿਹਾ। ਨਵਜੋਤ ਸਿੰਘ ਸਿੱਧੂ ਅੰਦਰ ਚਲਾ ਗਿਆ, ਦੀਪ ਸਿੱਧੂ ਦੀ ਡੈਥ ਹੋ ਗਈ, ਸਿੱਧੂ ਮੂਸੇਵਾਲੇ ਦੀ ਡੈਥ ਹੋ ਜਾਂਦੀ ਹੈ, ਕਤਲ ਹੋ ਜਾਂਦਾ। ਇਹਨਾਂ ਲਈ ਮਾੜਾ ਰਿਹਾ। ਮਾਨਾਂ ਲਈ ਬਹੁਤ ਚੰਗਾ ਰਿਹਾ। ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣ ਗਿਆ, ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ। ਇਹ ਕੈਲਕੂਲੇਸ਼ਨ ਤੁਸੀਂ ਉਹ ਕਦੇ ਉਹ ਸਿਤਾਰਿਆਂ ਦੇ ਮੁਤਾਬਕ ਤਾਂ ਨਹੀਂ ਕਰਦੇ ਜਦ ਜੋਤਸ਼ੀ ਕਰਦੇ ਹੁੰਦੇ? ਨਹੀਂ, ਸਿਤਾਰਿਆਂ ਦੇ ਮੁਤਾਬਕ ਇਹ ਤਾਂ ਆਮ ਜਿਹਾ ਗੈਸ ਹੈ ਜੀ। ਉਹਨਾਂ ਦਿਨਾਂ 'ਚ ਮਾਨ ਜਿਹੜਾ ਕਲਾਕਾਰ ਸੀ ਉਹਦੇ ਬਾਹਰਲੇ ਮੁਲਕਾਂ 'ਚ ਸ਼ੋਅ ਬਹੁਤ ਹਿੱਟ ਹੋਏ, ਕਿਉਂਕਿ ਓਵਰਆਲ ਮਾਨਾਂ ਲਈ ਇਹ ਸਾਲ ਚੰਗਾ ਰਿਹਾ। ਸਿੱਧੂ ਵਾਲੀ ਡਾਊਨ ਰਿਹਾ, ਜਿਹੜੇ ਹਾਈ ਫਿਗਰ ਸੀਗੇ। ਲੇਕਿਨ ਉਹ ਗੱਲ ਆਪਾਂ ਫਿਰ ਮਾਨ ਸਾਹਿਬ 'ਤੇ ਲਿਆਉਂਦੇ, ਸਿਮਰਜੀਤ ਸਿੰਘ ਮਾਨ 'ਤੇ। ਉਸ ਤੋਂ ਬਾਅਦ ਕੀ ਹੋਇਆ ਜੀ 22 ਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੇ ਕਾਫੀ ਵੱਡਾ ਇੰਪੈਕਟ ਛੱਡਿਆ, ਜਿਹਦੇ ਵਿੱਚ ਲੱਖਾ ਸਿਧਾਣਾ ਹਾਰ ਜਾਂਦਾ ਤੇ ਲੱਖਾ ਸਿਧਾਣਾ ਵੀ ਉਸ ਹਾਰ ਦੇ ਕਰਕੇ ਰੱਬ ਦੱਬ ਕੇ ਵਿਰੁੱਧ ਪ੍ਰਚਾਰ ਕਰਦਾ ਆਪ ਦੇ, ਤੇ ਮਾਨ ਸਾਹਿਬ ਨੂੰ ਸਪੋਰਟ ਕਰਦਾ। ਵੈਸੇ ਲੱਖਾ ਸਿਧਾਣਾ ਤੇ ਮਾਨ ਸਾਹਿਬ ਦੀ ਆਈਡੀਓਲੋਜੀ ਬਹੁਤ ਮਿਲਦੀ ਨਹੀਂ ਆਪਸ 'ਚ, ਲੇਕਿਨ ਸਪੋਰਟ ਕੀਤੀ ਜਾਂਦੀ ਹੈ। ਤੀਸਰੀ ਹੋਰ ਵੇਖੋ ਜੀ ਵੱਡੀ ਗੱਲ, ਇਕੱਲੇ ਲੱਖੇ ਸਿਧਾਣੇ ਦੇ ਹਾਰਨ ਦੀ ਗੱਲ ਨਹੀਂ ਜੀ। ਬੀਜੇਪੀ ਆਪਣਾ ਬੰਦਾ ਖੜਾ ਕਰਦੀ, ਖੜਾ ਕਿਹੜੇ ਬੰਦੇ ਨੂੰ ਕਰਦੀ ਜਿਹਦੀ ਬੜੀ ਵੱਡੀ ਸ਼ਾਖ ਆ ਉੱਥੇ ਬਰਨਾਲੇ 'ਚ। ਬਿਲਕੁਲ, ਉਹ ਬੰਦਾ ਕਾਫੀ ਵੋਟਾਂ ਸ਼ਹਿਰ ਦੀਆਂ ਪਾੜਦਾ। ਮਾਨ ਸਾਹਿਬ ਤੁਸੀਂ ਓਵਰਆਲ ਸਰਵੇ ਵੇਖੋ, ਮਾਨ ਸਾਹਿਬ ਸੰਗਰੂਰ ਬਰਨਾਲਾ ਇਹਦੇ 'ਚੋਂ ਬਹੁਤ ਜ਼ਿਆਦਾ ਹੈਵੀ ਤਰੀਕੇ ਨਾਲ ਜਿੱਤਿਆ। ਰੂਰਲ ਦੇ ਵਿੱਚੋਂ ਮਾਨ ਸਾਹਿਬ ਉਸ ਤਰੀਕੇ ਨਾਲ ਜਿੱਤੇ ਨੇ, ਰੂਰਲ 'ਚੋਂ ਆਪ ਵਾਲਾ ਭਾਰੀ ਰਿਹਾ, ਜਾਂ ਰੂਰਲ ਦੇ ਵਿੱਚੋਂ ਗੋਲਡੀ ਨੂੰ ਧੂਰੀ 'ਚੋਂ ਵੋਟਾਂ ਜ਼ਿਆਦਾ ਜਿਸ ਤਰ੍ਹਾਂ ਲੈ ਜਾਂਦਾ ਵਾ, ਜਦ ਕਿ ਪਹਿਲਾਂ ਭਗਵੰਤ ਮਾਨ ਉੱਥੋਂ ਜਿੱਤੇ ਹੁੰਦੇ ਆ। ਇਹ ਚੀਜ਼ਾਂ ਦੇ ਕਾਫੀ ਫੈਕਟਰ ਕਾਊਂਟ ਕਰਨ ਕਰਕੇ ਉੱਥੇ ਮਾਨ ਸਾਹਿਬ ਜਿੱਤਦੇ ਆ। ਤੁਸੀਂ ਇਹ ਨਾ ਸੋਚੋ ਕਿ ਮਾਨ ਸਾਹਿਬ ਉੱਥੇ ਸਿਰਫ ਇਨਫਲੂਐਂਸ਼ੀਅਲ ਕਰਕੇ। ਪਿਛੋਕੜ ਸਾਰਾ ਦੱਸਿਆ ਜੀ ਇਸ ਜਿੱਤ ਦਾ, ਜਾਂ ਇਸ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੀ ਜਿੱਤ ਹੋਈ ਆ, ਜਿਨ੍ਹਾਂ ਦੀ ਜਿੱਤ ਨੂੰ ਬਹੁਤ ਵਡਿਆ ਕੇ ਬਹੁਤ ਵੱਡੇ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਕਿ ਇੱਕ ਬਦਲਾਅ ਜਿਹੜਾ ਸੀਗਾ ਲਿਆਂਦਾ ਪੰਜਾਬ ਦੇ ਲੋਕਾਂ ਨੇ। ਉਹ ਤੋਂ ਪੰਜਾਬ ਦੇ ਲੋਕ ਅੱਕ ਗਏ ਤੇ ਉਹਨਾਂ ਨੇ ਇਹ ਗੱਲ ਮੰਨ ਲਈ, ਸਵੀਕਾਰ ਕਰ ਲਈ ਕਿ ਸਿਮਰਨਜੀਤ ਸਿੰਘ ਮਾਨ ਦਾ ਹੁਣ ਕੋਈ ਹੋਰ ਤੋੜ ਨਹੀਂ ਹੈ, ਤੇ ਸਿਮਰਨਜੀਤ ਸਿੰਘ ਮਾਨ ਹੀ ਸ਼ਾਇਦ ਪੰਜਾਬੀਆਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨ ਵਾਸਤੇ ਇੱਕੋ ਇੱਕ ਸ਼ਖਸੀਅਤ ਹੈ।
ਇਹ ਪਿਛੋਕੜ ਸਾਰਾ ਤੁਸੀਂ ਸੁਣ ਕੇ ਅੰਦਾਜ਼ਾ ਲਾ ਸਕਦੇ ਆ। ਤੇ ਮੇਰਾ ਸਵਾਲ ਉੱਥੇ ਹੀ ਫੇਰ ਖੜਾ ਜਿੱਥੋਂ ਸ਼ੁਰੂ ਕੀਤੀ ਸੀ ਗੱਲ ਮੈਂ, ਕਿ ਲੋਕ ਕਿੰਨੀ ਕੁ ਉਮੀਦ ਰੱਖਣ ਕਿ ਵੇਖੋ ਜੀ, ਲੋਕ ਸਭਾ 'ਚ ਜਾ ਕੇ ਸਿਮਰਨਜੀਤ ਸਿੰਘ ਮਾਨ ਪੰਜਾਬ ਦੀਆਂ ਮੰਗਾਂ, ਬੰਦੀ ਸਿੰਘਾਂ ਦੀਆਂ ਮੰਗਾਂ, ਪੰਜਾਬ ਦੀਆਂ ਮੰਗਾਂ ਵਿੱਚ ਚੰਡੀਗੜ੍ਹ ਦੀ ਗੱਲ ਕਰ ਲਈਏ, ਪੰਜਾਬ ਯੂਨੀਵਰਸਿਟੀ ਦੀ ਕਰ ਲਈਏ, ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਈਏ, ਹਾਂਜੀ, ਬੇਅਦਬੀ ਦੇ ਮਾਮਲਿਆਂ ਦੀ ਗੱਲ ਕਰ ਲਈ, ਇਹਨਾਂ ਮਸਲਿਆਂ ਨੂੰ ਕੋਈ ਹੁਲਾਰਾ ਦੇ ਸਕਦੇ ਆ ਜਾਂ ਫਿਰ ਕੋਈ ਆਪਣਾ ਨਵਾਂ ਰੂਪ ਲਿਆ ਕੇ ਸਾਹਮਣੇ ਰੱਖਣਗੇ ਤੇ ਬਸ ਗੱਲ? ਦੇਖੋ ਭਾਜੀ, ਐਕਸਪਰਟ ਤਾਂ ਮੈਂ ਕੋਈ ਨਹੀਂਗਾ ਪੋਲੀਟਿਕਸ ਦਾ, ਲੇਕਿਨ ਮੈਂ ਆਪਣੇ ਤਜਰਬੇ ਤੋਂ ਲੈ ਕੇ, ਕਿਉਂਕਿ ਮੈਂ ਇਹਨਾਂ ਮਹਾਨ ਸ਼ਖਸੀਅਤਾਂ ਬਾਦਲ ਸਾਹਿਬ ਨੂੰ, ਮਾਨ ਸਾਹਿਬ ਨੂੰ, ਕੈਪਟਨ ਸਾਹਿਬ ਨੂੰ, ਜਾਂ ਜਿਹੜੇ ਚਲੇ ਗਏ ਨੇ 1977 ਤੋਂ ਵੇਖਦਾ ਆ ਰਿਹਾ, ਕਿਉਂਕਿ ਸਾਡੇ ਘਰ ਦਾ ਪੋਲੀਟਿਕਸ ਨਾਲ ਬੜਾ ਗੂੜਾ ਸੰਬੰਧ ਸੀ। ਮੈਂ ਜਥੇਦਾਰ ਮਾਨਯੋਗ ਸਰਦਾਰ ਬੂਟਾ ਸਿੰਘ ਜੀ ਬੜੇ ਤਗੜੇ ਸੁਤੰਤਰਤਾ ਸੰਗਰਾਮੀ ਰਹੇ ਨੇ, ਉਹਨਾਂ ਦੇ ਪਰਿਵਾਰ ਚੋਂ ਆ, ਤੇ ਸਾਡੇ ਘਰ ਦਾ ਸ਼ੁਰੂ ਤੋਂ ਪੋਲੀਟਿਕਸ ਨਾਲ ਬੜਾ ਜੋੜ ਤੇ ਲਗਾਵ ਰਿਹਾ। ਤੇ ਦੂਸਰੀ ਗੱਲ, ਮਾਨ ਸਾਹਿਬ ਬਾਰੇ ਮੈਂ ਇਸ ਕਰਕੇ ਜਾਣਦਾ ਕਿ ਮੇਰੇ 3 ਚਾਚੇ ਤੇ ਮੇਰੇ ਫਾਦਰ ਸਾਹਿਬ ਪੁਲਿਸ ਚੋਂ ਰਿਟਾਇਰ ਹੋਏ ਨੇ, ਤੇ ਉਹ ਵੀ ਅਰਲੀ ਰਿਟਾਇਰ, ਫਾਦਰ ਸਾਹਿਬ ਦੀ ਬਹੁਤ ਅਰਲੀ ਰਿਟਾਇਰਮੈਂਟ 84 ਤੋਂ ਬਾਅਦ। ਤਾਂ ਇਹ ਮੈਂ ਤੁਹਾਨੂੰ ਇਸ ਕਰਕੇ ਆਪਣੇ ਤਜਰਬੇ ਦੇ ਤੇ ਮੈਂ ਆਪਣੇ ਬਿਆਨ ਤੇ, ਬਾਕੀ ਤੁਸੀਂ ਜ਼ਿਆਦਾ ਸਿਆਣੇ ਜੀ, ਤੁਸੀਂ ਵੀ ਇਹ ਚੀਜ਼ ਨੂੰ ਘਰ ਬਹਿ ਕੇ ਐਨਾਲਿਸਿਸ ਕਰਿਓ ਵੀ ਆ ਕੁਝ ਹੋਇਆ ਤੇ ਹੁਣ ਕੀ ਹੋ, ਸਾਰੇ ਸਟੈਪ ਦੱਸਦੇ ਤੇ ਗਾਂ ਕੀ ਹੋ ਸਕਦਾ। ਲੇਕਿਨ ਇੱਕ ਗੱਲ ਹੋਰ ਨੋਟ ਰੱਖਿਓ ਕਿ ਤੁਸੀਂ ਕੱਲ ਨੂੰ ਇਹ ਕਹਿੰਦੇ ਕਿ ਕੁਝ ਲੋਕਾਂ ਨੇ ਕਿਹਾ ਕਿ ਮਾਨ ਸਾਹਿਬ ਦੀ ਇਨਕਮ ਘਟੀ, ਕੋਈ ਇਨਕਮ ਨਹੀਂ ਘਟੀ ਜੀ। ਜਿਹੜੀ ਸ਼ੂਗਰ ਫੈਕਟਰੀ ਦੇ ਵਿੱਚ ਬੀਅਰ ਤੇ ਇੰਡੀਅਨ ਦੇ ਕੁਝ ਬ੍ਰਾਂਡਡ ਤੇ ਵੋਦਕਾ ਤਿਆਰ ਹੁੰਦੀ ਆ, ਉਹਦੇ 'ਚ ਮਾਨ ਸਾਹਿਬ ਦਾ ਹਿੱਸਾ ਆ। ਭਲੇ ਹੀ ਇਹਨਾਂ ਦੇ ਦੂਜੇ ਮਾਨ ਸਾਹਿਬ ਜਿਹੜੇ ਚਾਚੇ ਤਾਇਆਂ ਦੇ ਨੇ, ਉਹੀ ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਨੇ, ਉਹੀ ਇਹਨਾਂ ਦੇ ਡਾਇਰੈਕਟਰ, ਪਰਿਵਾਰਕ ਬਿਜ਼ਨਸ ਉਹਨਾਂ ਦੀ ਨੋ ਹੀ ਇੱਕ ਹੋਰ ਡਾਇਰੈਕਟਰ ਆ ਇਹਨਾਂ ਦਾ, ਥੋੜਾ ਜਿਹਾ ਸਾਈਡ ਦੇ। ਉਸ ਤੋਂ ਇਲਾਵਾ ਇਹਨਾਂ ਦੀ ਆਪਣੀ ਜ਼ਮੀਨ ਵੀ ਆ, ਆਪਣਾ ਇਹਨਾਂ ਦਾ ਫਾਰਮ ਹਾਊਸ ਵੀ ਆ, ਕਿਲਾ ਗੁਰਨਾਮ ਸਿੰਘ ਜੀ ਜਿਹਨੂੰ ਇਹ ਕਹਿੰਦੇ ਉੱਥੇ। ਲੇਕਿਨ ਉਹਦੇ ਵਿੱਚੋਂ ਵੇਖੋ ਜੀ, ਮਾਨ ਸਾਹਿਬ ਦੇ ਨਾਂ ਸਿਰਫ 2% ਆ। ਚਲੋ ਕੁਛ ਹੋਵੇ, ਹਾਂਜੀ, ਜਿਹੜੀ ਜ਼ਮੀਨ ਵੀ ਆ ਉਹ ਇਹਨਾਂ ਦੇ ਬੇਟੇ ਦੇ ਨਾਂ ਆ, ਜਿਹੜੇ ਉਹ ਸ਼ੇਅਰ ਨੇ ਉਹ ਵੀ ਇਹਨਾਂ ਦੇ ਬੇਟੇ ਦੇ ਨਾਂ ਜਾਂ ਇਹਨਾਂ ਦੀ ਮਿਸੀ ਦੇ ਨਾਂ ਆ। 2 ਬੇਟੀਆਂ ਇਹਨਾਂ ਦੀਆਂ, ਇਹਨਾਂ ਵਿੱਚੋਂ ਉਹ ਤੇ ਅਲੱਗ ਨੇ, ਵਿਆਹੀਆਂ ਗਈਆਂ ਨੇ। ਮੈਂ ਤੁਹਾਨੂੰ ਨੈਟ ਇੱਕ ਰਿਜ਼ਲਟ ਇਹ ਕੱਢਦਾ ਕਿ ਮਾਨ ਸਾਹਿਬ ਨੂੰ 10 ਲੱਖ ਤੇ ਕੋਈ 35,000 ਰੁਪਇਆ ਪੈਨਸ਼ਨ ਮਿਲਦੀ ਆ ਜੀ। ਕਿਉਂਕਿ ਜਦੋਂ 99 ਤੋਂ 2004 ਤੱਕ ਰਹੇ ਨੇ, ਉਦੋਂ ਉਹਨਾਂ ਨੂੰ ਸਾਰੇ ਭੱਤੇ ਉਹ ਮਿਲਦੇ, ਲੇਕਿਨ ਉਸ ਤੋਂ ਬਾਅਦ ਵੀ ਇਹਨਾਂ ਦੀ ਟੈਲੀਫੋਨ ਸੁਵਿਧਾਵਾਂ ਸਾਰੀਆਂ ਫ੍ਰੀ ਨੇ, ਇਹਨਾਂ ਨੂੰ ਗੱਡੀ ਵਿਦ ਪੈਟਰੋਲ ਫ੍ਰੀ ਆ ਮਿਲਦੀ ਆ। ਮਾਨ ਸਾਹਿਬ ਦਾ ਖਰਚਾ ਕੋਈ ਨਹੀਂ। ਜੇ ਤੁਸੀਂ ਇਹ ਸੋਚੋ ਵੀ ਮਾਨ ਸਾਹਿਬ ਕਿੱਥੋਂ ਕਮਾਉਂਦੇ ਹੋ, ਸਿਕਿਉਰਿਟੀ ਵੱਖਰੀ ਆ। ਜਿਹੜੀ 10,35,000 ਇਹਨਾਂ ਨੂੰ ਇਹ ਮਿਲਦੀ ਆ ਨਾ, ਇਹਦੇ ਵਿੱਚ ਜੇ ਨਾ ਪਹਿਲੀ ਸਹੁੰ ਚੁੱਕੀ ਹੁੰਦੀ ਤੇ ਉਹ ਐਡ ਹੋਣੀ, ਲੇਕਿਨ ਹੁਣ ਕੱਲ ਫਿਰ ਕਿੰਨਾ ਐਡੀਸ਼ਨ ਹੋ ਜਾਣਾ ਉਹ ਵੀ ਤੁਸੀਂ ਵੇਖ ਲਿਓ ਵੀ ਕਿੰਨੀ ਪੈਨਸ਼ਨ। ਮਾਨ ਸਾਹਿਬ ਦੇ ਤਕਰੀਬਨ 20 ਲੱਖ ਰੁਪਈਆ, 20 ਲੱਖ ਤਾਂ ਨਹੀਂ, 15-16 ਲੱਖ ਰੁਪਈਆ, ਲੱਖ ਸਵਾ ਲੱਖ ਮਹੀਨੇ ਦੀ ਇਹ ਪੈਨਸ਼ਨ, ਪਲੱਸ ਇਹਨਾਂ ਨੂੰ ਸਾਰੀਆਂ ਸਹੂਲਤਾਂ ਮਿਲੇ। ਇਹ ਨਾ ਸੋਚਿਓ ਕਿ ਮੈਂ ਤੁਹਾਨੂੰ ਇਸ ਕਰਕੇ, ਮੇਰਾ ਵਿਰੋਧੀ ਨਹੀਂ, ਮੈਂ ਕਹਿੰਦਾ 2 ਲੱਖ ਮਿਲਣੀ ਚਾਹੀਦੀ, ਲੇਕਿਨ ਮਾਨ ਸਾਹਿਬ ਹੱਥ ਜੋੜ ਕੇ ਬੇਨਤੀ ਆ ਕਿ ਇੰਨਾ ਕੁਝ ਤੁਹਾਨੂੰ ਅਸੀਂ ਦਿੱਤਾ, ਸਿੱਖ ਕੌਮ ਨੇ ਦਿੱਤਾ, ਤੁਸੀਂ ਕੀ ਦੇਣਾ? ਬੜਾ ਵੱਡਾ ਸਵਾਲ ਜੀ ਪੰਜਾਬੀ ਸੱਥ 'ਚ ਬੈਠੇ ਸਾਰੇ ਭੈਣ ਭਰਾਵਾਂ ਲਈ ਵੀ ਤੇ ਮਾਨ ਸਾਹਿਬ ਲਈ ਵੀ। ਇੱਕ ਭਾਜੀ ਮੈਂ ਤੁਹਾਡੀ ਗੱਲ ਹੋਰ ਕੱਟਣੀ ਚਾਹੁੰਦਾ, ਮੈਂ ਇਹ ਨਹੀਂ ਕਹਿੰਦਾ ਕਿ ਮਾਨ ਸਾਹਿਬ ਨੂੰ ਕਿਉਂ ਕਹਿੰਦਾ, ਕਿਉਂਕਿ ਬਾਕੀਆਂ ਤੋਂ ਸਾਨੂੰ ਉਮੀਦ ਹੀ ਕੋਈ ਨਹੀਂ। ਜੇ ਤੁਸੀਂ ਸੋਚੋ ਸਾਨੂੰ ਕਾਂਗਰਸੀਆਂ ਤੋਂ ਉਮੀਦ ਆ, ਜਾਂ ਜਿਹੜੇ ਆਪ ਦਾ ਤਾਂ ਹੈ ਹੀ ਕੋਈ ਨਹੀਂ, ਸਾਰੇ ਇੱਕੋ ਜਿਹੇ, ਜਾਂ ਅਕਾਲੀਆਂ ਦੇ ਸੁਖਬੀਰ ਸਿੰਘ ਬਾਦਲ ਤੋਂ ਸਾਨੂੰ ਕੋਈ ਉਮੀਦ ਹੈ, ਜਾਂ ਬੀਬਾ ਜੀ ਤੋਂ ਸਾਨੂੰ ਕੋਈ ਉਮੀਦ ਹੈ, ਜਾਂ ਕੋਈ ਬੀਜੇਪੀ ਦਾ ਜੇ ਕੋਈ MP ਆ ਉਹ ਤੋਂ ਉਮੀਦ, ਸਾਨੂੰ ਕਿਸੇ ਤੋਂ ਕੋਈ ਉਮੀਦ ਨਹੀਂ। ਸਿਆਣੇ ਕਹਿੰਦੇ ਹਿਰਖ ਉਹਦੇ ਨਾਲ ਹੁੰਦਾ ਜਿਹੜਾ ਆਪਣਾ ਹੋਵੇ, ਤੇ ਮਾਨ ਸਾਹਿਬ ਤੁਹਾਡੇ ਨਾਲ ਹਿਰਖ ਇਹ ਆ ਕਿ ਜੇ ਤੁਸੀਂ ਹੁਣ ਵੀ ਕੁਝ ਨਾ ਕੀਤਾ, ਫਿਰ ਜ਼ਿੰਦਗੀ 'ਚ ਇਹ ਆ ਵੀ ਸਾਡੇ ਆ ਜਿਹੜੇ ਸਾਡੀ ਉਮਰ ਦੇ ਜਾਂ ਸਾਡੇ ਤੋਂ ਜਿਹੜੇ ਆਉਣ ਵਾਲੇ ਬੱਚੇ ਆ, ਉਹਨਾਂ ਦੇ ਮੂੰਹ ਤੇ ਥੁੱਕਣ ਵਾਲੀ ਗੱਲ ਆ ਤੁਹਾਡੇ ਵੱਲੋਂ ਵੀ ਲਓ ਤੁਸੀਂ ਉਹ ਗਾਂਡੂ ਜੇ ਜਿਨ੍ਹਾਂ ਨੇ ਪਿਛਲੀ ਵਾਰੀ ਵਿਆਹ ਕੀਤਾ ਤੇ ਹੁਣ ਵੀ ਆਹ ਕੀਤਾ, ਲੇਕਿਨ ਮੈਂ ਨਹੀਂ ਜੇ ਕੁਝ ਕਰਨਾ। ਠੀਕ ਹੈ, ਸਾਡਾ ਤਬਾਰ ਨਾ ਗਵਾਇਓ। ਬਾਦਲ ਸਾਹਿਬ ਨੇ ਆਪਦੇ ਦਿਲ ਦੇ ਬਲਬਲੇ ਜਿਹੜੇ ਆ ਉਹ ਵੀ ਰੱਖੇ ਆ ਤੇ ਉਹਨਾਂ ਦੀ ਹਿਸਟਰੀ ਵੀ ਸੁਣਾਈ ਆ। ਗੱਲ ਲੰਬੀ ਕਾਫੀ ਹੋ ਗਈ, ਹਾਂਜੀ ਹਾਂਜੀ, ਤੇ ਬਹੁਤ ਕੁਛ ਇਸ ਲੰਬੀ ਗੱਲ ਨੇ ਅੱਜ ਹੋਰ ਖਾ ਲਿਆ ਸਾਡਾ, ਤੇ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ ਜੀ। ਤੇ ਮੈਂ ਅਖੀਰ ਤੇ ਇੱਕ ਜ਼ਰੂਰ ਤੁਹਾਨੂੰ ਗੱਲ ਕਹੂੰਗਾ ਕਿ ਮੂਡ ਤਾਂ ਠੀਕ ਕਰ ਲਓ, ਸਾਰਾ ਸੀਰੀਅਸ ਹੀ ਮੂਡ ਚੱਲਦਾ, ਅਖੀਰ ਤੇ ਕੋਈ ਮੂਡ ਖਬਰ ਚੰਗੇ ਵਾਲੀ ਕੋਈ ਜਿਹੜੀ ਆ ਮੂਡ ਇਹ ਠੀਕ ਕਵਿਤਾ ਦੀ ਲਿਖੀ ਹੈ। ਮਾਨ ਸਾਹਿਬ ਸਾਨੂੰ ਤੁਹਾਡੇ ਤੇ ਮਾਣ ਆ। ਦੂਸਰੀ ਗੱਲ, ਭਗਵੰਤ ਮਾਨ ਸਾਹਿਬ ਵੀ ਇਹ ਫੀਲ ਨਾ ਕਰਨ ਸਾਨੂੰ ਤੁਹਾਡੇ ਤੇ ਵੀ ਮਾਣ ਹੈ, ਕਿਉਂਕਿ ਬੰਦਾ ਉਹ ਵੀ ਇਮਾਨਦਾਰ ਹੈ। ਦਾਗ ਅਜੇ ਤੱਕ ਮਾਨ ਸਾਹਿਬ ਤੇ ਵੀ ਕੋਈ ਨਹੀਂ ਲੱਗਾ,
ਕਿਉਂਕਿ ਲੋਕਾਂ ਦੇ ਦਾਗ ਲਾਉਣੇ ਉਹ ਗੱਲ ਮੈਂ ਅਲੱਗ ਗਿਣਦਾ ਕਿ ਉਦੋਂ ਆਹ ਹੋ ਗਿਆ, ਜੇ ਹੋ ਗਿਆ, ਉਹ ਗਿਆ। ਚਲੋ ਡਿਸਲੋਇਲਟ ਹੋਣਾ ਕੌਮ ਪ੍ਰਤੀ ਉਹ ਹਰ ਇੱਕ ਦਾ ਆਪਣਾ ਜਾਤੀ ਮਾਮਲਾ ਆ, ਜਾਂ ਕੌਮ ਨੂੰ ਕੁਝ ਜੋ ਕੌਮ ਨੇ ਦਿੱਤਾ ਉਹਦੇ ਤੱਕ ਨਾ ਦੇਣਾ, ਉਹ ਵੀ ਹਰ ਇੱਕ ਦਾ ਜਾਤੀ ਮਾਮਲਾ ਆ। ਉਹ ਚਾਹੇ ਸਾਰਾ ਅਕਾਲੀ ਦਲ ਲਿਖ ਲਓ, ਸਾਰੀ ਕਾਂਗਰਸ ਲਿਖ ਲਓ, ਅਸੀਂ ਸਾਰਿਆਂ ਨੂੰ ਦਿੱਤਾ, ਕਿਸੇ ਨੇ ਸਾਨੂੰ ਕੁਝ ਨਹੀਂ ਦਿੱਤਾ, ਉਹ ਦੇਣਾ ਇਹਨਾਂ ਦਾ ਆਪਣਾ ਜਾਤੀ ਮਾਮਲਾ। ਲੇਕਿਨ ਮੈਂ ਹਾਸਾ ਮਜ਼ਾਕ ਤਾਂ ਨਹੀਂ ਹੁਣ, ਲੇਕਿਨ ਇੱਕ ਚੰਦ ਗੱਲਾਂ ਕਹਾਂਗਾ ਕਿ ਕਿਉਂਕਿ ਅਸੀਂ ਤੁਹਾਨੂੰ ਮਾਨ ਸਾਹਿਬ ਮਿਹਣਾ ਕਿਉਂ ਦਿੱਤਾ, ਕਿਉਂਕਿ ਅਸੀਂ ਤੁਹਾਡੀਆਂ ਮਾਵਾਂ ਆ ਜਿੰਨੇ ਪੰਜਾਬੀ ਵੋਟ, ਕਿਉਂਕਿ ਜੇ ਪੰਜਾਬ ਮਾਂ ਪੁੱਤ ਨੂੰ ਨਾ ਪਾਲੇ ਤੇ ਪੁੱਤ ਪਾਲੇ, ਹੁਣ ਮਾਵਾਂ ਨੇ ਤੁਹਾਨੂੰ ਪਾਲਿਆ, ਹੁਣ ਤੁਹਾਡੀ ਵਾਰੀ ਆਈ, ਤੁਸੀਂ ਮਾਂ ਪਿਓ ਨੂੰ ਪਾਲਣਾ। ਇਹ ਤੁਹਾਡੇ ਬੱਚੇ ਨਹੀਂ ਗੇ, ਇਹ ਤੁਹਾਡੇ ਪਾਲਣਹਾਰ ਆ ਜਿਨ੍ਹਾਂ ਤੁਹਾਨੂੰ 10 ਲੱਖ 35,000 ਜਾਂ 11 ਲੱਖ ਪੈਨਸ਼ਨ ਦਵਾਈ ਆ, ਜਿਨ੍ਹਾਂ ਤੁਹਾਨੂੰ ਸਟੇਟਸ ਦਵਾਇਆ ਆ, ਜਿਨ੍ਹਾਂ ਤੁਹਾਨੂੰ ਅਕਾਲੀ ਦਲ ਮਾਨ ਅੰਮ੍ਰਿਤਸਰ ਦਾ ਪ੍ਰਧਾਨ ਬਣਾਇਆ। ਇਹ ਸਾਰਾ ਕੁਝ ਅਸੀਂ ਉਹਦੇ ਪ੍ਰਤੀ ਹੁਣ ਮੰਗਦੇ ਆ ਤੁਹਾਡੇ ਤੋਂ। ਮਾਨ ਸਾਹਿਬ ਆ ਹੱਥ ਜੋੜ ਕੇ ਖੜੇ ਆ ਟੱਡ ਕੇ ਹੁਣ, ਕਿਉਂਕਿ ਬਾਕੀਆਂ ਤੋਂ ਤਾਂ ਆਸ ਕੋਈ ਨਹੀਂ, ਤੁਸੀਂ ਦੱਸੋ ਕੀ ਦੇਣਾ ਆ ਤੇ ਦਿਓ ਜ਼ਰੂਰ, ਤੁਹਾਡੇ ਤੇ ਪੂਰੀ ਆਸਾਂ। ਕਿਉਂਕਿ ਇੱਕ ਮਾਂ ਦੇ ਆਪਣੇ ਪੁੱਤ ਪ੍ਰਤੀ ਗੱਲਬਾਤ ਹੋ ਰਹੀ ਸੀ ਤੇ ਉਹ ਬੱਚਾ ਕਹਿੰਦਾ ਕਿ ਮੈਂ ਰੰਗ ਢੰਗ ਵੀ ਮੇਰਾ ਉਹੋ ਜਿਹਾ, ਸਾਰਾ ਕੁਝ ਉਹੋ ਜਿਹਾ, ਤੇ ਮੈਨੂੰ ਸਾਰੀ ਦੁਨੀਆ ਹੀ ਕਹਿੰਦੀ ਭੈੜਾ। ਜਿਵੇਂ ਹੁਣ ਕਾਫੀ ਦੁਨੀਆ, ਕੋਈ ਭਗਵੰਤ ਮਾਨ ਨੂੰ ਮਾੜਾ ਕਹੀ ਜਾਂਦੀ ਹੈ, ਕੋਈ ਸਮਾਂ 2 ਮਿੰਟ ਹੀ ਹੈ ਜੀ, ਹਾਂਜੀ ਸਿਮਰਜੀਤ ਮਾਨ ਨੂੰ ਮਾੜਾ ਕਹੀ ਜਾਂਦੀ, ਸਾਰਿਆਂ ਨੂੰ ਮਾੜਾ ਕਹੀ ਜਾਂਦੀ ਹੈ, ਲੇਕਿਨ ਉਹਦੇ 'ਚ ਹੁੰਦਾ ਕੀ ਆ। ਹੁਣ ਉਹ ਬੱਚਾ ਕਹਿੰਦਾ ਜੀ ਮੈਂ ਭਾਵੇਂ ਕੋਝਾ ਤੇ ਬਦਸੂਰਤ ਤੇ ਬੋਲਦਾ ਵੀ ਨਹੀਂ ਮਨਮੋਹਣਾ, ਕਿ ਮਨ ਨੂੰ ਮੋਹਣ ਵਾਲਾ ਨਹੀਂ ਬੋਲਦਾ, ਪਤਾ ਨਹੀਂ ਮੇਰੀ ਮਾਂ ਕਮਲੀ ਕਿਉਂ ਮੈਨੂੰ ਆਖਦੀ ਸੋਹਣਾ। ਮਾਂ ਨੇ ਤਾਂ ਕਹਿਣਾ ਹੁੰਦਾ ਜੀ, ਇਹੋ ਚੀਜ਼ ਸਾਡੇ ਵੋਟਰਾਂ ਦੀ ਹੈ ਜੀ, ਜਿੱਧਰ ਅਸੀਂ ਹੁੰਦੇ ਹਾਂ, ਅਸੀਂ ਦਿਲੋਂ ਹੁੰਦੇ ਹਾਂ, ਪੰਜਾਬੀਆਂ ਸਾਰੀਆਂ ਮਾਵਾਂ ਦੀ, ਸਾਰਿਆਂ ਦੀ। ਪਤਾ ਨਹੀਂ ਮੇਰੀ ਮਾਂ ਕਮਲੀ ਮੈਨੂੰ ਕਿਉਂ ਆਖਦੀ ਸੋਹਣਾ, ਅਕਸਰ ਝੱਲ ਵਿਖਾ ਜਾਂਦਾ ਆ, ਜਿਵੇਂ ਅਸੀਂ ਪਹਿਲਾਂ ਆਪ ਜਿਤਾਈ ਫਿਰ ਮਾਨ ਸਾਹਿਬ ਨੂੰ ਜਿਤਾਇਆ। ਅਕਸਰ ਝੱਲ ਵਿਖਾ ਜਾਣਾ ਆ, ਪੁੱਠਾ ਚੰਨ ਚੜਾ ਜਾਣਾ ਆ, ਵੇਖਿਓ ਸਾਰਾ ਟੁਕੂਗਾ। ਅਕਸਰ ਝੱਲ ਵਿਖਾ ਜਾਣਾ ਆ, ਪੁੱਠਾ ਚੰਨ ਚੜਾ ਜਾਣਾ ਆ, ਨਵਾਂ ਕੋ ਪੰਗਾ ਪਾ ਜਾਣਾ ਆ, ਫਿਰ ਵੀ ਹਰ ਪਾਸਿਓਂ ਆਉਣਾ, ਪਤਾ ਨਹੀਂ ਮੇਰੀ ਮਾਂ ਕਮਲੀ ਕਿਉਂ ਆਖਦੀ ਮੈਨੂੰ ਸੋਹਣਾ। ਬਹੁਤਾ ਪੜ੍ਹਿਆ ਲਿਖਿਆ ਨਹੀਂ ਆ, ਬਹੁਤਾ ਪੜ੍ਹਿਆ ਲਿਖਿਆ ਨਹੀਂ ਆ, ਕੰਮ ਵੀ ਬਹੁਤੇ ਸਿੱਖਿਆ ਨਹੀਂ ਆ, ਬਹੁਤਾ ਪੜ੍ਹਿਆ ਲਿਖਿਆ ਨਹੀਂ ਆ, ਕੰਮ ਵੀ ਬਹੁਤੇ ਸਿੱਖਿਆ ਨਹੀਂ ਆ, ਉਹ ਦਿਲ ਵੀ ਬਹੁਤੇ ਜਿੱਤਿਆ ਨਹੀਂ ਆ, ਤੇ ਉਂਝ ਵੀ ਚਿਹਰਾ ਨਹੀਂ ਹੈ ਸੋਹਣਾ, ਉਂਝ ਵੀ ਚਿਹਰਾ ਰਹਿੰਦਾ ਰੋਣਾ, ਪਤਾ ਨਹੀਂ ਮੇਰੀ ਮਾਂ ਕਮਲੀ ਮੈਨੂੰ ਕਿਉਂ ਆਖਦੀ ਸੋਹਣਾ। ਹੁਣ ਵੇਖੋ ਬੱਲ ਵਾਂਗੂ ਮਸ਼ਹੂਰ ਵੀ ਨਹੀਂ ਆ ਤੇ ਪੈਸੇ ਵਿੱਚ ਮਗਰੂਰ ਵੀ ਨਹੀਂ ਆ, ਬੱਲ ਵਾਂਗੂ ਮਸ਼ਹੂਰ ਵੀ ਨਹੀਂ ਆ, ਪੈਸੇ ਵਿੱਚ ਮਗਰੂਰ ਵੀ ਨਹੀਂ ਆ, ਤੇ ਫਿਰਦਾ ਵਿੱਚ ਸਰੂਰ ਵੀ ਨਹੀਂ ਆ, ਤੇ ਬੇਸੁਰਾ ਹੈ ਮੇਰਾ ਹੱਸਣਾ ਅਤੇ ਗਾਉਣਾ, ਪਤਾ ਨਹੀਂ ਫਿਰ ਮਾਂ ਕਮਲੀ ਕਿਉਂ ਆਖੀ ਜਾਂਦੀ ਸੋਹਣਾ। ਬਹੁਤ ਖੂਬ, ਮਾਂ ਹੀ ਜਾਣਦੀ ਹੈ। ਬਹੁਤ ਖੂਬ। ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਜੀ? ਅੱਜ ਕੁਝ ਵੱਖਰੀ ਤਰ੍ਹਾਂ ਦੀ ਗੱਲਬਾਤ ਤੁਸੀਂ ਸੁਣਨੀ ਹੈ ਤੇ ਉਹਦੇ ਤੇ ਟਿੱਪਣੀ ਜ਼ਰੂਰ ਕਰਿਓ। ਅਸੀਂ ਕਿਸੇ ਰਾਜਨੀਤਿਕ ਵਿਅਕਤੀ ਦੇ ਨਿੱਜੀ ਤੌਰ ਤੇ ਹੱਕ ਵਿੱਚ ਨਹੀਂ ਤੇ ਨਾ ਨਿੱਜੀ ਤੌਰ ਤੇ ਕਿਸੇ ਦੇ ਵਿਰੋਧ ਵਿੱਚ ਆ, ਪਰ ਜੋ ਕੁਝ ਆਲੇ ਦੁਆਲੇ ਵਾਪਰ ਰਿਹਾ ਹੁੰਦਾ ਉਹਦੇ ਤੇ ਨਜ਼ਰ ਜ਼ਰੂਰ ਰੱਖਦੇ ਆ। ਇਹ ਸਾਡਾ ਕਿੱਤਾ ਵੀ ਹੈ ਜਾਂ ਸਾਡੀ ਕੋਸ਼ਿਸ਼ ਵੀ ਹੈ, ਸਾਡੀ ਜ਼ਰੂਰਤ ਵੀ ਹੈ, ਤੇ ਸ਼ਾਇਦ ਤੁਹਾਨੂੰ ਇਹ ਸਾਡੀ ਜਿਹੜੀ ਐਫਰਟਸ ਹੈ, ਸਾਡੀ ਕੋਸ਼ਿਸ਼ ਹੈ, ਇਹ ਚੰਗੀ ਲੱਗੀ ਹੋਏਗੀ। ਆਉਣ ਵਾਲੇ ਦਿਨਾਂ ਵਿੱਚ ਇਹੋ ਜਿਹੇ ਹੋਰ ਟੌਪਿਕ ਨੂੰ ਵੀ ਅਸੀਂ ਆਪਣੇ ਇਸ ਗੱਲਬਾਤ ਦਾ ਹਿੱਸਾ ਬਣਾਉਂਦੇ ਰਹਾਂਗੇ, ਤੇ ਨਾਲ ਦੀ ਨਾਲ ਫਿਰ ਬੱਲ ਸਾਹਿਬ ਦੇ ਕੋਲੋਂ ਸੋਹਣੀਆਂ ਸੋਹਣੀਆਂ ਕਵਿਤਾਵਾਂ ਤੇ ਰੰਗ ਬਰੰਗੀਆਂ ਗੱਲਾਂ, ਜਿਹਦੇ ਨਾਲ ਤੁਹਾਡਾ ਮਨ ਵੀ ਖੁਸ਼ ਹੋਵੇ, ਰੂਹ ਵੀ ਖੁਸ਼ ਹੋਵੇ, ਤੇ ਉਹ ਸੁਣਦੇ ਰਹਾਂਗੇ। ਅਖੀਰ ਵਿੱਚ ਦੁਬਾਰਾ ਮੈਂ ਬੱਲ ਸਾਹਿਬ ਵੱਲੋਂ ਵੀ ਤੇ ਆਪਦੇ ਵੱਲੋਂ ਵੀ, ਵਾਇਸ ਆਫ ਇੰਡੀਆ ਵੱਲੋਂ ਪੰਜਾਬੀ ਸਾਥ ਪ੍ਰੋਗਰਾਮ ਦੇਖਣ ਵਾਲੇ ਸਾਰਿਆਂ ਨੂੰ ਦੁਬਾਰਾ ਕਹਿਣਾ ਚਾਹੁੰਦਾ, ਹੈਪੀ ਕੈਨੇਡਾ ਡੇ। ਤੁਸੀਂ ਸਾਰੇ ਇੰਜੋਏ ਕੀਤਾ ਕੱਲ੍ਹ, ਔਰ ਆਉਣ ਵਾਲੇ ਦਿਨਾਂ ਵਿੱਚ ਵੀ ਇਹੋ ਜਿਹਾ ਹੀ ਮਾਹੌਲ ਤੁਹਾਡੇ ਆਲੇ ਦੁਆਲੇ ਬਣਿਆ ਰਹੇ। ਤੁਸੀਂ ਉਸ ਮਾਹੌਲ ਨੂੰ ਇੰਜੋਏ ਕਰਦੇ ਰਹੋ, ਉਸ ਮਾਹੌਲ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੇ ਲਈ ਰਾਹ ਹੋਰ ਮੋਕਲੇ ਕਰਦੇ ਰਹੋ। ਇਹ ਸਾਧ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਮਿਹਰਬਾਨੀ। ਧੰਨਵਾਦ।